ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ ਜਿਹੜੇ ਦਿਨ ਚੱਲ ਰਹੇ ਨੇ, ਸਾਡੀ ਸਿੱਖ ਕੌਮ ਖਾਸ ਕਰਕੇ ਜਿਹੜੇ ਲੋਕ ਪੰਥਕ ਮਸਲਿਆਂ ਦੇ ਨਾਲ ਜੁੜੇ ਰਹਿੰਦੇ ਨੇ, ਜਿਨ੍ਹਾਂ ਦੇ ਅੰਦਰ ਇਸ ਗੱਲ ਦੀ ਇੱਕ ਚਿੰਤਾ ਹੁੰਦੀ ਹੈ ਕਿ ਸਾਡੇ ਕੌਮੀ ਹਾਲਾਤ ਅੱਜ ਕਿੱਧਰ ਨੇ। ਸੋ ਜਿਹੜੇ ਦਿਨ ਚੱਲ ਰਹੇ ਨੇ ਉਹਨਾਂ ਦੇ ਅੰਦਰ ਇੱਕ ਖਾਸ ਤਰ੍ਹਾਂ ਦਾ ਕੁਝ ਚੱਲ ਰਿਹਾ ਹੁੰਦਾ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਨਵੰਬਰ ਮਹੀਨਾ ਨਵੰਬਰ 1984 ਉਹਨਾਂ ਨੂੰ ਜ਼ਰੂਰ ਚੇਤੇ ਆਉਂਦੀ ਹੈ। 31 ਅਕਤੂਬਰ ਦਾ ਉਹ ਦਿਨ ਜਦੋਂ ਗੁਰੂ ਪਿਆਰੇ ਸਿੰਘਾਂ ਨੇ ਇੰਦਰਾ ਗਾਂਧੀ ਨੂੰ ਗੱਡੀ ਚਾੜ੍ਹ ਕੇ ਇੱਕ ਵਾਰ ਢੱਠੀ ਹੋਈ ਜਿਹੜੀ ਕੌਮ ਦੀ ਪੱਗ ਸੀਗੀ ਮੁੜ ਕੌਮ ਦੇ ਸਿਰ ਦੇ ਉੱਪਰ ਰੱਖ ਦਿੱਤੀ ਸੀਗੀ। ਉਸ ਤੋਂ ਬਾਅਦ ਸਿੱਖ ਕੌਮ ਦੇ ਚਿਹਰਿਆਂ ਦੇ ਉੱਪਰ ਇੱਕ ਵੱਖਰੀ ਤਰ੍ਹਾਂ ਦਾ ਨੂਰ ਆ ਗਿਆ ਸੀਗਾ, ਕਿਉਂਕਿ ਉਦੋਂ ਪਹਿਲਾਂ ਦਰਬਾਰ ਸਾਹਿਬ ਦੇ ਉੱਪਰ ਜਦੋਂ ਹਮਲਾ ਹੁੰਦਾ ਤਾਂ ਉਸ ਤੋਂ ਬਾਅਦ ਸਿੱਖ ਕੌਮ ਇਹ ਮਹਿਸੂਸ ਕਰਦੀ ਸੀਗੀ ਕਿ ਅਸੀਂ ਹੁਣ ਧੌਣ ਉੱਚੀ ਚੁੱਕ ਕੇ ਤੁਰਨ ਦੇ ਕਾਬਲ ਨਹੀਂ ਰਹੇ। ਪਰ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਹੋਰਾਂ ਨੇ ਭਾਵੇਂ ਉਹਨਾਂ ਨੇ ਸ਼ਹਾਦਤਾਂ ਦੇ ਜਾਮ ਪੀ ਲਏ, ਪਰ ਉਹ ਇੱਕ ਵਾਰ ਜਿਹੜੀ ਉਹ ਢੱਠੀ ਹੋਈ ਪੱਗ ਸੀਗੀ ਮੁੜ ਕੌਮ ਦੇ ਸਿਰ ਦੇ ਉੱਪਰ ਰੱਖ ਗਏ ਔਰ ਸਿੱਖ ਕੌਮ ਇੱਕ ਵਾਰ ਫਿਰ ਤੋਂ ਧੌਣ ਉੱਚੀ ਚੁੱਕ ਕੇ ਤੁਰਨ ਦੇ ਕਾਬਲ ਹੋ ਗਈ ਸੀਗੀ। ਪਰ ਜਿਹੜੀ ਸਿੱਖਾਂ ਦੇ ਚਿਹਰਿਆਂ ਦੇ ਉੱਪਰ ਆਈ ਹੋਈ ਇਹ ਰੌਣਕ ਸੀਗੀ, ਅਗਲਿਆਂ ਦੇ ਕੋਲੋਂ ਇੱਕ ਰਾਤ ਵੀ ਇੱਕ ਦਿਨ ਵੀ ਬਰਦਾਸ਼ਤ ਨਾ ਹੋਈ। ਰਾਤ ਬੀਤਦੀ ਹੈ 31 ਅਕਤੂਬਰ ਦੀ। ਉਸ ਤੋਂ ਅਗਲੇ ਦਿਨ ਜਦੋਂ ਦਿਨ ਚੜ੍ਹਦਾ ਹੈਗਾ 1 ਨਵੰਬਰ ਦਾ, 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ, ਅੱਜ 3 ਨਵੰਬਰ ਹੈ, ਜੋ ਘਾਣ ਹੁੰਦਾ ਹੈਗਾ, ਜੋ ਉਹਨਾਂ ਦੇ ਵੱਲੋਂ ਕੀਤਾ ਗਿਆ ਸਿੱਖ ਕੌਮ ਦੇ ਨਾਲ ਦਿੱਲੀ ਦੀਆਂ ਸੜਕਾਂ 'ਤੇ ਔਰ ਦਿੱਲੀ ਤੋਂ ਇਲਾਵਾ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਸਿੱਖ ਕੌਮ ਦੇ ਉਹ ਜ਼ਖਮ ਰਿਸਦੇ ਰਹਿਣਗੇ। ਭਾਵੇਂ ਕਿ ਸਮੇਂ ਦੀਆਂ ਵੱਖ-ਵੱਖ ਹੁਕੂਮਤਾਂ ਨੇ ਆਖਿਆ ਕਿ ਸਿੱਖਾਂ ਨੂੰ ਉਹ ਸਾਰਾ ਕੁਝ ਭੁੱਲ ਜਾਣਾ ਚਾਹੀਦਾ, ਪਰ ਸਿੱਖ ਕਦੇ ਵੀ ਨਹੀਂ ਭੁੱਲ ਸਕਦੇ। ਸਿੱਖ ਕਹਿੰਦੇ ਆ ਕਿ ਜੇ ਤੁਹਾਨੂੰ ਕਿੰਨੇ ਪਤਾ ਨਹੀਂ ਦਹਾਕੇ ਹੋ ਗਏ, ਸਦੀਆਂ ਹੋ ਗਈਆਂ ਤੁਹਾਨੂੰ, ਜੇ ਤੁਸੀਂ ਰਾਵਣ ਨੂੰ ਨਹੀਂ ਭੁੱਲਦੇ ਤਾਂ ਜੋ ਕੁਝ ਸਾਡੇ ਨਾਲ ਵਾਪਰਿਆ ਕੱਲ੍ਹ ਦੀਆਂ ਗੱਲਾਂ ਨੇ, ਹੱਲੇ ਉਹ ਲੋਕ ਵੀ ਹੱਲੇ ਇੱਥੇ ਜਿਉਂਦੇ ਤੁਰੇ ਫਿਰਦੇ ਨੇ। ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਭਲਾ ਕਿੱਦਾਂ ਭੁੱਲ ਸਕਦੇ ਹਾਂ? ਸਿੱਖ ਉਹਨਾਂ ਚੀਜ਼ਾਂ ਨੂੰ ਨਹੀਂ ਭੁੱਲਦੇ। ਇੱਕ ਤਾਂ ਹੋ ਗਈ ਉਹ ਗੱਲ ਨਵੰਬਰ 84 ਵਾਲੀ, ਕਿੰਨੇ ਹੀ ਵਰ੍ਹੇ ਬੀਤ ਚੁੱਕੇ ਹੈ ਔਰ ਕਿੰਨੇ ਵਰ੍ਹੇ ਬੀਤਣ ਤੋਂ ਬਾਅਦ 38 ਵਰ੍ਹੇ ਬੀਤ ਚੁੱਕਿਆ। ਉਸ ਤੋਂ ਬਾਅਦ ਵੀ ਸਿੱਖ ਕੌਮ ਨੇ ਬਹੁਤ ਕੁਝ ਹੰਢਾਇਆ। ਫੇਕ ਐਨਕਾਊਂਟਰਾਂ ਦਾ ਦੌਰ ਚੱਲਿਆ, ਨਸਲਕੁਸ਼ੀ ਅੱਜ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਹੈ ਪੰਜਾਬ ਦੇ ਵਿੱਚ। ਲੰਬੇ ਸਮੇਂ ਤੋਂ ਸਿੱਖ ਕੌਮ ਮਹਿਸੂਸ ਕਰਦੀ ਸੀਗੀ ਕਿ ਸਾਨੂੰ ਇੱਕ ਇੱਦਾਂ ਦੇ ਆਗੂ ਦੀ ਜ਼ਰੂਰਤ ਹੈ, ਸਾਨੂੰ ਇੱਕ ਇੱਦਾਂ ਦੀ ਧਿਰ ਦੀ ਜ਼ਰੂਰਤ ਹੈ ਜਿਹੜੀ ਪੰਜਾਬ ਦੇ ਵਿੱਚ ਉੱਭਰੇ ਔਰ ਜਿਹੜਾ ਉਹ ਉਭਾਰ ਹੋਵੇ ਫਿਰ ਉਹ ਖਾਲਸਾ ਪੰਥ ਅਤੇ ਪੰਜਾਬ ਦੇ ਖਾਤੇ ਵਿੱਚ ਭੁਗ ਸਕੇ। ਅੱਜ ਜਦੋਂ ਅੰਮ੍ਰਿਤਪਾਲ ਸਿੰਘ ਦੁਬਈ ਤੋਂ ਪੰਜਾਬ ਦੇ ਵਿੱਚ ਆਉਂਦਾ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਨਹੀਂ, ਜਿਹੜੀ ਉਹ ਸਾਡੀ ਆਸ ਦੀ ਕਿਰਨ ਸੀਗੀ ਅੱਜ ਹੁਣ ਉਹ ਪੂਰੀ ਹੋਣ ਜਾ ਰਹੀ ਹੈ। ਸੋ ਆਪਾਂ ਸਾਰਾ ਕੁਝ ਵਿਚਾਰਾਂਗੇ। ਅੱਜ ਜੋ ਹਾਲਾਤ ਹੈਗੇ ਨੇ, ਮੇਰੇ ਨਾਲ ਖਾਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਸਾਡੇ ਅੱਜ ਦੇ ਯੂਥ ਹੈਗਾ, ਜਿਹੜਾ ਸਾਡੇ ਨੌਜਵਾਨ ਹੈਗੇ ਆ, ਉਹ ਕਿੱਦਾਂ ਵੇਖਦੇ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ। ਸਾਡੇ ਨਾਲ ਹੈਗੇ ਨੇ ਕਰਨੈਲ ਸਿੰਘ ਜੀ ਲਵਲੀ, ਆਪਾਂ ਕਰਦੇ ਹਾਂ ਸਵਾਗਤ ਪਹਿਲਾਂ ਅਤੇ ਫਿਰ ਉਹਨਾਂ ਨਾਲ ਕਰਦੇ ਹਾਂ ਇਸ ਵਿਸ਼ੇ ਦੇ ਉੱਪਰ ਗੱਲਬਾਤ। ਲਵਲੀ ਜੀ, ਅੱਜ 38 ਵਰ੍ਹੇ ਬੀਤ ਚੁੱਕੇ ਨੇ, ਸਿੱਖ ਕੌਮ ਨੇ ਜੋ ਸੰਤਾਪ ਆਪਣੇ ਪਿੰਡੇ ਦੇ ਉੱਪਰ ਝੱਲਿਆ, ਦਿੱਲੀ ਦੀਆਂ ਸੜਕਾਂ ਦੇ ਉੱਪਰ ਗਲਾਂ 'ਚ ਟਾਇਰ ਪਾ ਕੇ ਜੂਨੀਆਂ ਸਾੜ ਦਿੱਤਾ, ਇਨਸਾਫ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਪਰ ਜਿਨ੍ਹਾਂ ਨੇ ਉਹ ਸਾਰਾ ਕੁਝ ਕੀਤਾ ਸੀਗਾ ਉਹਨਾਂ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਨੇ ਟਿਕਟਾਂ ਦੇ ਕੇ ਨਵਾਜਿਆ ਔਰ ਮੰਤਰੀ ਸੰਤਰੀ ਬਣ ਕੇ ਅਤੇ ਆਪਣੇ ਹੀ ਲੋਕਾਂ ਦੇ ਉੱਪਰ ਉਹ ਰਾਜ ਵੀ ਕਰਦੇ ਰਹੇ। ਕੁਛ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁਪਿੰਦਰ ਸਿੰਘ ਜੀ, ਜਿਹੜੇ ਦਿਨ ਚੱਲਦੇ ਆ ਸਿੱਖ ਕੌਮ ਦੀ, ਸਿੱਖਾਂ ਦੀ ਨਸਲਕੁਸ਼ੀ ਦੇ ਜਿਹੜੇ ਦਿਨ ਵਾ 1, 2, 3 ਨਵੰਬਰ ਨੂੰ, ਜਦੋਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਲਗਾਤਾਰ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿੱਚ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਸਿੱਖਾਂ ਦਾ ਜਿਹੜਾ ਕਤਲੇਆਮ ਹੁੰਦਾ, ਸਿੱਖਾਂ ਦੀਆਂ ਜਿਹੜੀਆਂ ਇੱਜ਼ਤਾਂ ਜਿਹੜੀਆਂ ਵਾ ਉਹ ਜਿਹੜੀਆਂ ਖੇਰੂ ਕੀਤੀਆਂ ਜਾਂਦੀਆਂ ਔਰ ਦਿੱਲੀ ਦੀਆਂ ਸੜਕਾਂ 'ਤੇ ਭਾਰਤ ਦੇ ਅਲੱਗ-ਅਲੱਗ ਰਾਜਾਂ ਦੇ ਵਿੱਚ ਜਿਹੜੀ ਕੁੜੀਆਂ ਦੇ ਨਾਲ, ਔਰਤਾਂ ਦੇ ਨਾਲ ਬੇਪੱਤੀਆਂ ਹੁੰਦੀਆਂ, ਇਹ ਜਿਹੜੇ ਹਾਲਾਤ ਬਣੇ ਸੀ 1984 ਦੇ ਵਿੱਚ, ਉਹ ਸਿੱਖਾਂ ਨੂੰ ਡਰਾਉਣ ਦੇ ਲਈ, ਸਿੱਖਾਂ ਨੂੰ ਇਹ ਅਹਿਸਾਸ ਕਰਾਉਣ ਦੇ ਲਈ ਕਿ ਤੁਸੀਂ ਇਸ ਖਿੱਤੇ ਦੇ ਵਿੱਚ, ਇਸ ਦੇਸ਼ ਦੇ ਵਿੱਚ ਪੂਰੀ ਤਰ੍ਹਾਂ ਗੁਲਾਮ ਆ, ਤੁਹਾਨੂੰ ਜੁੱਤੀ ਦੇ ਥੱਲੇ ਰਹਿਣਾ ਪਊਗਾ ਔਰ ਤੁਸੀਂ ਆਪਣੀ ਕੌਮ ਦੀ ਗੱਲ, ਆਪਣੇ ਹੱਕਾਂ ਦੀ ਗੱਲ, ਆਪਣੀ ਆਜ਼ਾਦੀ ਦੀ ਗੱਲ ਜਿਹੜੀ ਆ ਉਹ ਸਿਰ ਚੱਕ ਕੇ ਨਹੀਂ ਕਰ ਸਕਦੇ। ਇਹ ਅਹਿਸਾਸ ਕਰਾਉਣ ਲਈ ਜਿਹੜਾ ਨਵੰਬਰ ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਅਲੱਗ-ਅਲੱਗ ਰਾਜਾਂ ਦੇ ਵਿੱਚ, ਇਹ ਅਹਿਸਾਸ ਕਰਾਉਣ ਲਈ ਸਿਰਫ ਅਤੇ ਸਿਰਫ ਹੋਇਆ ਕਿ ਤੁਸੀਂ ਸਾਡੇ ਇੱਥੇ ਗੁਲਾਮ ਹੋ, ਤੁਸੀਂ ਆਪਣੇ ਹੱਕਾਂ ਦੀ, ਆਜ਼ਾਦੀ ਦੀ ਗੱਲ ਜਿਹੜੀ ਉਹ ਨਹੀਂ ਕਰ ਸਕਦੇ।
ਤੁਹਾਨੂੰ ਲੱਗਦਾ ਕਿ ਹਿੰਦ ਹਕੂਮਤ ਨੇ ਚਲੋ ਜ਼ੋਰ ਲਾਇਆ ਭਈ ਸਿੱਖਾਂ ਨੂੰ ਅਸੀਂ ਧੌਣ ਉੱਚੀ ਕਰਕੇ ਤੁਰਨ ਨਹੀਂ ਦੇਣਾ, ਤੁਹਾਨੂੰ ਲੱਗਦਾ ਕਿ ਉਹ ਆਪਣੇ ਇਰਾਦਿਆਂ 'ਚ ਕਾਮਯਾਬ ਹੋ ਸਕੇ ਜਾਂ ਹੋ ਪਾਏ? ਦੇਖੋ, ਇਹ ਹਾਲਾਤ ਹੁੰਦੇ ਆ ਕਈ ਵੇਲੇ ਕੌਮਾਂ ਜਿੱਤ ਦੇ ਲਈ ਨਹੀਂ ਲੜਦੀਆਂ, ਕਈ ਵੇਲੇ ਕੌਮਾਂ ਨੂੰ ਲੜਾਈ ਲੜਨੀ ਪੈਂਦੀ ਆ ਆਪਣੀ ਹੋਂਦ ਦਰਸਾਉਣ ਲਈ ਵੀ ਅਸੀਂ ਜਿਉਂਦੇ ਹਾਂ। ਕਿਉਂਕਿ ਜਦੋਂ ਅਸੀਂ ਯਹੂਦੀਆਂ ਨੂੰ ਪੜ੍ਹਦੇ ਹਾਂ ਤਾਂ ਉਹਨਾਂ ਨੇ ਲਗਾਤਾਰ 2000 ਸਾਲ ਤੱਕ ਉਹਨਾਂ ਨੇ ਸੰਘਰਸ਼ ਕੀਤਾ। ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਆਪਣਾ ਮੁਲਕ ਪ੍ਰਾਪਤ ਹੋਇਆ, ਆਪਣੀ ਆਜ਼ਾਦੀ ਦਾ ਉਹਨਾਂ ਨੇ ਨਿੱਘ ਮਾਣਿਆ। ਨਹੀਂ ਤਾਂ ਉਹ ਆਪਣੇ ਦੇਸ਼ 'ਚੋਂ ਤਾਂ ਕੱਢ ਦਿੱਤੇ ਗਏ ਸੀਗੇ, ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਉਹ ਰਹਿਣ ਨੂੰ ਮਜਬੂਰ ਹੋ ਗਏ ਸੀਗੇ। ਪਰ ਉਹਨਾਂ ਦਾ ਜਿਹੜਾ ਇੱਕ ਜਦੋਂ ਕਿਤੇ ਮਿਲਦੇ ਸੀ ਯਹੂਦੀ ਆਪਸ ਵਿੱਚ ਕਿਸੇ ਵੀ ਦੇਸ਼ ਵਿੱਚ, ਤਾਂ ਉਹਨਾਂ ਦਾ ਇੱਕ ਜਿਹੜਾ ਪਾਤਸ਼ਾਹੀ ਦਾਅਵਾ ਸੀ, ਉਹਨਾਂ ਦਾ ਜਿਹੜਾ ਇੱਕ ਨਾਅਰਾ ਸੀ ਆਜ਼ਾਦੀ ਦਾ, ਉਹ ਜਦੋਂ ਆਪਸ 'ਚ ਮਿਲਦੇ ਸੀ ਉਹ ਕਹਿੰਦੇ ਸੀ ਨੈਕਸਟ ਈਅਰ ਯਰੂਸ਼ਲਮ। ਵੀ ਇੰਨੀ ਦ੍ਰਿੜਤਾ ਸੀ ਉਹਨਾਂ ਦੇ ਮਨਾਂ ਦੇ ਵਿੱਚ ਵੀ ਅਗਲੇ ਸਾਲ ਅਸੀਂ ਆਪਣੇ ਮੁਲਕ ਦੇ ਵਿੱਚ ਮਿਲਾਂਗੇ। ਸੋ ਕਹਿਣ ਦੀ ਗੱਲ ਇਹ ਆ, ਸਰਕਾਰਾਂ ਨਾ ਤਾਂ ਮੁਗਲਾਂ ਵੇਲੇ ਕਾਮਯਾਬ ਹੋਈਆਂ ਸਿੱਖਾਂ ਨੂੰ ਦਬਾਉਣ ਦੇ ਲਈ, ਬੇਸ਼ੱਕ ਉਹਨਾਂ ਨੇ ਬੜੇ ਵੱਡੇ ਜ਼ੁਲਮ ਕੀਤੇ ਸਿੱਖਾਂ ਦੇ ਉੱਤੇ, ਨਾ ਅੰਗਰੇਜ਼ ਹਕੂਮਤ ਜਿਹੜੀ ਸੀ ਉਹ ਕਾਮਯਾਬ ਹੋਈ, ਅਤੇ ਨਾ ਹੀ ਜਿਹੜੀ ਹੁਣ ਦੀ ਮੌਜੂਦਾ ਹਕੂਮਤ ਆ ਇਹ ਵੀ ਕਾਮਯਾਬ ਕਦੀ ਨਹੀਂ ਹੋਊਗੀ। ਹਾਂ, ਉਤਰਾਅ ਚੜ੍ਹਾਅ ਜਿਹੜੇ ਕੌਮਾਂ ਜਦੋਂ ਆਜ਼ਾਦੀ ਦੇ ਲਈ ਲੜਦੀਆਂ, ਆਪਣੇ ਹੱਕਾਂ ਦੇ ਲਈ ਲੜਦੀਆਂ, ਤਾਂ ਉਸ ਵੇਲੇ ਉਤਰਾਅ ਚੜ੍ਹਾਅ ਜ਼ਰੂਰ ਆਉਂਦੇ ਆ, ਪਰ ਕਦੀ ਵੀ ਜਿਹੜੀ ਹਕੂਮਤ ਆ, ਜ਼ਾਲਮ ਹਕੂਮਤ ਆ, ਸਿੱਖਾਂ ਨੂੰ ਦਬਾਉਣ ਵਿੱਚ ਕਾਮਯਾਬ ਨਹੀਂ ਹੋਈ। ਕਿਉਂਕਿ ਇਹ ਇਤਿਹਾਸ ਦੱਸਦਾ ਜਦੋਂ ਐਡੀ ਵੱਡੀ ਮੁਗਲ ਹਕੂਮਤ ਦੀ ਜੜ ਪੱਟੀ ਆ ਤਾਂ ਉਸ ਟਾਈਮ ਤੇ ਉੱਤੇ 900 ਸਾਲ ਦੀ ਜਿਹੜੀ ਗੁਲਾਮੀ ਇੱਥੇ ਦੇ ਲੋਕਾਂ ਦੇ ਉੱਤੇ ਸੀਗੀ, ਉਹ ਗੁਲਾਮੀ ਕੇਵਲ ਤੇ ਕੇਵਲ ਸਿੱਖਾਂ ਨੇ ਜਿਹੜੇ ਇੱਥੇ ਦੇ ਜਿਹੜੇ ਲੋਕ ਸੀ ਉਹ ਆਜ਼ਾਦ ਕਰਵਾਏ ਆ। ਮੁਗਲਾਂ ਵੇਲੇ ਜਦੋਂ ਪੂਰੀ ਦੁਨੀਆ ਦੇ ਉੱਤੇ ਮੁਗਲਾਂ ਦਾ ਰਾਜ ਸੀਗਾ, ਐਡੀ ਵੱਡੀ ਉਹਨਾਂ ਦੀ ਹਕੂਮਤ ਕਾਇਮ ਸੀ, ਉਸ ਵੇਲੇ ਉਸ ਸਮਿਆਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਸਿੱਖ ਰਾਜ ਜਿਹੜਾ ਕਾਇਮ ਕਰਕੇ ਉੱਥੇ ਦੱਸ ਦਿੱਤਾ। ਉਸ ਤੋਂ ਬਾਅਦ ਅੰਗਰੇਜ਼ਾਂ ਵੇਲੇ ਤੁਸੀਂ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਹੜਾ ਦੁਨੀਆ ਦੇ ਵਿੱਚ ਵੱਡੇ ਵੱਡੇ ਵਿਦਵਾਨ ਜਦੋਂ ਬੈਠੇ ਆ, ਉਹਨਾਂ ਨੇ ਇਹ ਜਿਹੜਾ ਫੈਸਲਾ ਕੀਤਾ ਵੀ ਪੂਰੀ ਦੁਨੀਆ ਦਾ ਜਿਹੜਾ ਨਿਚੋੜ ਕੱਢਿਆ, ਪੂਰੀ ਦੁਨੀਆ ਦੇ ਉੱਤੇ ਜਿਹੜਾ ਸਭ ਤੋਂ ਇਹ ਜਿਹੜਾ ਸਰਵੋਤਮ ਰਾਜ ਸੀਗਾ, ਰਾਜ ਭਾਗ ਸੀਗਾ, ਜਿਹਦੇ ਵਿੱਚ ਕਿਸੇ ਧਰਮ ਦੇ ਨਾਲ, ਕਿਸੇ ਜਾਤ ਨਾਲ ਕੋਈ ਵਿਤਕਰਾ ਨਹੀਂ ਹੋਇਆ, ਸਾਰਿਆਂ ਦੇ ਹੱਕ ਸੁਰੱਖਿਅਤ ਸੀਗੇ, ਉਹ ਰਾਜ ਭਾਗ ਮਹਾਰਾਜਾ ਰਣਜੀਤ ਸਿੰਘ ਦਾ ਐਲਾਨਿਆ ਗਿਆ। ਸੋ ਇਹ ਜ਼ਰੂਰ ਆ ਵੀ ਹੁਣ ਅੱਜ ਦੇ ਟਾਈਮ ਦੇ ਉੱਤੇ ਦੇਖੀਏ ਤਾਂ ਬੜੀ ਵੱਡੀ ਪੱਧਰ ਦੇ ਉੱਤੇ ਬਾਹਰਲੇ ਮੁਲਕਾਂ ਦੇ ਵਿੱਚ ਵੀ, ਇੱਥੇ ਵੀ ਜਿਹੜੇ ਸਿੱਖ ਕੌਮ ਦੇ ਨੌਜਵਾਨ ਆ ਉਹ ਵੀ ਜਾਗਰੂਕ ਹੋ ਰਹੇ ਆ। ਔਰ ਹੁਣ ਜਿਹੜਾ ਪਿਛਲੇ ਸਮੇਂ ਉਹ ਸੋਰਸ ਨਹੀਂ ਹੁੰਦੇ ਸੀਗੇ ਜਿਹਦੇ ਨਾਲ ਮਤਲਬ ਨੌਜਵਾਨਾਂ ਨੂੰ ਜਾਂ ਜਿਹੜੇ ਲੋਕ ਆ ਉਹਨਾਂ ਨੂੰ ਸਮਝ ਆਵੇ। ਹੁਣ ਤਾਂ ਜਿਹੜੇ ਸੋਰਸ ਵਾ, ਚਾਹੇ ਉਹ ਸੋਸ਼ਲ ਮੀਡੀਆ ਦੀ ਅਸੀਂ ਗੱਲ ਕਰੀਏ, ਹੋਰ ਸੋਰਸ ਵਾ, ਨੌਜਵਾਨ ਉਸ ਚੀਜ਼ ਨੂੰ ਪੜ੍ਹਦੇ ਆ ਔਰ ਸਮਝਦੇ ਆ ਵੀ ਉਸ ਟਾਈਮ 'ਤੇ ਜਿਹੜੇ ਸਰਕਾਰਾਂ ਨੇ ਸਾਡੇ ਦਿਮਾਗਾਂ ਵਿੱਚ ਜਿਹੜੀਆਂ ਚੀਜ਼ਾਂ ਪਾਈਆਂ ਸੀ ਉਹ ਬਿਲਕੁਲ ਝੂਠ ਸੀਗੀ। ਹੁਣ ਤਾਂ ਜਿਹੜੇ ਸੱਚਾਈ ਸਾਹਮਣੇ ਆ ਰਹੀ ਹੈ, ਇਹੀ ਕਾਰਨ ਆ ਵੀ ਹਕੂਮਤਾਂ ਨੂੰ ਇਹ ਜਿਹੜਾ ਡਰ ਵਾ ਇਹ ਸਤਾਉਣ ਲੱਗ ਪਿਆ ਕਿ ਲੋਕ ਜਿਹੜੇ ਅਸੀਂ ਭੰਬਲ ਭੂਸੇ 'ਚ ਪਾਇਓ ਸੀ ਉਹਦੇ 'ਚੋਂ ਨਿਕਲ ਕੇ ਕਿਤੇ ਆਪਣੀ ਸੱਚਾਈ ਜਿਹੜੀ ਆਪਣੇ ਹੱਕਾਂ ਦੀ ਗੱਲ ਆ ਉਹ ਆਵਾਜ਼ ਨਾ ਬੁਲੰਦ ਕਰਨ। ਕਰਨੈਲ ਸਿੰਘ ਜੀ, ਜਿੱਦਾਂ ਆਪਾਂ ਨਾ ਅੱਜ ਦੇਖਦੇ ਹਾਂ, ਮੈਨੂੰ ਚੇਤਾ ਹੈ ਕਿ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਵਾਹਵਾ ਗੱਲਾਂ ਬਾਤਾਂ ਕੀਤੀਆਂ, ਕਾਫੀ ਇੰਟਰਵਿਊਜ਼ ਵੀ ਪਹਿਲਾਂ ਕੀਤੀਆਂ ਨੇ। ਆਪਾਂ ਅਕਸਰ ਇਹ ਗੱਲ ਕਹਿੰਦੇ ਰਹੇ ਹਾਂ ਕਿ ਪੰਜਾਬ ਦੀ ਧਰਤੀ ਦੇ ਉੱਪਰ ਇੱਕ ਖੜਾ ਜਿਹਾ ਹੈਗਾ, ਇੱਕ ਵੈਕਿਊਮ ਹੈਗਾ ਭਈ, ਇੱਕ ਜਿੱਦਾਂ ਭਈ ਇੱਕ ਵਧੀਆ ਸਿੱਖ ਲੀਡਰਸ਼ਿਪ ਜਿਹਦੇ ਵਿੱਚ ਵੱਡੀ ਗਿਣਤੀ 'ਚ ਨੌਜਵਾਨ ਹੋਣ, ਭਈ ਉਹਨਾਂ ਦਾ ਉਭਾਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਵਧੀਆ ਇੱਕ ਸਿੱਖ ਲੀਡਰਸ਼ਿਪ ਦਾ ਉਹ ਹੁੰਦਾ ਨਜ਼ਰ ਨਹੀਂ ਸੀ ਆ ਰਿਹਾ। ਜੋ ਅੱਜ ਹਾਲਾਤ ਹੈਗੇ ਆ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਆਉਣ ਤੋਂ ਬਾਅਦ, ਹੁਣ ਤੁਸੀਂ ਦੇਖੋ ਵੱਖ-ਵੱਖ ਏਜੰਸੀਆਂ ਜਾਂ ਭਾਰਤ ਦੀ ਸਰਕਾਰ ਉਹ ਕਹਿੰਦੇ ਕਿ ਜਾਂਚ ਹੋਣੀ ਚਾਹੀਦੀ ਆ। ਠੀਕ ਆ, ਮੈਂ ਕਹਿੰਦਾ ਵੀ ਉਹਨਾਂ ਦੀ ਡਿਊਟੀ ਆ, ਉਹਨਾਂ ਨੂੰ ਜਾਂਚ ਕਰਨੀ ਵੀ ਚਾਹੀਦੀ ਹੈ ਵੀ ਇੱਥੇ ਆ ਕੇ ਕੌਣ ਕੀ ਕਰ ਰਿਹਾ ਹੈਗਾ, ਇਹ ਉਹਨਾਂ ਦਾ ਕੰਮ ਹੈਗਾ ਆ। ਅਤੇ ਜਿਹੜੇ ਪੰਜਾਬ ਦੇ ਹੋਰ ਬਹੁਤ ਸਾਰੇ ਲੋਕ, ਕਈਆਂ ਨੂੰ ਇਹ ਲੱਗਦਾ, ਕਹਿੰਦੇ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਸਤੇ ਆ ਗਿਆ। ਮੈਂ ਤਾਂ ਅਕਸਰ ਇਹ ਗੱਲ ਕਹਿੰਦਾ ਹੈਗਾ ਇੱਕ ਪੱਤਰਕਾਰ ਹੋਣ ਦੇ ਨਾਤੇ ਵੀ ਮੈਨੂੰ ਤਾਂ ਕਿਤੇ ਪੰਜਾਬ ਦਾ ਮਾਹੌਲ ਜਾਂ ਤਾਂ ਹੋਵੇ ਨਾ ਕਿ ਮਾਹੌਲ ਠੀਕ ਹੈਗਾ ਆ, ਫਿਰ ਤਾਂ ਆਪਾਂ ਕਹੀਏ ਵੀ ਕੋਈ ਮਾਹੌਲ ਖ਼ਰਾਬ ਕਰਨ ਵਾਸਤੇ ਆ ਗਿਆ। ਮਾਹੌਲ ਤਾਂ ਪਹਿਲਾਂ ਹੀ ਖ਼ਰਾਬ ਆ। ਕਿੱਦਾਂ ਦੇਖਦੇ ਹੋ ਅੰਮ੍ਰਿਤਪਾਲ ਸਿੰਘ ਦੇ ਇੱਥੇ ਆਮਦ ਤੋਂ ਬਾਅਦ ਜਿਹੜੇ ਇੱਦਾਂ ਕਹਿੰਦੇ ਆ ਕਿ ਮਾਹੌਲ ਖ਼ਰਾਬ ਕਰਨ ਵਾਸਤੇ ਆ ਗਿਆ ਇਹ? ਦੇਖੋ, ਜਦੋਂ ਹਕੂਮਤਾਂ ਨੇ ਆਪਣਾ ਜ਼ਬਰ ਜ਼ੁਲਮ ਲੋਕਾਂ ਦੇ ਉੱਤੇ ਢਾਇਆ ਵਾ ਜਾਂ ਹੱਕ ਮਾਰੇ ਆ ਲੋਕਾਂ ਦੇ, ਉਦੋਂ ਸਿੱਖਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਕੌਮੀ ਯੋਧਾ ਵਾ ਉਹ ਨਿੱਤਰ ਕੇ ਸਾਹਮਣੇ ਆਉਂਦਾ ਰਿਹਾ, ਅਗਵਾਈ ਕਰਦਾ ਰਿਹਾ ਸਮੇਂ-ਸਮੇਂ 'ਤੇ। ਚਾਹੇ ਗੁਰੂ ਸਾਹਿਬਾਨਾਂ ਦੇ ਵੇਲੇ ਦੇਖ ਲਓ, ਚਾਹੇ ਹੁਣ ਦੇ ਟਾਈਮ 'ਤੇ ਦੇਖ ਲਓ, ਵੀ ਕੋਈ ਨਾ ਕੋਈ ਜਿਹੜਾ ਆਗੂ ਆ ਸਿੱਖ ਕੌਮ ਦਾ ਉਹ ਆਪਣੀ ਕੌਮ ਦੀ ਅਗਵਾਈ ਕਰਨ ਲਈ ਆ ਜਾਂਦਾ, ਜਿਹੜੇ ਹਕੂਮਤਾਂ ਦੇ ਜ਼ੁਲਮ ਆ, ਜ਼ਬਰ ਆ, ਉਹਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦਾ ਅਤੇ ਲੋਕਾਂ ਨੂੰ ਜਾਗਰੂਕ ਕਰਦਾ। ਇੱਕ ਨੈਗੇਟਿਵਿਟੀ ਜਿਹੜੀ ਸਰਕਾਰਾਂ ਦੁਆਰਾ ਫੈਲਾਈ ਗਈ ਸੀ, ਮੈਂ ਸਮਝਦਾ ਦੇਖੋ ਇਸ ਤੋਂ ਪਹਿਲਾਂ
ਇੱਕ ਨੈਰੇਟਿਵ ਸਿਰਜਿਆ ਗਿਆ ਜਦੋਂ 84 ਹੋਈ ਆ। 84 ਤੋਂ ਬਾਅਦ 95 ਤੱਕ ਜਿਹੜੇ ਸਿੱਖ ਯੋਧਿਆਂ ਨੇ ਆਪਣੇ ਤਲੀ ਦੇ ਉੱਤੇ ਸੀਸ ਰੱਖ ਕੇ ਆਪਣੀ ਕੌਮ ਦੇ ਲਈ ਲੜੇ ਆ, ਆਪਣੇ ਘਰ-ਬਾਰ ਜਿਹੜੇ ਕੌਮ ਦੇ ਉੱਤੇ, ਉਹ ਪੰਥ ਦੇ ਉੱਤੇ ਉਹ ਵਾਰ ਦਿੱਤੇ ਆ ਜਿਹੜੇ ਯੋਧਿਆਂ ਨੇ, ਉਹਨਾਂ ਨੂੰ 95 ਤੱਕ ਸਰਕਾਰ ਨੇ ਜ਼ੁਲਮ ਦੇ ਨਾਲ ਖ਼ਤਮ ਕਰ ਦਿੱਤਾ। ਫਿਰ ਉਸ ਤੋਂ ਬਾਅਦ ਇੱਕ ਨੈਰੇਟਿਵ ਇੱਦਾਂ ਦਾ ਸਿਰਜਿਆ, ਸਾਡੀ ਇੱਕ ਨੌਜਵਾਨ ਪੀੜ੍ਹੀ ਤਾਂ ਸਰਕਾਰ ਨੇ ਗੋਲੀ ਨਾਲ ਖ਼ਤਮ ਕਰ ਦਿੱਤੀ। ਫਿਰ ਉਸ ਤੋਂ ਬਾਅਦ ਇੱਕ ਨੈਰੇਟਿਵ ਸਿਰਜਿਆ, ਮੈਨੂੰ ਯਾਦ ਆ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਉਸ ਟਾਈਮ ਦੇ ਉੱਤੇ ਕੋਈ ਟਾਵਾਂ ਸਕੂਲ ਵਿੱਚ ਜਾਂ ਕਾਲਜਾਂ ਵਿੱਚ ਨੌਜਵਾਨ ਸਿੱਖ ਦੀਦਾ ਸੀ ਜਿਹੜਾ ਸਾਬਤ ਸੂਰਤ ਹੁੰਦਾ ਸੀਗਾ। ਪਰ ਹੁਣ ਦੇ ਟਾਈਮ ਦੇ ਉੱਤੇ ਦੇਖੋ ਜਿਹੜਾ ਨੈਰੇਟਿਵ ਤੋੜਿਆ, ਜਦੋਂ ਸੰਤ ਜਰਨੈਲ ਸਿੰਘ ਹੋਣਾ ਨੇ ਉੱਥੇ ਧਰਮ ਯੁੱਧ ਮੋਰਚਾ ਲਾਇਆ, ਪੰਜਾਬ ਦੇ ਹੱਕਾਂ ਦੀ ਗੱਲ ਸੀਗੀ, ਉਹਦੇ ਵਿੱਚ ਆਨੰਦਪੁਰ ਦੇ ਜਿਹੜੇ 18 ਮਤੇ ਸੀਗੇ, ਉਸ ਆਨੰਦਪੁਰ ਦੇ 17 ਮਤਿਆਂ ਦੇ ਵਿੱਚ 75% ਜਿਹੜੀਆਂ ਮੰਗਾਂ ਸੀ ਉਹ ਪੰਜਾਬ ਦੇ ਹੱਕਾਂ ਦੀਆਂ ਸੀ, ਜਿਹੜੀਆਂ 47 ਵੇਲੇ ਇਸ ਲੀਡਰਸ਼ਿਪ ਨੇ, ਨਹਿਰੂ ਹੋਣਾ ਨੇ, ਪਟੇਲ ਹੋਣਾ ਨੇ ਜਿਹੜੀ ਸਾਡੇ ਜਿਹੜਾ ਆਜ਼ਾਦ ਖਿੱਤਾ ਦੇਣ ਦੀ ਵਾਅਦੇ ਕੀਤੇ ਸੀ, ਲਿਖਤੀ ਵੀ ਕੀਤੇ ਸੀਗੇ ਔਰ ਉਹ ਜ਼ੁਬਾਨੀ ਵੀ ਕੀਤੇ ਸੀਗੇ, ਉਹ ਸਾਡੇ ਜਿਹੜੇ ਵਾਅਦੇ ਸੀ ਉਹ ਪੂਰੇ ਨਹੀਂ ਕੀਤੇ, ਸਾਨੂੰ ਆਜ਼ਾਦ ਖਿੱਤਾ ਨਹੀਂ ਦਿੱਤਾ ਜਿਸ 'ਚ ਆਪਣੇ ਹੱਕਾਂ ਦਾ ਨਿੱਘ ਮਾਣ ਸਕੀਏ ਆਪਾਂ। ਉਸ ਤੋਂ ਬਾਅਦ ਸੰਤਾਂ ਨੇ ਜਿਹੜਾ ਧਰਮ ਯੁੱਧ ਮੋਰਚਾ ਉੱਥੇ ਸ਼ੁਰੂ ਕੀਤਾ ਸੀਗਾ, ਉਸ ਨੂੰ ਜਦੋਂ ਦੇਖਿਆ ਵੀ ਕਿਸੇ ਪਾਸੋਂ ਹੀਲਾ ਨਹੀਂ ਬਣਿਆ, ਲੋਕ ਜਿਹੜੇ ਆ ਸੰਤਾਂ ਦੇ ਨਾਲ ਤੁਰ ਪਏ। ਉਹ ਬਿਲਕੁਲ ਇੱਕ ਜਾਬਤੇ ਵਿੱਚ ਸੀ, ਅਮਨਮਈ ਸੰਘਰਸ਼ ਸੀਗਾ। ਉਸ ਅਮਨਮਈ ਸੰਘਰਸ਼ ਨੂੰ ਖਰਾਬ ਕਰਨ ਦੇ ਲਈ ਜਦੋਂ ਸੰਤਾਂ ਨੂੰ ਬਦਨਾਮ ਕਰਨ ਦੀ ਗੱਲ ਕੀਤੀ ਗਈ ਤਾਂ ਜਦੋਂ ਫੌਜਾਂ ਉੱਥੇ ਚਾੜੀਆਂ ਗਈਆਂ, ਉਹ ਇੱਕ ਇੱਦਾਂ ਨੈਰੇਟਿਵ ਸਿਰਜਿਆ ਗਿਆ ਪੂਰੀ ਦੁਨੀਆ ਵਿੱਚ ਵੀ ਜਿਹੜੇ ਸਿੱਖ ਵਾ ਉਹ ਵਾਇਲੈਂਸ ਕਰਦੇ ਆ, ਉਹ ਅਖੰਡਤਾ ਦੇ ਲਈ ਖਤਰਾ, ਜਦ ਕਿ ਆਪਣੇ ਹੱਕਾਂ ਦੀ ਗੱਲ ਕਰਨੀ ਤਾਂ ਹਰ ਕੌਮ ਦਾ ਰਾਈਟ ਵਾ। ਉਸ ਤੋਂ ਬਾਅਦ ਸੰਤਾਂ ਤੋਂ ਬਾਅਦ ਜਦੋਂ ਲਗਾਤਾਰ ਮੂਵਮੈਂਟ ਚੱਲੀ ਆ 95 ਤੱਕ, ਉਸ ਤੋਂ ਬਾਅਦ ਇੱਕ ਨੈਰੇਟਿਵ ਜਿਹੜਾ ਸਿਰਜਿਆ ਗਿਆ ਨੌਜਵਾਨਾਂ ਦੇ ਮਨਾਂ ਵਿੱਚ ਵੀ ਜਿਹੜਾ ਸਿੱਖੀ ਵੱਲ ਨੂੰ ਨੌਜਵਾਨ ਨਾ ਜਾਣ, ਹੋਰ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਅਖਾੜੇ ਲਾਣੇ ਸ਼ੁਰੂ ਕੀਤੇ ਗਏ ਸਰਕਾਰ ਦੀ ਸਪੋਰਟ ਦੇ ਨਾਲ। ਜਿਹੜੀ ਫੈਡਰੇਸ਼ਨ ਸੀ ਸਿੱਖ ਸਟੂਡੈਂਟ ਫੈਡਰੇਸ਼ਨ, ਉਹ ਖਤਮ ਹੋਈ ਉਸ ਟਾਈਮ 'ਤੇ। ਉਸ ਤੋਂ ਬਾਅਦ ਇੱਕ ਖਲਾਅ ਪੈਦਾ ਹੋਇਆ। ਉਸ ਤੋਂ ਬਾਅਦ ਇਹ ਨਹੀਂ ਗੱਲ ਸੀ ਵੀ ਜਿਹੜੀਆਂ ਸੁਹਿਰਦ ਧਿਰਾਂ ਸੀਗੀਆਂ, ਜਿਹੜੇ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਖਰੇ ਖਤਮ ਹੋ ਗਏ ਸੀਗੇ, ਉਹ ਲਗਾਤਾਰ ਜਿਹੜੀ ਲੜਾਈ ਚੱਲਦੀ ਆ ਰਹੀ ਸੀ ਕੌਮ ਦੀ, ਲਗਾਤਾਰ, ਚਾਹੇ ਉਹ ਗੁਪਤ ਰੂਪ ਵਿੱਚ ਚੱਲ ਰਹੀ ਸੀ ਚਾਹੇ ਪ੍ਰਗਟ ਰੂਪ ਵਿੱਚ ਚੱਲ ਰਹੀ ਸੀ, ਪਰ ਉਹ ਲੜਾਈ ਕਿਤੇ ਨਾ ਕਿਤੇ ਚੱਲਦੀ ਸੀ, ਕਿਉਂਕਿ ਇਹ ਵਿਚਾਰਧਾਰਕ ਲੜਾਈ ਆ, ਕਿਸੇ ਦੇ ਖਿਲਾਫ ਲੜਾਈ ਨਹੀਂ, ਉਹ ਆਪਣੇ ਹੱਕਾਂ ਦੀ ਲੜਾਈ ਆ। ਉਹ ਲੜਾਈ ਚੱਲਦੀ ਸੀਗੀ, ਪਰ ਉਸ ਲੜਾਈ ਨੂੰ ਬਲ ਉਦੋਂ ਮਿਲਿਆ ਜਦੋਂ ਇਹ ਜਿਹੜਾ ਨੈਰੇਟਿਵ ਸਰਕਾਰ ਨੇ ਸਿਰਜਿਆ ਸੀ ਹਕੂਮਤਾਂ ਨੇ ਸਿੱਖਾਂ ਦੇ ਖਿਲਾਫ, ਉਹ ਟੁੱਟ ਗਿਆ। ਕਿਉਂਕਿ ਜਿਹੜੇ ਇੱਥੋਂ ਨੌਜਵਾਨ ਉਸ ਸਮੇਂ ਬਾਹਰ ਚਲ ਗਏ ਵਿਦੇਸ਼ਾਂ ਵਿੱਚ, ਉਹ ਵਿਦੇਸ਼ਾਂ ਵਿੱਚ ਨੌਜਵਾਨ ਜਿਹੜੇ ਉਹ ਭੁੱਲੇ ਨਹੀਂ, ਜਿਹੜਾ ਅਸੀਂ ਜ਼ੁਲਮ ਸਹਿ ਕੇ ਪੰਜਾਬ ਤੋਂ ਆਏ ਆ ਉਹ ਭੁੱਲੇ ਨਹੀਂ। ਉਹਨਾਂ ਨੇ ਜਾ ਕੇ ਆਪਣੀ ਕੌਮ ਨੂੰ ਵੀ ਮਜ਼ਬੂਤ ਕੀਤਾ, ਉੱਥੇ ਐਜੂਕੇਸ਼ਨ ਦੇ ਵਿੱਚ ਵੀ, ਚਾਹੇ ਉੱਥੇ ਦੀ ਜਿਹੜੀ ਆਪਣੇ ਜਿਹੜਾ ਉਹਨਾਂ ਦਾ ਆਪਣੇ ਕਾਨੂੰਨ ਦੀ ਗੱਲ ਕਰੀਏ, ਕਾਨੂੰਨ ਪੜ੍ਹੇ ਉਹਨਾਂ ਨੇ ਔਰ ਉੱਥੇ ਵੱਡੀਆਂ ਜਿਹੜੇ ਅਹੁਦੇ ਹਾਸਲ ਕੀਤੇ ਉਹਨਾਂ ਨੇ। ਉਹਨਾਂ ਅਹੁਦਿਆਂ 'ਤੇ ਬੈਠ ਕੇ ਸਭ ਤੋਂ ਵੱਡੀ ਗੱਲ ਹੁੰਦੀ ਆ ਆਪਣਾ ਪਿਛੋਕੜ ਨਹੀਂ ਭੁੱਲੇ। ਉਹ ਉੱਥੇ ਜਦੋਂ ਉਹਨਾਂ ਨੇ ਇੰਟਰਨੈਸ਼ਨਲ ਲੈਵਲ 'ਤੇ ਆਪਣੀ ਆਵਾਜ਼ ਬੁਲੰਦ ਕੀਤੀ, ਅੱਜ ਤੁਸੀਂ ਦੇਖੋ ਹਰੇਕ ਦੇਸ਼ ਦੇ ਵਿੱਚ ਜਿਹੜੇ ਉੱਥੇ ਦੇ ਮੰਤਰੀ ਹੈਗੇ ਆ, ਉਹਨਾਂ ਦੀ ਪਾਰਲੀਮੈਂਟ ਹੈਗੀ ਆ, ਉੱਥੇ ਵੀ ਇਹ ਸਿੱਖ ਨਸਲਕੁਸ਼ੀ ਦੀ ਜਿਹੜੀ ਆਵਾਜ਼ ਉੱਥੇ ਦੇ ਜਿਹੜੇ ਮੰਤਰੀ ਆ ਉਹ ਬੁਲੰਦ ਕਰ ਰਹੇ ਆ। ਇਹਦਾ ਮਤਲਬ ਜਿਹੜੀ ਗੱਲ ਇੱਕ ਨੈਰੇਟਿਵ ਸਿਰਜਿਆ ਸੀ ਵੀ ਸਿੱਖ ਵਾਇਲੈਂਸ ਕਰਦੇ ਆ, ਇੱਕ ਮਤਲਬ ਗਲਤ ਦਿਸ਼ਾ ਨੂੰ ਜਾ ਰਹੇ ਆ। ਪਰ ਅੱਜ ਦੁਨੀਆ ਦੇ ਵਿੱਚ ਹਰੇਕ ਮੁਲਕ ਦੇ ਵਿੱਚ ਸਿੱਖ ਬੈਠ ਕੇ ਆਪਣੇ ਹੱਕਾਂ ਦੀ ਗੱਲ ਜਿਹੜੀ ਆਵਾਜ਼ ਬੁਲੰਦ ਕਰਦੇ, ਇਹਦਾ ਮਤਲਬ ਇਹ ਆ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀ ਸਿੱਖ ਮੂਵਮੈਂਟ ਸੀ, ਆਪਣੇ ਹੱਕਾਂ ਦੀ ਗੱਲ ਜਿਹੜੇ ਕਰਦੇ ਲੋਕ ਸੀਗੇ, ਉਹਨਾਂ ਨੂੰ ਸਪੋਰਟ ਮਿਲਣ ਲੱਗ ਪਈ ਇੰਟਰਨੈਸ਼ਨਲ ਲੈਵਲ ਦੇ ਉੱਤੇ। ਅਤੇ ਇਸ ਕਰਕੇ ਜਿਹੜੇ ਇਹ ਨੈਰੇਟਿਵ ਸੀ, ਇਹ ਦੀਪ ਸਿੱਧੂ ਹੋਣੇ ਜਦੋਂ ਆਏ ਆ, ਉਹਨਾਂ ਨੇ ਇੱਕ ਵੱਡੀ ਪੱਧਰ ਦੇ ਉੱਤੇ ਦੀਪ ਸਿੱਧੂ ਹੋਣਾ ਨੇ ਵੱਡੀ ਪੱਧਰ 'ਤੇ ਨੌਜਵਾਨਾਂ ਦੇ ਅੰਦਰ ਜਿਹੜੀ ਨੈਗੇਟਿਵਿਟੀ ਸੀ ਉਹ ਚੱਕੀ। ਜਿਹੜੀਆਂ ਦੇਖੋ ਇੱਦਾਂ ਹੁੰਦੀ ਗੱਲ, ਕੌਮ ਨੂੰ ਸਮੇਂ-ਸਮੇਂ 'ਤੇ ਲੀਡਰ ਮਿਲਦੇ ਰਹੇ ਆ, ਪਰ ਇੱਕ ਨੌਜਵਾਨ ਜਿਹੜਾ ਵਰਗ ਵਾ ਉਹ ਕਿਸੇ ਵੀ ਕੌਮ ਦੀ ਰੀੜ੍ਹ ਦੀ ਹੱਡੀ ਹੁੰਦੀ ਆ। ਜਿਹੜਾ ਸਾਡਾ ਨੌਜਵਾਨ ਵਰਗ ਸੀਗਾ, ਇੱਕ ਤਾਂ ਗੋਲੀ ਨਾਲ ਸਰਕਾਰ ਨੇ ਇੱਕ ਪੀੜ੍ਹੀ ਖਤਮ ਕਰ ਦਿੱਤੀ, ਇੱਕ ਜਿਹੜੀ ਪੀੜ੍ਹੀ ਆ ਸਾਡੀ 4 ਤੋਂ 5 ਲੱਖ ਦੇ ਕਰੀਬ, ਉਸ ਤੋਂ ਵੱਧ ਹੀ ਹੋ ਸਕਦੇ ਆ, ਜਿਹੜੇ ਨੌਜਵਾਨ ਆ ਪੰਜਾਬ ਦੇ, ਉਹ ਨਸ਼ੇ ਦੇ ਨਾਲ ਮਾਰੇ ਗਏ, ਟੀਕੇ ਲਾ ਕੇ ਮਾਰੇ ਗਏ। ਚਿੱਟੇ ਦਾ ਦੌਰ ਚੱਲਿਆ, ਪਹਿਲਾਂ ਤਾਂ ਸ਼ਰਾਬ ਦਾ ਦੌਰ ਚੱਲਿਆ, ਉਸ ਤੋਂ ਬਾਅਦ ਚਿੱਟੇ ਦਾ ਦੌਰ ਚੱਲਿਆ, ਔਰ ਇੰਨਾ ਘਾਤਕ ਇਹ ਹਾਲਾਤ ਚੱਲ ਰਹੇ ਸੀ। ਇਹਨਾਂ ਹਾਲਾਤਾਂ ਵਿੱਚ ਜਦੋਂ ਦੀਪ ਸਿੱਧੂ ਬਾਈ ਆਏ ਆ, ਦੀਪ ਸਿੱਧੂ ਹੁਣਾਂ ਨੇ ਆ ਕੇ ਜਦੋਂ ਕਿਉਂਕਿ ਉਹ ਦੇਖੋ ਵਕਾਲਤ ਉਹਨਾਂ ਨੇ ਵਿਦੇਸ਼ ਤੋਂ ਕੀਤੀ ਸੀਗੀ ਔਰ ਸਟੱਡੀ ਵੀ ਇੰਟਰਨੈਸ਼ਨਲ ਕਾਨੂੰਨਾਂ ਦੇ ਮਾਹਰ ਵੀ ਸੀਗੇ ਉਹ, ਔਰ ਐਜੂਕੇਟਡ ਵੀ ਸੀਗੇ। ਕਿਉਂਕਿ ਦੇਖੋ ਜੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਦੋਂ ਉਹ ਜਾ ਕੇ ਆਪਣੀ ਗੱਲ ਕਰਦੇ ਸੀਗੇ ਤਾਂ ਜਿਹੜਾ ਪੜ੍ਹਿਆ ਲਿਖਿਆ ਵਰਗ ਸੀਗਾ ਉਹ ਲਗਾਤਾਰ ਦੀਪ ਸਿੱਧੂ ਹੁਣਾਂ ਦੀ ਜਿਹੜੀ ਸ਼ਖਸੀਅਤ ਸੀ ਉਹਨਾਂ ਵੱਲ ਨੂੰ ਖਿੱਚਿਆ ਚਲੇ ਗਿਆ।
ਨੌਜਵਾਨ ਪੂਰੇ ਮੈਂ ਦੇਖਿਆ ਪ੍ਰਭਾਵਿਤ ਹੁੰਦੇ ਸੀ, ਜਿੱਦਾਂ ਇੱਕ ਐਵੇਂ ਲੱਗਦਾ ਹੁੰਦਾ ਸੀਗਾ ਦੀਪ ਸਿੱਧੂ ਜਦੋਂ ਕਿਤੇ ਬਹਿੰਦਾ ਹੈਗਾ ਤੇ ਜਿੱਦਾਂ ਚੁੰਬਕ ਖਿੱਚਦਾ ਲੋਹੇ ਨੂੰ, ਐਵੇਂ ਲੱਗਦਾ ਹੁੰਦਾ ਸੀਗਾ। ਦੇਖੋ ਇਹ ਇਦਾਂ ਹੁੰਦੀ ਗੱਲ, ਜਿਹੜਾ ਐਜੂਕੇਟਡ ਕੋਈ ਵੀ ਬੰਦਾ ਹੁੰਦਾ ਨਾ, ਉਹ ਜਿਹੜੀ ਗੱਲ ਤਰਕਾਂ ਦੀ ਦਲੀਲਾਂ ਦੀ, ਇੱਕ ਮਾਡਰਨ ਐਜੂਕੇਸ਼ਨ ਦੀ ਆਪਾਂ ਗੱਲ ਕਰੀਏ, ਤਰਕਾਂ ਦੀ ਦਲੀਲਾਂ ਦੀ ਗੱਲ ਜਿਹੜੇ ਨੌਜਵਾਨ ਜ਼ਿਆਦਾ ਸਮਝਦੇ ਆ, ਉਹਨਾਂ ਨੂੰ ਜੇ ਆਪਾਂ ਜਜ਼ਬਾਤੀ ਤੌਰ 'ਤੇ ਜਾਂ ਕਿਉਂਕਿ ਇੱਕ ਨੈਰੇਟਿਵ ਸਿਰਜਿਆ ਗਿਆ ਧਰਮ ਤੋਂ ਦੂਰ ਹੋਣ ਲਈ ਨੌਜਵਾਨਾਂ ਨੂੰ। ਜਦੋਂ ਕੋਈ ਧਾਰਮਿਕ ਮਨੁੱਖ ਗੱਲ ਕਰਦਾ ਸੀ ਜਾਂ ਹੋਰ ਕਰਦਾ ਸੀ, ਨੌਜਵਾਨ, ਕਿਉਂਕਿ ਦੇਖੋ ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਦੇਖੋ ਨੌਜਵਾਨ ਜਿਹੜੇ ਪੜ੍ਹੇ ਲਿਖੇ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਹੈਗੇ, ਜਿਹੜਾ ਸਟੇਟ ਦਾ ਨੈਰੇਟਿਵ ਸੀਗਾ ਉਹਦੇ ਅਨੁਸਾਰ ਹੀ ਉਹ ਕੰਮ ਕਰਦੇ ਰਹੇ, ਭੁੱਲਣ ਭਾਣੇ ਜਿੱਦਾਂ ਭਟਕਿਓ ਸੀਗੇ। ਪਰ ਜਦੋਂ ਦੀਪ ਸਿੱਧੂ ਆਇਆ, ਇਹਨੇ ਜਦੋਂ ਇੰਟਰਨੈਸ਼ਨਲ ਲਾਅ ਦੀ ਗੱਲ ਕੀਤੀ ਔਰ ਐਜੂਕੇਸ਼ਨ ਨੂੰ ਮੋਹਰੇ ਰੱਖ ਕੇ ਇਹਨੇ ਜਦੋਂ ਸਿੱਖ ਜਿਹੜੇ ਸਿੱਖ ਸਿਧਾਂਤ ਵਾ, ਸਿੱਖੀ ਸਿਧਾਂਤਾਂ ਨੂੰ, ਰੂਹਾਨੀਅਤ ਨੂੰ ਤੇ ਜਿਹੜਾ ਮਾਡਰਨ ਸਿਸਟਮ ਆ ਇਹਨੂੰ ਜੋੜ ਕੇ ਜਦੋਂ ਸਿੱਖੀ ਦੀ ਵਿਆਖਿਆ ਕੀਤੀ, ਤਾਂ ਜਿਹੜੇ ਨੌਜਵਾਨ ਸੀ ਉਹ ਲਗਾਤਾਰ ਬਾਈ ਦੀਪ ਸਿੱਧੂ ਦੇ ਨਾਲ ਜੁੜਨ ਲੱਗ ਪਏ ਔਰ ਉਹਨਾਂ ਨੂੰ ਪਤਾ ਲੱਗਾ ਵੀ ਜਿਹੜਾ ਨੈਰੇਟਿਵ ਸਰਕਾਰ ਨੇ ਸਿਰਜਿਆ ਸੀ ਇਹ ਤਾਂ ਬਿਲਕੁਲ ਝੂਠਾ ਸੀ। ਉਹਦੇ ਨਾਲ ਕੀ ਹੋਇਆ, ਭਾਈ ਦੀਪ ਸਿੱਧੂ ਹੋਣਾ ਨੇ ਇੱਕ ਨੈਗੇਟਿਵਿਟੀ ਚੱਕੀ, ਉਹਨਾਂ ਨੇ ਜਿਹੜੀ ਵਿਆਖਿਆ ਸਰਕਾਰਾਂ ਨੇ ਕੀਤੀ ਸੀ ਸਿੱਖਾਂ ਦੀ ਵੀ ਸਿੱਖ ਵਾਇਲੈਂਸ ਕਰਦੇ ਆ, ਇਹ ਜਰਾਇਮ ਪੇਸ਼ਾ ਕੌਮ ਆ, ਇਹਨਾਂ ਨੇ ਮਤਲਬ ਉਸ ਟਾਈਮ ਵੀ ਇਹ ਅਖੰਡਤਾ ਦੇ ਲਈ ਖਤਰਾ ਸੀ, ਭਾਈ ਦੀਪ ਸਿੱਧੂ ਹੋਣਾ ਨੇ ਉਹ ਚੀਜ਼ਾਂ ਸਪਸ਼ਟ ਕੀਤੀਆਂ। ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ, ਹੁਣ ਨਵੰਬਰ ਦਾ ਮਹੀਨਾ ਚੱਲਦਾ, ਉਹਨਾਂ ਨੇ ਕਿਹਾ ਇਹ ਗੱਲ ਬਾਰ-ਬਾਰ ਕਹੀ ਜਾਂਦੀ ਆ ਵੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਨਸਲਕੁਸ਼ੀ ਹੋਈ, ਜੇ ਇੱਕ ਪ੍ਰਧਾਨ ਮੰਤਰੀ ਦੇ ਮਰਨ ਤੋਂ ਬਾਅਦ ਸਿੱਖਾਂ ਦੀ ਜਿਹੜੀ ਨਸਲਕੁਸ਼ੀ ਹੋਈ, ਫਿਰ ਜਦੋਂ ਨੱਥੂ ਰਾਮ ਗੋਡਸੇ ਮਰਿਆ ਸੀ ਉਦੋਂ ਨਸਲਕੁਸ਼ੀ ਕਿਉਂ ਨਹੀਂ ਹੋਈ, ਜਦੋਂ ਰਾਜੀਵ ਗਾਂਧੀ ਦਾ ਕਤਲ ਹੋਇਆ ਉਦੋਂ ਨਸਲਕੁਸ਼ੀ ਕਿਉਂ ਹੋਈ, ਉਦੋਂ ਨਸਲਕੁਸ਼ੀ ਕਿਉਂ ਨਹੀਂ ਹੋਈ, ਤੇ ਸਿੱਖਾਂ ਦੇ ਨਾਲ ਨਸਲਕੁਸ਼ੀ ਕਿਉਂ ਹੋਈ। ਔਰ ਇੱਕ ਗੱਲ ਹੈਰਾਨੀ ਵਾਲੀ ਆ, 31 ਅਕਤੂਬਰ ਨੂੰ ਇੰਦਰਾ ਗਾਂਧੀ ਦਾ ਕਤਲ ਹੁੰਦਾ ਤੇ ਤੜਕਸਾਰ ਕਤਲੇਆਮ ਕਿੱਦਾਂ ਸ਼ੁਰੂ ਹੋ ਜਾਂਦਾ, ਸੋਚਣ ਵਾਲੀ ਗੱਲ ਆ। ਔਰ ਉਹਨਾਂ ਦੇ ਕੋਲ ਜਿਹੜੇ ਉੱਥੇ ਦਿੱਲੀ ਦੇ ਵਿੱਚ ਗੁੰਡੇ ਸੀਗੇ, ਜਿਹੜੀਆਂ ਦੂਜੀਆਂ ਸਟੇਟਾਂ 'ਚ ਗੁੰਡੇ ਸੀਗੇ, ਉਹਨਾਂ ਦੇ ਕੋਲ ਵਾਈਟ ਪਾਊਡਰ, ਲੁੱਕ, ਪੈਟਰੋਲ ਬੰਬ ਜਾਂ ਇਹੋ ਜਿਹੀਆਂ ਚੀਜ਼ਾਂ ਕਿਹਨਾਂ ਨੇ ਅਵੇਲੇਬਲ ਕਰਾਈਆਂ ਸੀ, ਇਹ ਜਿਹੜਾ ਇਹ ਜਾਂਚ ਦਾ ਵਿਸ਼ਾ। ਪਰ ਜਾਂਚ ਕੌਣ ਕਰੂਗਾ, ਉਹਨਾਂ ਨੇ ਤਾਂ ਕਤਲੇਆਮ ਕਰਾਇਆ ਸੀ, ਉਹ ਜਾਂਚ ਕਦੀ ਵੀ ਨਹੀਂ ਕਰ ਸਕਦੇ। ਨਾਲੇ ਉਹਨਾਂ ਹਕੂਮਤਾਂ ਤੋਂ ਇਨਸਾਫ ਦੀ ਆਸ ਨਹੀਂ ਰੱਖ ਸਕਦੇ ਜਿਹੜੀ ਹਕੂਮਤ ਨੇ ਖੁਦ ਨਸਲਕੁਸ਼ੀ ਕਰਾਈ ਹੋਵੇ। ਸੋ ਮੇਰੇ ਕਹਿਣ ਦਾ ਮਤਲਬ ਜਿਹੜੀ ਇਹ ਨੈਰੇਟਿਵ ਸਰਕਾਰ ਨੇ ਸਿਰਜਿਆ ਸੀ ਉਹਨੂੰ ਬਿਲਕੁਲ ਦੀਪ ਸਿੱਧੂ ਹੋਣਾ ਨੇ ਤੋੜਿਆ। ਉਸ ਤੋਂ ਬਾਅਦ ਜਦੋਂ ਇਹ ਭਾਈ ਅੰਮ੍ਰਿਤਪਾਲ ਸਿੰਘ ਹੁਣੇ ਆਏ ਆ, ਕਈ ਲੋਕ ਕਹਿੰਦੇ ਜਿਹੜੇ ਅਸੀਂ ਤਾਂ ਜਦੋਂ ਫੇਸਬੁੱਕ ਦੇ ਜ਼ਰੀਏ ਵੀ ਜਾਂ ਹੋਰ ਸਾਧਨਾਂ ਦੇ ਜ਼ਰੀਏ ਸਾਨੂੰ ਇਹ ਪਤਾ ਸੀਗਾ ਵੀ ਭਾਈ ਅੰਮ੍ਰਿਤਪਾਲ ਸਿੰਘ ਹੁਣੇ ਕਿੰਨੀ ਮਤਲਬ ਸੋਚ ਜਿਹੜੀ ਗੰਭੀਰ ਰੱਖਦੇ ਆ, ਕਿੰਨੀ ਡੀਪਲੀ ਸਿੱਖ ਇਤਿਹਾਸ ਨੂੰ ਪੜ੍ਹੇ ਹੋ ਆ ਔਰ ਕਾਨੂੰਨ ਦੇ ਕਿੰਨੀ ਨੌਲੇਜ ਰੱਖਦੇ ਆ, ਸਾਨੂੰ ਇਸ ਗੱਲ ਦਾ ਪਤਾ ਸੀਗਾ। ਪਰ ਜਿਹੜੇ ਨਵੇਂ ਲੋਕ ਜਦੋਂ ਦੇਖਦੇ ਭਾਈ ਅੰਮ੍ਰਿਤਪਾਲ ਸਿੰਘ ਨੂੰ, ਉਹਨਾਂ ਨੂੰ ਲੱਗਦਾ ਵੀ ਖਰੇ ਆ 2 ਮਹੀਨੇ ਤੋਂ ਆ ਕੇ ਵੀ ਇੱਕਦਮ ਇੰਨਾ ਮਤਲਬ ਜਿਹੜੀ ਲੋਕਾਂ ਦੀ ਹਮਾਇਤ ਕਿੱਦਾਂ ਮਿਲ ਗਈ, ਸਿੱਖ ਨੌਜਵਾਨ ਕਿੱਦਾਂ ਨਾਲ ਜੁੜਨੇ ਸ਼ੁਰੂ ਹੋ ਗਏ। ਪਰ ਜੇ ਤੁਸੀਂ ਉਹਨਾਂ ਦੀਆਂ ਪੁਰਾਣੀਆਂ ਵੀਡੀਓਜ਼ ਦੇਖੋ, ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਸਟੇਟਸ ਵਾ ਉਹ ਚੈੱਕ ਕਰੋ, ਉਹਨਾਂ ਦੀਆਂ ਲਿਖਤਾਂ ਪੜ੍ਹੋ, ਆਰਟੀਕਲ ਜਿਹੜੇ ਅੱਜ ਤੋਂ 4-4 ਸਾਲ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਨੇ ਲਿਖੇ ਹੋ ਆ। ਔਰ ਜਦੋਂ ਉਹ ਸਿੱਖੀ ਸਰੂਪ ਵਿੱਚ ਨਹੀਂ ਸੀਗੇ ਉਸ ਟਾਈਮ 'ਤੇ ਵੀ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਦੀ ਜੇ ਤੁਸੀਂ ਨੌਲੇਜ ਦੇਖੋਗੇ ਤਾਂ ਬਾਕਮਾਲ ਨੌਲੇਜ ਸੀ। ਦੇਖੋ ਨੌਲੇਜ ਬਹੁਤ ਜਣਿਆਂ ਨੂੰ ਹੁੰਦੀ ਹੈ, ਗਿਆਨ ਬਹੁਤ ਜਣਿਆਂ ਨੂੰ ਹੁੰਦਾ, ਪਰ ਉਸ ਨੂੰ ਸਹੀ ਦਿਸ਼ਾ ਦੇਣੀ ਇਹ ਕੁਦਰਤੀ ਹੁੰਦਾ, ਇਹ ਕੁਦਰਤੀ ਇੱਕ ਤਾਕਤ ਹੁੰਦੀ ਹੈ ਜਿਹੜੀ ਤੁਹਾਨੂੰ ਲੋਕ ਤੁਹਾਡੇ ਵੱਲ ਨੂੰ ਖਿੱਚੇ ਚਲੇ ਜਾਂਦੇ ਆ। ਜਦੋਂ ਅੰਮ੍ਰਿਤਪਾਲ ਸਿੰਘ ਹੋਣਾ ਨੇ ਉਸ ਚੀਜ਼ ਦੀ ਵਿਆਖਿਆ ਇੱਥੇ ਆ ਕੇ ਕੀਤੀ ਆ, ਕਿਉਂਕਿ ਇੱਥੇ ਲੋਕ ਅਣਜਾਣ ਸੀ ਭਾਈ ਅੰਮ੍ਰਿਤਪਾਲ ਸਿੰਘ ਤੋਂ, ਜਿਹੜੇ ਸੁਹਿਰਦ ਸਿੱਖ ਆਗੂ ਸੀ ਜਾਂ ਉੱਧਰਲੇ ਸਿੱਖ ਜਥੇਬੰਦੀਆਂ ਸੀ ਉਹ ਸਮਝਦੇ ਸੀ, ਪਰ ਭਾਈ ਅੰਮ੍ਰਿਤਪਾਲ ਸਿੰਘ ਪੂਰੀ ਨੌਲੇਜ ਲੈ ਕੇ, ਪੂਰੀ ਸਮਝ ਲੈ ਕੇ ਔਰ ਅੰਦਰ ਇੱਕ ਪਿਆਰ ਆ ਸਿੱਖੀ ਦੇ ਲਈ ਔਰ ਇੱਕ ਦਰਦ ਵਾ ਜਿਹੜੇ ਪੰਜਾਬ 'ਚ ਹਾਲਾਤ ਬਣੇ ਹੋ ਆ। ਤੇ ਜਦੋਂ ਇੱਥੇ ਆ ਕੇ ਉਹਨਾਂ ਨੇ ਆਪਣੀ ਵਿਆਖਿਆ ਕੀਤੀ ਆ ਤੇ ਉਹ ਕੁਦਰਤੀ ਸੀ, ਜਦੋਂ ਸਾਰੀਆਂ ਚੀਜ਼ਾਂ ਦਾ ਸੁਮੇਲ ਹੋਣਾ ਤੇ ਸਾਰੀ ਜਿਹੜੀ ਸਿੱਖ ਕੌਮ ਸੀ ਇੱਕਦਮ ਭਾਈ ਅੰਮ੍ਰਿਤਪਾਲ ਸਿੰਘ ਵੱਲ ਨੂੰ ਝੁਕਾਅ ਹੋ ਗਿਆ। ਤੇ ਜਿਹੜੀਆਂ ਇੱਥੇ ਸਥਾਪਿਤ ਧਿਰਾਂ ਵੀ ਸੀ, ਜਿਹੜੀਆਂ ਹੁਣ ਤੱਕ ਸੰਘਰਸ਼ ਕਰ ਰਹੀਆਂ ਸਿੱਖ ਹੱਕਾਂ ਦੇ ਲਈ, ਪੰਜਾਬ ਦੇ ਹੱਕਾਂ ਦੇ ਲਈ, ਉਹ ਵੀ 20-30 ਸਾਲ ਤੋਂ ਸੰਘਰਸ਼ ਕਰ ਰਹੀਆਂ ਸੀ, ਪਰ ਉਸ ਤਰ੍ਹਾਂ ਦੀ ਇੱਕ ਹਮਾਇਤ ਨਹੀਂ ਮਿਲ ਰਹੀ ਸੀਗੀ। ਪਰ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨਵਾਂ ਚਿਹਰਾ ਆਇਆ ਤੇ ਇੱਕਦਮ ਲੋਕਾਂ ਦੀ ਜਦੋਂ ਹਮਾਇਤ ਮਿਲ ਗਈ ਸਿੱਖ ਕੌਮ ਦੀ, ਤੇ ਜਿਹੜੀਆਂ ਸਥਾਪਿਤ ਧਿਰਾਂ ਸੀ ਉਹਨਾਂ ਨੂੰ ਵੀ ਕਈਆਂ ਨੂੰ ਇੱਦਾਂ ਲੱਗਾ ਹੋਊਗਾ ਵੀ ਇਹ ਤਾਂ ਨਵਾਂ ਹੀ ਆ ਕੇ ਬਿਠਾਇਆ ਤੇ ਇੱਕਦਮ ਹਮਾਇਤ ਮਿਲ ਗਈ। ਪਰ ਇਹ ਇੱਕ ਕੁਦਰਤੀ ਵਰਤਾਰੇ ਹੁੰਦੇ ਆ। ਕਈ ਇਸ ਗੱਲ 'ਤੇ ਟੀਚਰਾਂ ਵੀ ਕਰਦੇ ਜਿਹੜੇ ਬਹੁਤ ਮਤਲਬ ਆਪਣੇ ਆਪ ਨੂੰ ਐਜੂਕੇਟਡ ਸਮਝਦੇ ਆ ਵੀ ਵਰਤਾਰੇ ਕਲਾ ਕੁਛ ਨਹੀਂ ਹੁੰਦਾ। ਇਹ ਕਹਿੰਦੇ ਆ ਕਲਾ ਦਾ ਮਤਲਬ ਕੋਈ ਸ਼ਕਤੀ ਜਾਂ ਕੋਈ ਕਰਾਮਾਤ ਨਹੀਂ ਹੁੰਦੀ। ਜੇ ਕਲਾ ਦੀ ਗੱਲ ਕਰੀਏ, ਕਲਾ ਉਹ ਚੀਜ਼ ਹੁੰਦੀ ਹੈ ਜਿਹੜੀ ਅਚਨਚੇਤ ਕੋਈ ਘਟਨਾ ਵਾਪਰਦੀ ਆ, ਅਚਨਚੇਤ ਕੋਈ ਇੱਦਾਂ ਦੀ ਗੱਲ ਹੁੰਦੀ ਆ ਤੇ ਬੰਦਾ ਸਮਝਦਾ ਵੀ ਇਹ ਕਿੱਦਾਂ ਹੋ ਗਿਆ।
ਉਹ ਕਲਾ ਹੁੰਦੀ ਜਦੋਂ ਮਨੁੱਖੀ ਦਿਮਾਗ ਦੀ ਪਕੜ ਤੋਂ ਕੋਈ ਚੀਜ਼ ਅਲੱਗ ਹੁੰਦੀ ਨਾ, ਉਹਨੂੰ ਕਲਾ ਕਹਿੰਦੇ ਆ। ਮੈਨੂੰ ਲੱਗਦਾ ਸ਼ਾਇਦ ਤੁਸੀਂ ਇਦਾਂ ਦੀ ਗੱਲ ਕਰਨੀ ਚਾਹੁੰਦੇ ਹੋ, ਕਿਉਂਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਇੱਕ ਤੇ ਉਹ ਚਮਤਕਾਰਾਂ ਦੀ ਗੱਲ ਕਰਦੇ ਆ ਇਦਾਂ ਪਈ ਫਾਇਰ, ਵੀ ਇਹ ਉਹ ਚਮਤਕਾਰ ਨਹੀਂ ਹੈਗਾ, ਇਹ ਉਹ ਕਲਾ ਨਹੀਂ ਹੈਗੀ, ਇਹ ਉਹ ਕਲਾ ਆ ਜਿਹੜੀ ਵਾਹਿਗੁਰੂ ਦੇ ਭਾਣੇ ਵਿੱਚ ਆਪਣੇ ਆਪ ਵਾਪਰਦੀ ਆ। ਦੇਖੋ ਬਹੁਤ ਗੱਲ ਹੁੰਦੀ ਆ ਚਮਤਕਾਰ ਦੀ, ਕਲਾ ਦੀ, ਇੱਕ ਕਿਰਪਾ ਦੀ ਗੱਲ ਆਪਾਂ ਕਰਦੇ ਆ, ਬਾਰ-ਬਾਰ ਹੁੰਦੀ ਨਾ। ਜਿੱਥੇ ਇੱਕ ਮਨੁੱਖ ਇਹ ਦਾਅਵਾ ਕਰ ਦਿੰਦਾ ਕਿ ਮੈਂ ਕੋਈ ਵੀ ਚੀਜ਼ ਜਿਹੜੀ ਆ ਸ਼ਕਤੀ ਦੇ ਨਾਲ ਜਾਂ ਕੋਈ ਵੀ ਚੀਜ਼ ਆ ਕਿਸੇ ਕਰਾਮਾਤ ਦੇ ਨਾਲ ਮੈਂ ਠੀਕ ਕਰ ਦਿੰਦਾ, ਜਿੱਥੇ ਮਨੁੱਖੀ ਦਾਅਵਾ ਹੋ ਜਾਂਦਾ ਨਾ, ਉਹ ਕਰਾਮਾਤ ਜਿਹੜੀ ਆ ਉਹ ਕਿਆਮਤ ਬਣ ਜਾਂਦੀ ਆ। ਜਿੱਥੇ ਮਨੁੱਖੀ ਦਾਅਵਾ ਹੁੰਦਾ, ਜਿੱਥੇ ਇਹ ਕਿਹਾ ਜਾਂਦਾ ਕਿ ਅਗਰ ਤੁਸੀਂ ਠੀਕ ਨਹੀਂ ਹੈਗੇ, ਤੁਸੀਂ ਉਸ ਅਕਾਲ ਪੁਰਖ ਅੱਲਾ ਗੋਡ ਉਹਦੇ ਮੂਹਰੇ ਪ੍ਰੇਅਰ ਕਰੋ, ਅਰਦਾਸ ਕਰੋ, ਤੁਸੀਂ ਜਿਹੜੇ ਠੀਕ ਹੋ ਜਾਓਗੇ। ਉਹ ਮਨੁੱਖੀ ਦਾਅਵਾ ਨਹੀਂ ਹੁੰਦਾ, ਉਹਦੇ ਵਿੱਚ ਮਨੁੱਖ ਦਾ ਦਾਅਵਾ ਨਹੀਂ ਹੁੰਦਾ ਕਿ ਮੈਂ ਠੀਕ ਕਰੂੰਗਾ। ਉਹਦੇ ਵਿੱਚ ਇਹ ਹੁੰਦਾ ਤੁਸੀਂ ਅਰਦਾਸ ਕਰੋ, ਕੋਈ ਅਕਾਲ ਪੁਰਖ ਨੇ ਚਾਹਿਆ ਤਾਂ ਸਭ ਕੁਝ ਠੀਕ ਹੋ ਜਾਊਗਾ। ਉਹ ਹੁੰਦੀ ਕਿਰਪਾ ਹੋਣੀ ਜਿਹੜੀ ਅਚਨਚੇਤ ਹੁੰਦੀ ਆ, ਜਿਹੜੇ ਵਿੱਚ ਮਨੁੱਖੀ ਦਿਮਾਗ ਇਹ ਦਾਅਵਾ ਕਰਦਾ ਕਿ ਇਹ ਚੀਜ਼ ਮੈਂ ਕੀਤੀ ਆ। ਉਹ ਜਿਹੜੀ ਹੁੰਦੀ ਆ ਉਹ ਇੱਕ ਕਰਾਮਾਤ ਹੁੰਦੀ ਆ ਜਿਹੜੀ ਕਿਆਮਤ ਦਾ ਹੁੰਦੀ ਆ ਮਨੁੱਖ ਦੇ ਲਈ। ਕਿਉਂਕਿ ਦੇਖੋ ਇਹ ਗੱਲਾਂ ਬਹੁਤ ਹੋਈਆਂ ਸਿੱਖ ਕੌਮ ਦੇ ਵਿੱਚ ਵੀ, ਆਪਾਂ ਗੱਲ ਕਰੀਏ ਤਾਂ ਬੜੇ ਇੱਦਾਂ ਦੇ ਬਾਬੇ ਵੀ ਹੈਗੇ ਆ, ਪਖੰਡੀ ਸਾਧ ਵੀ ਹੈਗੇ ਜਿਹੜੇ ਕਰਾਮਾਤ ਦੇ ਨਾਲ, ਅੰਧ ਵਿਸ਼ਵਾਸ ਦੇ ਨਾਲ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ। ਪਰ ਜੇ ਗੱਲ ਕਰਾਮਾਤ ਦੀ ਕਰੀਏ ਤੇ ਕਰਾਮਾਤ ਤਾਂ ਸਦੀਵ ਕਾਲ ਤੋਂ ਜਿਹੜੀ ਕਿਰਪਾ ਵਾ ਉਹ ਹੁੰਦੀ ਆਈ ਆ। ਜਿਹੜੀ ਕਰਾਮਾਤ ਨੂੰ ਵਿਆਖਿਆ ਅਸੀਂ ਗਲਤ ਕੀਤੀ, ਅਸੀਂ ਕਰਾਮਾਤ ਦੀ ਵਿਆਖਿਆ ਕਰ ਲਈ ਕੋਈ ਮਨੁੱਖ ਜਿਹੜਾ ਵਾ ਕੋਈ ਸ਼ਕਤੀ ਨਾਲ ਮੰਤਰ ਪੜ੍ਹ ਕੇ ਕੋਈ ਚੀਜ਼ ਠੀਕ ਕਰ ਦਿੰਦਾ, ਉਹਨੂੰ ਅਸੀਂ ਕਰਾਮਾਤ ਕਹਿਣ ਲੱਗ ਪਏ। ਜਿਹੜੀ ਚੀਜ਼ ਇਹ ਆਪਣੇ ਜਿਹੜਾ ਇੱਕ ਨਿਯਮ ਆ ਕੁਦਰਤ ਦਾ ਉਹ ਤੋਂ ਅਲੱਗ ਹੁੰਦੀ, ਉਹਨੂੰ ਅਸੀਂ ਕਰਾਮਾਤ ਕਹਿੰਦੇ ਹਾਂ। ਅਤੇ ਕੁਦਰਤ ਦੇ ਨਿਯਮ ਤੋਂ ਅਲੱਗ ਤਾਂ ਬਹੁਤ ਕੁਛ ਇੱਦਾਂ ਦਾ ਹੋਇਆ, ਕੁਦਰਤ ਦੇ ਨਿਯਮ 'ਚ ਹੀ ਇਹੋ ਜਿਹਾ ਹੋ ਰਿਹਾ ਜਿਹੜਾ ਕਰਾਮਾਤ ਤੋਂ ਘੱਟ ਨਹੀਂ ਹੋ। ਇਹ ਜੀ ਧਰਤੀ ਇੱਕ ਚੀਜ਼ 'ਤੇ ਟਿਕੀ ਹੋ, ਇਹ ਵੀ ਕਰਾਮਾਤ ਆ। ਇਹ ਧਰਤੀ ਕਿਸੇ ਚੀਜ਼ 'ਤੇ ਟਿਕੀ ਹੋ, ਇਹ ਵੀ ਕਰਾਮਾਤ ਆ। ਇਹ ਲੱਖਾਂ ਕਰੋੜਾਂ ਬ੍ਰਹਮੰਡ, ਜੇ ਸਾਇੰਸ ਦੀ ਵੀ ਗੱਲ ਕਰੀਏ, ਸਾਇੰਸ ਖੋਜ ਕਰਦੀ ਆ ਜਦੋਂ ਕੁਛ ਗ੍ਰਹਿਾਂ ਦੀ ਉਹਨਾਂ ਨੂੰ ਸਮਝ ਲੱਗਦੀ ਆ ਬ੍ਰਹਮੰਡ ਦੇ ਵਿੱਚ, ਤਾਂ ਉਹ ਸਾਇੰਸ ਦਾਅਵਾ ਕਰਦੀ ਆ ਇਹ ਅਸੀਂ ਖੋਜਿਆ। ਇਹ ਸਾਇੰਸ ਦਾ ਦੇਖੋ ਦਿਮਾਗ ਜਿਹੜਾ, ਪਰ ਸਾਇੰਸ ਕਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਦਿਮਾਗ ਨਹੀਂ ਬਣਾ ਸਕਦੀ। ਸਾਇੰਸ ਇਹ ਦਾਅਵਾ ਕਰ ਸਕਦੀ ਆ ਕਿ ਸਾਡੇ ਦਿਮਾਗ ਨੇ ਆਹ ਚੀਜ਼ ਦੀ ਖੋਜ ਕੀਤੀ ਆ, ਪਰ ਸਾਇੰਸ ਕਦੀ ਵੀ ਦਿਮਾਗ ਨਹੀਂ ਸਥਾਪਿਤ ਕਰ ਸਕਦੀ। ਨਾਲੇ ਜਿਹੜੇ ਚੀਜ਼ ਖੋਜ ਵੀ ਲਈ ਹੈਗੀ ਆ ਉਦੋਂ ਪਰੇ ਹੋਰ ਪਤਾ ਨਹੀਂ ਕਿੰਨਾ ਕੁਛ ਹੈਗਾ। ਆਪਾਂ ਗੁਰਬਾਣੀ ਜਦੋਂ ਪੜ੍ਹਦੇ ਹਾਂ, ਅੱਛਾ ਆਪਾਂ ਦੁਬਾਰਾ ਫਿਰ ਉੱਥੇ ਕਿਉਂ ਨਹੀਂ ਹੈਗੇ ਆ। ਪੰਜਾਬ ਦੇ ਵਿੱਚ ਆਪਣੇ ਜਿਹੜੇ ਲੋਕ ਇੱਦਾਂ ਕਹਿੰਦੇ ਹੈਗੇ ਆ ਕਿ ਅੰਮ੍ਰਿਤਪਾਲ ਸਿੰਘ ਇੱਕਦਮ ਆ ਗਿਆ। ਹੁਣ ਦੋ ਤਰ੍ਹਾਂ ਦੇ ਲੋਕ ਹੈਗੇ, ਇੱਕ ਤੇ ਉਹ ਜਿਹੜੇ ਅੰਮ੍ਰਿਤਪਾਲ ਸਿੰਘ ਨੂੰ ਪਹਿਲਾਂ ਤੋਂ ਜਾਣਦੇ ਸੀਗੇ, ਜਿੱਦਾਂ ਤੁਸੀਂ ਗੱਲ ਕੀਤੀ ਆ ਵੀ 4 ਵਰਿਆਂ ਤੋਂ। ਮੈਂ ਵੀ ਵੇਖੀ ਪੁਰਾਣੀ ਫੇਸਬੁੱਕ ਖੋਜ ਕੇ ਅਸੀਂ ਵੀਡੀਓਜ਼ ਕੱਢ ਕੇ ਵੀ ਪਾਈਆਂ, ਆਪਣੇ ਦਰਸ਼ਕਾਂ ਨੂੰ ਵੀ ਦੱਸਿਆ ਕਿ ਅੰਮ੍ਰਿਤਪਾਲ ਸਿੰਘ 4 ਵਰੇ ਕਿੱਦਾਂ ਦੀ ਸੋਚ ਰੱਖਦਾ ਸੀਗਾ, ਔਰ ਜਿੱਦਾਂ ਦੀਆਂ ਗੱਲਾਂ ਹੁਣ ਅੰਮ੍ਰਿਤਪਾਲ ਸਿੰਘ ਕਰਦਾ ਉੱਦਾਂ ਦੀਆਂ ਗੱਲਾਂ 4 ਵਰੇ ਪਹਿਲਾਂ ਵੀ ਕਰਦਾ ਸੀਗਾ। ਇਟ ਮੀਨ ਉਹ ਪਿੱਛੋਂ ਵਾਹਵਾ ਹੀ ਸਮੇਂ ਤੋਂ ਇੱਦਾਂ ਦੀ ਹੀ ਸੋਚ ਲੈ ਕੇ ਚੱਲ ਰਿਹਾ ਸੀਗਾ। ਕਰਨੈਲ ਸਿੰਘ ਜੀ, ਜਿਹੜੇ ਲੋਕ ਪੰਜਾਬ ਦੇ ਵਿੱਚ ਚਾਹੇ ਕਿਸੇ ਵੀ ਸਿਆਸੀ ਪਾਰਟੀ ਦੇ ਲੀਡਰ ਹੋਣ, ਚਾਹੇ ਆਮ ਲੋਕ ਹੋਣ, ਜਿਨ੍ਹਾਂ ਨੂੰ ਇਹ ਲੱਗਦਾ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਵਜ੍ਹਾ ਬਣ ਰਿਹਾ, ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਉਹਨਾਂ ਵਾਸਤੇ ਕਹਿਣ ਲਈ ਹੈ ਤੁਹਾਡੇ ਕੋਲ ਕੁਝ? ਪਹਿਲੀ ਗੱਲ ਤਾਂ ਮਾਹੌਲ ਸਹੀ ਕਿੱਥੋਂ ਆ ਪੰਜਾਬ ਦਾ? ਹਾਂਜੀ, ਅੰਮ੍ਰਿਤਪਾਲ ਭਾਈ ਸਾਹਿਬ ਜਾਂ ਆਪਣੇ ਦੀਪ ਸਿੱਧੂ ਬਾਈ ਵੀ ਉਸ ਸਮੇਂ ਗੱਲ ਕਰਦੇ ਹੁੰਦੇ ਸੀਗੇ ਵੀ ਇਹ ਜਿਹੜੀ ਸ਼ਾਂਤੀ ਸਾਨੂੰ ਦਿਸਦੀ ਹੈ, ਇਹ ਮੁਰਦਿਆਂ ਵਾਲੀ ਸ਼ਾਂਤੀ ਆ, ਮੜੀਆਂ ਵਾਲੀ ਸ਼ਾਂਤੀ ਆ, ਜਿਹੜੀਆਂ ਸ਼ਮਸ਼ਾਨ ਘਾਟ ਦੇ ਵਿੱਚ ਜਿਹੜੀ ਸ਼ਾਂਤੀ ਸਾਨੂੰ ਇੱਕ ਟਾਈਮ 'ਤੇ ਲੱਗਦੀ ਆ, ਪਰ ਉਹ ਕੋਈ ਚੀਜ਼ ਜਲਾਈ ਹੁੰਦੀ ਆ, ਉਹ ਜਲਾ ਕੇ ਉਸ ਤੋਂ ਬਾਅਦ ਸ਼ਾਂਤੀ ਜਿਹੜੀ ਸਾਨੂੰ ਲੱਗਦੀ ਆ। ਇਹ ਭਾਈ ਅੰਮ੍ਰਿਤਪਾਲ ਸਿੰਘ ਕਈ ਸਪੀਚਾਂ ਵਿੱਚ ਕਹਿ ਚੁੱਕੇ, ਮੜੀਆਂ ਵਾਲੀ ਸ਼ਾਂਤੀ ਆ। ਦੱਸੋ, ਜਿੱਥੇ 5 ਤੋਂ 6 ਲੱਖ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਗਿਆ ਹੋਵੇ, ਨਸ਼ੇ ਦੇ ਨਾਲ ਮਾਰਿਆ ਗਿਆ ਹੋਵੇ, ਜਿਸ ਪੰਜਾਬ ਦੇ ਵਿੱਚ ਔਰਤਾਂ ਜਿਹੜੀਆਂ ਸੁਰੱਖਿਅਤ ਨਾ ਹੋਣ, ਜਿਸ ਪੰਜਾਬ ਦੇ ਉੱਤੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਆ ਉਹ ਬੇਰੁਜ਼ਗਾਰ ਘੁੰਮਦੇ ਹੋਣ, ਜਿਸ ਪੰਜਾਬ ਦਾ ਜਿਹੜਾ ਪਾਣੀ ਆ ਜ਼ਮੀਨ ਦੇ ਥੱਲਿਓਂ ਮੁੱਕ ਚੁੱਕਾ ਹੋਵੇ, ਜਿਸ ਪੰਜਾਬ ਦੀ ਜਿਹੜੀ ਕਿਸਾਨੀ ਆ ਉਹ ਖ਼ਤਮ ਹੋਣ ਦੀ ਕਗਾਰ 'ਤੇ ਆ ਗਈ ਹੋਵੇ, ਜਿਸ ਪੰਜਾਬ ਦਾ ਜਿਹੜਾ ਨੌਜਵਾਨ ਆ ਉਹ ਇੱਥੋਂ ਵਿਦੇਸ਼ਾਂ ਵਿੱਚ ਜਾ ਰਿਹਾ ਹੋਵੇ, ਜਿਸ ਪੰਜਾਬ ਦੇ ਵਿੱਚ ਪੰਜਾਬ ਦੇ ਟੁਕੜੇ ਕਰ ਦਿੱਤੇ ਹੋਣ, ਹਰਿਆਣਾ, ਹਿਮਾਚਲ, ਹੋਰ ਜਿਹੜੇ ਪੰਜਾਬੀ ਬੋਲਦੇ ਇਲਾਕੇ ਆ, ਜਿਸ ਪੰਜਾਬ ਦੀ ਚੰਡੀਗੜ੍ਹ ਰਾਜਧਾਨੀ ਚੰਡੀਗੜ੍ਹ ਵੀ ਖੋਹ ਲਈ ਗਈ ਹੋਵੇ, ਜਿਸ ਪੰਜਾਬ ਦਾ ਜਿਹੜਾ ਇੱਕ ਟਾਈਮ ਦੇ ਉੱਤੇ ਇਹੀ ਪੰਜਾਬ ਸੀਗਾ ਜਿੱਥੇ ਗੋਰੇ ਵੀ ਆ ਕੇ ਇੱਥੇ ਖੇਤੀਬਾੜੀ ਕਰਦੇ ਸੀ, ਇੱਥੇ ਨੌਕਰੀ ਕਰਦੇ ਹੁੰਦੇ ਸੀਗੇ, ਜਿਹੜਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ 99% ਐਜੂਕੇਟਡ ਸੀਗਾ, ਜਿਸ
ਇਹੀ ਪੰਜਾਬ ਜਿਹੜਾ ਹੁਣ ਅੱਜ ਦੀ ਡੇਟ ਵਿੱਚ ਅਸੀਂ ਕਿਹੜੀ ਸ਼ਾਂਤੀ ਦੀ ਗੱਲ ਕਰਦੇ ਹਾਂ? ਮੈਨੂੰ ਲੱਗਦਾ ਕਿ ਵਿੱਚ ਬਹੁਤ ਕੁਝ ਐਡ ਕੀਤਾ ਜਾ ਸਕਦਾ। ਮੈਨੂੰ ਵੀ ਦੋ ਕੁ ਗੱਲਾਂ ਚੇਤੇ ਆ ਗਈਆਂ ਵੀ ਜਿਹੜਾ ਪੰਜਾਬ ਜਿੱਥੇ ਮੈਨੂੰ ਲੱਗਦਾ ਕਿ ਸਿੱਖਾਂ ਦੀ ਹੀ ਨਹੀਂ ਹੁਣ ਤੇ ਪੰਜਾਬੀਆਂ ਦੀ ਗਿਣਤੀ ਵੀ ਜੇ ਅਗਲੀ ਵਾਰੀ ਮਰਦਮਸ਼ੁਮਾਰੀ ਹੋਊਗੀ ਤਾਂ ਮੈਨੂੰ ਲੱਗਦਾ ਘਟ ਜਾਣੀ ਹੈ। ਜਿਸ ਪੰਜਾਬ ਦੇ ਵਿੱਚ ਪ੍ਰਵਾਸੀ ਵੱਡੀ ਗਿਣਤੀ 'ਚ ਆ ਰਹੇ ਆ, ਜਿਸ ਪੰਜਾਬ ਦੀ ਧਰਤੀ ਦੇ ਉੱਪਰ ਸਾਡੇ ਪੁਰਖਿਆਂ ਸੂਰਬੀਰ ਬਹਾਦਰ ਯੋਧਿਆਂ ਦਾ ਲਾਲ ਰੰਗ ਦਾ ਲਹੂ ਡੁੱਲਾ, ਅੱਜ ਉਸ ਪੰਜਾਬ ਦੀ ਧਰਤੀ ਦੇ ਉੱਪਰ ਉਹ ਆ ਕੇ ਥੁੱਕ ਕੇ ਪਾਣ ਦੇ ਨਾਲ ਉਹ ਲਾਲ ਕਰ ਰਹੇ ਆ। ਉਸ ਪੰਜਾਬ ਨੂੰ ਉਹ ਕਹਿ ਰਿਹਾ ਵੀ ਠੀਕ ਸੀਗਾ ਮਾਹੌਲ ਤੇ ਕੋਈ ਖਰਾਬ ਕਰ ਰਿਹਾ। ਜੀ ਬਿਲਕੁਲ। ਪੰਜਾਬ ਦੀ ਗੱਲ ਕਰੀਏ, ਤੁਸੀਂ ਹਿਮਾਚਲ ਵਿੱਚ ਚਲ ਜਾਓ, ਹਿਮਾਚਲ ਵਿੱਚ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ, ਜ਼ਮੀਨ ਨਹੀਂ ਖਰੀਦ ਸਕਦੇ। ਕਈ ਸਵਾਲ ਇਹ ਕਰਦੇ ਆ ਬੜੇ ਜਿਹੜੇ ਆਪਣੇ ਆਪ ਨੂੰ ਮਤਲਬ ਚਲੋ ਵਿਰੋਧ ਕਰਨ ਵਾਲੇ ਵੀ ਹੁੰਦੇ ਆ। ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੀਆਂ ਗੱਲਾਂ ਨਾਲ ਸਾਰੇ ਸਹਿਮਤ ਹੋਣ। ਵਿਰੋਧ ਕਰਨ ਵਾਲੇ ਵੀ ਸਦੀਆਂ ਤੋਂ ਚੱਲੇ ਆ ਰਹੇ ਆ, ਉਹ ਹੁੰਦਾ ਹੀ ਰਹਿਣਾ। ਅਤੇ ਉਸ ਟਾਈਮ ਕਈ ਗੱਲਾਂ ਕਰਦੇ ਆ ਕਿ ਜਿਹੜੇ ਇੱਥੇ ਦੇ ਪੰਜਾਬ ਦੇ ਨੌਜਵਾਨ ਆ ਉਹ ਵੀ ਵਿਦੇਸ਼ਾਂ ਵਿੱਚ ਜਾਂਦੇ ਆ, ਪਰ ਉਹ ਇਹ ਨਹੀਂ ਦੇਖਦੇ ਵੀ ਪੰਜਾਬ ਦੇ ਜਿਹੜੇ ਨੌਜਵਾਨ ਆ ਜਿਹੜੇ ਵਿਦੇਸ਼ਾਂ ਵਿੱਚ ਜਾਂਦੇ ਆ ਉਹ ਕਿੰਨੀ ਕੀਮਤ ਤਾਰਦੇ ਆ ਉਸ ਚੀਜ਼ ਦੀ। ਉੱਥੇ ਜਾ ਕੇ ਕੀ ਉਹ ਉੱਥੇ ਦਾ ਜਿਹੜੇ ਇੱਕ ਦੇਖੋ ਨਾ, ਇਹ ਦੇਸ਼ ਆ, ਜੇ ਇੱਥੇ ਸਟੇਟਾਂ ਦੇ ਵਿੱਚ ਸਾਰਿਆਂ ਲਈ ਲਾਅ ਬਰਾਬਰ ਆ ਅਤੇ ਪੰਜਾਬ ਜਿਹੜਾ ਕਿਉਂ ਇੱਥੇ ਕੋਈ ਕਾਨੂੰਨ ਨਹੀਂ ਬਣਦਾ ਵੀ ਜਿਹੜਾ ਦੂਜੀਆਂ ਸਟੇਟਾਂ 'ਚੋਂ ਆ ਕੇ ਇੱਥੇ ਲੋਕ ਜਿਹੜੇ ਆ ਰਹਿ ਰਹੇ ਆ, ਇੱਥੋਂ ਤੱਕ ਕਿ ਆਧਾਰ ਕਾਰਡ ਬਣੇ ਉਹ ਆ, ਇੱਥੇ ਦੇ ਉਹ ਵਸਨੀਕ ਹੋਈ ਜਾ ਰਹੇ ਆ। ਅਤੇ ਜੇ ਵਿਦੇਸ਼ ਦੀ ਆਪਾਂ ਗੱਲ ਕਰਦੇ ਹਾਂ, ਜੇ ਵਿਦੇਸ਼ ਵਿੱਚ ਵੀ ਇੱਕ ਸਟੇਟ ਦਾ ਜਿਹੜਾ ਕਾਨੂੰਨ ਆ ਦੂਜੀ ਸਟੇਟ ਦਾ ਜਿਹੜਾ ਕਾਨੂੰਨ ਆ ਉਹਦੇ ਵਿੱਚ ਵਿਤਕਰਾ ਵਾ, ਅਤੇ ਉੱਥੇ ਵੀ ਵਿਰੋਧ ਹੁੰਦਾ ਵਾ। ਇਹ ਤਾਂ ਇਸ ਮੌਜੂਦਾ ਇੰਟਰਨਲ ਜਿਹੜੇ ਹਾਲਾਤ ਵਾ ਉਹਦੀ ਗੱਲ ਹੋ ਰਹੀ ਆ। ਜਿਹੜੇ ਵਿਦੇਸ਼ਾਂ 'ਚ ਨੌਜਵਾਨ ਜਾਂਦੇ ਉਹਨਾਂ ਨੂੰ ਕਿੰਨੀਆਂ ਤਕਲੀਫਾਂ ਝੱਲਣੀਆਂ ਪੈਂਦੀਆਂ, ਪਰ ਉਹਨਾਂ ਨੇ ਜਾ ਕੇ ਉੱਥੇ ਦੇ ਕਾਨੂੰਨ ਮੁਤਾਬਕ ਉਹਨਾਂ ਦੇ ਕੋਈ ਵੀ ਚੀਜ਼ ਜਿਹੜੀ ਆ ਉਹਨਾਂ ਦੀ ਖਰਾਬ ਨਹੀਂ ਕੀਤੀ। ਉੱਥੇ ਦਾ ਜਿਹੜਾ ਦੇਖੋ ਗੱਲ, ਹਾਂ ਉਹਨਾਂ ਦਾ ਇੱਕ ਕਾਨੂੰਨ ਆ, ਜੇ ਉੱਥੇ ਜਾ ਕੇ ਕੋਈ ਨੌਜਵਾਨ ਮਤਲਬ ਖਰਾਬੀ ਕਰਦੇ ਆ, ਜਿੱਦਾਂ ਪਿੱਛੇ ਜੇ ਕਈ ਵੀਡੀਓ ਵਾਇਰਲ ਹੋਈਆਂ, ਕੁਛ ਨੌਜਵਾਨਾਂ ਨੇ ਉੱਥੇ ਖਰਾਬੀ ਕੀਤੀ ਆ, ਤਾਂ ਉਹ ਉਹਨਾਂ ਦੇ ਕਾਨੂੰਨ ਮੁਤਾਬਕ ਕਾਰਵਾਈ ਹੁੰਦੀ ਆ, ਉੱਥੇ ਹੁੰਦੀ ਆ। ਹੁਣ ਦੱਸੋ ਇੱਥੇ ਪੰਜਾਬ ਦੇ ਵਿੱਚ ਥਾਂ ਦੇ ਉੱਤੇ ਤੰਬਾਕੂ ਵਿਕ ਰਿਹਾ ਵਾ, ਥਾਂ ਦੇ ਉੱਤੇ ਜਿਹੜੇ ਪ੍ਰਵਾਸੀ ਆ ਕੇ ਕਿੰਨਾ ਕੁਛ ਕਰਦੇ ਆ, ਪਰ ਕਾਨੂੰਨ ਜਿਹੜਾ ਵਾ ਉਹ ਕੋਈ ਵੀ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਕਰਦਾ। ਅੱਛਾ, ਜਿਹੜੇ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਨ੍ਹਾਂ ਨੂੰ ਇਹ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਵਜ੍ਹਾ ਬਣ ਰਿਹਾ ਵੀ ਪੰਜਾਬ ਤਾਂ ਚੰਗਾ ਭਲਾ ਸੀਗਾ, ਹੁਣ ਪੰਜਾਬ ਚੰਗਾ ਭਲਾ ਕਿੱਦਾਂ ਸੀਗਾ ਉਹਨਾਂ ਨੂੰ ਖੁਦ ਨੂੰ ਵੀ ਦੀਦਾ ਤਾਂ ਹੈਗਾ ਹੀ ਆ ਵੈਸੇ, ਪਰ ਉਹ ਪਤਾ ਨਹੀਂ ਇੱਦਾਂ ਕਿਉਂ ਲੱਗ ਪੈਂਦੇ ਕਹਿਣ ਵੀ ਮਾਹੌਲ ਖਰਾਬ। ਕੁਛ ਤੁਹਾਡੇ ਕੋਲ ਹੈ ਕੁਛ ਉਹਨਾਂ ਨੂੰ ਕਹਿਣ ਨੂੰ ਵੀ ਉਹ ਕਿਉਂ ਕਰਦੇ ਆ ਇੱਦਾਂ, ਕਿਉਂ ਇੱਦਾਂ ਕਹਿੰਦੇ ਹੋਣਗੇ? ਹਾਲਾਂਕਿ ਦੀਦਾ ਉਹਨਾਂ ਨੂੰ ਵੀ ਹੈਗਾ ਹੀ ਆ ਵੀ ਮਾਹੌਲ ਤਾਂ ਠੀਕ ਹੈ ਨਹੀਂ ਪੰਜਾਬ ਦਾ। ਦੇਖੋ, ਇਹ ਤੁਹਾਨੂੰ ਮੈਂ ਪਹਿਲਾਂ ਦੱਸਿਆ, ਜਿਹੜਾ ਵਿਰੋਧ ਕਰਨ ਵਾਲੇ ਉਹਨਾਂ ਨੇ ਆਪਣਾ ਵਿਰੋਧ ਕਰਦੇ ਰਹਿਣਾ, ਪਰ ਗੱਲ ਇਹ ਹੁੰਦੀ ਆ ਵਿਰੋਧ ਜਿਹੜਾ ਵਾ ਨਾ ਉਹ ਸੁਹਿਰਦ ਹੋਣਾ ਚਾਹੀਦਾ, ਉਹ ਕਿਸੇ ਸਹੀ ਤਰਕ 'ਤੇ ਸਹੀ ਦਲੀਲ 'ਤੇ ਹੋਣਾ ਚਾਹੀਦਾ। ਭਾਈ ਅੰਮ੍ਰਿਤਪਾਲ ਸਿੰਘ ਨੇ ਉਹਨਾਂ ਵਿਰੋਧੀਆਂ ਨੂੰ ਵੀ ਇਹ ਗੱਲ ਕਹੀ ਆ। ਦੇਖੋ, ਪਹਿਲੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਇਹ ਗੱਲ ਕਹੀ ਆ ਵੀ ਸਾਡਾ ਕਿਸੇ ਧਰਮ ਦੇ ਨਾਲ ਵਿਰੋਧ ਨਹੀਂ ਹੈਗਾ, ਸਾਡਾ ਵਿਰੋਧ ਹੈਗਾ ਹਕੂਮਤ ਦੇ ਨਾਲ, ਜਿਹਨੇ ਸਾਡੇ ਹੱਕ ਹਕੂਕ ਜਿਹੜੇ ਖਤਮ ਕੀਤੇ ਹੋ ਆ। ਹਾਂ, ਪਰ ਇਹ ਗੱਲ ਉਹਨਾਂ ਨੇ ਕਹੀ ਆ ਵੀ ਜਿਹੜਾ ਹਕੂਮਤ ਦਾ ਟੂਲ ਬਣ ਕੇ ਸਾਡੇ ਖਿਲਾਫ, ਸਿੱਖਾਂ ਦੇ ਖਿਲਾਫ ਚੜ੍ਹ ਕੇ ਆਊਗਾ, ਜਾਂ ਸਿੱਖਾਂ ਦੇ ਖਿਲਾਫ ਕੋਈ ਇੱਦਾਂ ਦੀ ਜਿਹੜੀ ਗਤੀਵਿਧੀ ਕਰੂਗਾ, ਉਹਦੇ ਖਿਲਾਫ ਜਿਹੜੀ ਸਿੱਖ ਕੌਮ ਆ ਉਹ ਡਟ ਕੇ ਉਸਦਾ ਵਿਰੋਧ ਕਰੂਗੀ। ਜੇ ਹੁਣ ਆਪਾਂ ਆ ਜਿਹੜਾ ਹੁਣ ਕ੍ਰਿਸਚਨ ਭਾਈਚਾਰੇ ਤਾਂ ਸਿੱਖਾਂ ਦੇ ਵਿੱਚ ਗੱਲ ਚੱਲਦੀ ਆ, ਇਹ ਜਿਹੜੇ ਹਾਲਾਤ ਬਣੇ ਹੋ ਆ, ਇਹਦੇ ਵਿੱਚ ਤੁਸੀਂ ਦੇਖੋ ਹੁਣ ਤੱਕ ਮੈਂ ਇਹ ਸਵਾਲ ਕਰਦਾ, ਜਿਹੜੇ ਲੋਕ ਕਹਿੰਦੇ ਆ ਵੀ ਇਹ ਕੌਮਾਂ ਨੂੰ ਜਾਂ ਧਰਮਾਂ ਨੂੰ ਲੜਾਉਣ ਦੀਆਂ ਗੱਲਾਂ ਕਰਦਾ, ਤੁਸੀਂ ਦੱਸੋ ਹੁਣ ਤੱਕ ਜਦੋਂ ਸਿੱਖਾਂ ਦਾ ਰਾਜ ਭਾਗ ਵੀ ਸੀਗਾ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਦੱਸੋ ਸਿੱਖਾਂ ਨੇ ਕਦੀ ਵੀ ਇਕੱਠੇ ਹੋ ਕੇ ਕਿਸੇ ਧਰਮ ਦੇ ਖਿਲਾਫ ਕੋਈ ਕਿਸੇ ਦਾ ਕਤਲੇਆਮ ਕੀਤਾ ਹੋਵੇ, ਕਿਸੇ ਦੇ ਧਾਰਮਿਕ ਸਥਾਨਾਂ ਦੇ ਉੱਤੇ ਸਿੱਖਾਂ ਨੇ ਇਕੱਠੇ ਹੋ ਕੇ ਕੋਈ ਹਮਲਾ ਕੀਤਾ ਹੋਵੇ? ਦੱਸੋ ਅੱਜ ਤੱਕ ਦਾ ਕੋਈ ਰਿਕਾਰਡ ਹੈਗਾ ਤਾਂ ਦੱਸੋ। ਸਿੱਖ ਕੌਮ ਨੇ ਕਿੱਥੇ ਜਾ ਕੇ ਕਿਸੇ ਦੀਆਂ ਧੀਆਂ ਭੈਣਾਂ ਦੇ ਨਾਲ ਇਕੱਠੇ ਹੋ ਕੇ ਕੋਈ ਬਦਸਲੂਕੀ ਕੀਤੀ ਹੋਵੇ? ਇਹ ਤਾਂ ਆਪਾਂ ਕੱਲ੍ਹ ਵੀ ਕਿਸੇ ਨਾਲ ਗੱਲ ਕਰ ਰਹੇ ਸੀ, ਜਦੋਂ ਕਰੋਨਾ ਦਾ ਸਮਾਂ ਸੀਗਾ, ਦੁਨੀਆ ਭਰ ਦੇ ਉਹ ਦੇਸ਼, ਯੂਰਪ ਕੰਟਰੀਆਂ ਜਿਨ੍ਹਾਂ ਨੂੰ ਸਾਡੇ ਬੱਚੇ ਅੱਜ ਪੰਜਾਬ ਦੇ ਜਿਹੜੇ ਨੌਜਵਾਨ ਜਿੱਥੇ ਜਾ ਰਹੇ ਆ, ਜਿਹੜੀਆਂ ਵਿਕਸਿਤ ਦੇਸ਼ ਹੈਗੇ ਜਿਹੜੇ, ਉਹ ਦੇਸ਼ਾਂ ਦੇ ਲੋਕ ਵੀ ਕਰੋਨਾ ਦੇ ਟਾਈਮ ਦੇ ਉੱਤੇ, ਕੋਵਿਡ ਦੇ ਟਾਈਮ ਦੇ ਉੱਤੇ ਅੰਦਰਾਂ ਦੇ ਵਿੱਚ ਲੁਕ ਗਏ ਸੀ। ਜਦੋਂ ਸਿੱਖਾਂ ਨੇ ਜਿਹੜਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ, ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ ਸੀ, ਸੱਭੇ ਸਾਂਝੀਵਾਲ ਸਦਾਇਨ ਕੋਇ ਨਾ ਦਿਸੇ ਬਾਹਰਾ ਜੀਓ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਹ ਆਪਣੀਆਂ ਜਾਨਾਂ ਜਿਹੜੀਆਂ ਵਾ ਉਹ ਆਪਣੇ ਹੱਥ ਦੇ
ਉੱਤੇ ਰੱਖ ਕੇ ਜਦੋਂ ਲੋਕਾਂ ਦੀ ਸੇਵਾ ਕੀਤੀ, ਮਨੁੱਖਤਾ ਦੀ ਸੇਵਾ ਕੀਤੀ, ਜਿਹੜੇ ਵਿਰੋਧ ਕਰਨ ਵਾਲੇ ਲੋਕ ਆ ਉਸ ਵੇਲੇ ਉਹ ਜਿਹੜੇ ਲੋਕ ਆ ਉਹ ਕਿੱਥੇ ਜਾਂਦੇ ਆ? ਜਦੋਂ ਉੜੀਸਾ ਦੇ ਵਿੱਚ ਕਿਤੇ ਭੁਚਾਲ ਆ ਜਾਂਦਾ ਜਾਂ ਕਿਤੇ ਬਿਹਾਰ ਦੇ ਵਿੱਚ ਹੜ੍ਹ ਆ ਜਾਂਦੇ ਆ, ਅਸਾਮ 'ਚ ਹੜ੍ਹ ਆ ਜਾਂਦੇ ਆ, ਜਦੋਂ ਸਿੱਖ ਜਿਹੜੇ ਆ ਉੱਥੇ ਆਪਣੇ ਟਰੱਕਾਂ ਦੇ ਟਰੱਕ ਅਨਾਜ ਦੇ ਭਰ ਕੇ ਉੱਥੇ ਪਹੁੰਚਾਉਂਦੇ ਆ, ਉਦੋਂ ਮਤਲਬ ਜਿਹੜੇ ਇਹ ਲੋਕ ਵਾ ਜਿਹੜੇ ਵਿਰੋਧ ਕਰਨ ਵਾਲੇ, ਉਦੋਂ ਕਿਉਂ ਨਹੀਂ ਇਹ ਮਤਲਬ ਕਹਿੰਦੇ ਵੀ ਸਿੱਖਾਂ ਨੇ ਬੜਾ ਵਧੀਆ ਕੰਮ ਕੀਤਾ ਵਾ? ਜਦੋਂ ਇਹ ਵਾਰ-ਵਾਰ ਬਾਰਡਰਾਂ 'ਤੇ ਜਾਣ ਦੀ ਗੱਲ ਹੁੰਦੀ ਆ ਉਦੋਂ ਤਾਂ ਕਹਿੰਦੇ ਸਿੱਖ ਕੌਮ ਜਿਹੜੀ ਆ ਸਾਡੀ ਰਾਖੀ ਦੇ ਲਈ ਆ, ਸਿੱਖ ਕੌਮ ਬੜੀ ਬਹਾਦਰ ਵਾ, ਇਹ ਬਾਰਡਰਾਂ ਦੇ ਉੱਤੇ ਸਾਡੀ ਹਿਫਾਜ਼ਤ ਕਰਦੀ, ਸਿੱਖਾਂ ਨੇ 92% ਕੁਰਬਾਨੀਆਂ ਦਿੱਤੀਆਂ। ਉਦੋਂ ਇਹ ਵਿਰੋਧ ਕਰਨ ਵਾਲੇ ਜਿਹੜੇ ਲੋਕ ਆ ਉਦੋਂ ਕਿਉਂ ਨਹੀਂ ਇਹ ਕਹਿੰਦੇ ਜੇ ਸਿੱਖ ਤੁਹਾਡੀ ਰਾਖੀ ਕਰ ਸਕਦੇ ਆ ਤੇ ਸਿੱਖ ਆਪਣੇ ਹੱਕਾਂ ਦੀ ਵੀ ਰਾਖੀ ਕਰ ਸਕਦੇ? ਜਦੋਂ ਸਿੱਖ ਤੁਹਾਡੀ ਰਾਖੀ ਕਰਨ ਉਦੋਂ ਤੁਸੀਂ ਕਹਿ ਦਿੰਦੇ ਦੇਸ਼ ਭਗਤ ਵਾ। ਜਦੋਂ ਸਿੱਖ ਬਾਰਡਰਾਂ 'ਤੇ ਆਪਣੀਆਂ ਜਾਨਾਂ ਵਾਰਨ, ਨਿੱਕੇ ਨਿੱਕੇ ਹਲਕੀ ਉਮਰ ਦੇ ਜਿਹੜੇ ਨੌਜਵਾਨ ਬਾਰਡਰਾਂ 'ਤੇ ਆਏ ਦਿਨ ਸ਼ਹੀਦ ਹੁੰਦੇ ਆ, ਉਦੋਂ ਤੁਸੀਂ ਕਹਿ ਦਿੰਦੇ ਆ ਕਿ ਜਿਹੜੇ ਸਿੱਖ ਵਾ ਸਾਡੇ ਰਾਖੇ ਆ, ਇਹ ਬੜੀ ਬਹਾਦਰ ਕੌਮ ਆ। ਜਦੋਂ ਸਿੱਖਾਂ ਦੇ ਬੱਚੇ ਜਿਹੜੇ ਆ ਟੀਕੇ ਦੇ ਨਾਲ ਮਰਦੇ ਆ ਉਦੋਂ ਤੁਸੀਂ ਉਹ ਜਿਹੜੇ ਨਸ਼ੇ ਦੇ ਖਿਲਾਫ ਹਾਂ ਦਾ ਨਾਰਾ ਕਿਉਂ ਨਹੀਂ ਮਾਰਦੇ? ਜਦੋਂ ਸਿੱਖ ਨੌਜਵਾਨ ਕੋਈ ਵਿਦੇਸ਼ ਤੋਂ ਆਵੇ, ਚਾਹੇ ਇੱਥੇ ਆ ਕੇ ਨਸ਼ੇ ਦੇ ਖਿਲਾਫ ਗੱਲ ਕਰੇ, ਜੇ ਅੰਮ੍ਰਿਤਪਾਲ ਸਿੰਘ ਬਾਈ ਨੇ ਉਹਨਾਂ ਨੇ ਅੰਮ੍ਰਿਤ ਛਕਾਉਣ ਦੀ ਨੌਜਵਾਨਾਂ ਨੂੰ ਗੱਲ ਕੀਤੀ ਆ, ਨਸ਼ੇ ਛਡਾਉਣ ਦੀ ਗੱਲ ਕੀਤੀ ਹੈ, ਇਹ ਸਾਡਾ ਇਟਰਨਲ ਮੈਟਰ ਆ ਸਿੱਖ ਕੌਮ ਦਾ, ਸਾਡਾ ਰਾਈਟ ਵਾ ਇਹ। ਅਸੀਂ ਆਪਣੀ ਕੌਮ ਦਾ, ਅਸੀਂ ਕਿਸੇ ਦੀ ਇੰਟਰਫੇਅਰ ਬਰਦਾਸ਼ਤ ਨਹੀਂ ਕਰਾਂਗੇ। ਜੇ ਨੌਜਵਾਨ ਮੈਂ ਤਾਂ ਇਹ ਕਹਿੰਦਾ ਭਾਈਚਾਰਾ ਅਸਲ ਵਿੱਚ ਉਹ ਹੁੰਦਾ ਜਦੋਂ ਭਾਈਚਾਰਾ ਅਸਲ ਵਿੱਚ ਉਹ ਸੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ, ਦੇਖੋ ਗੁਰੂ ਨਾਨਕ ਸਾਹਿਬ ਨੇ ਜਨੇਊ ਪਾਉਣ ਤੋਂ ਮਨਾ ਕੀਤਾ, ਪਰ ਜਦੋਂ ਜਨੇਊ ਦੇ ਉੱਤੇ ਆਣ ਪਈ ਤਾਂ ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਜ਼ੁਲਮ ਦੇ ਖਿਲਾਫ ਧਰਮ ਦੇ ਲਈ ਆਪਣੀ ਸ਼ਹਾਦਤ ਦਿੱਤੀ। ਉਹ ਭਾਈਚਾਰਾ ਸੀਗਾ, ਉਹ ਭਾਈਚਾਰਾ ਹੁੰਦਾ। ਜੇ ਹੁਣ ਸਾਡੀ ਕੌਮ ਦੇ ਉੱਤੇ ਸਿੱਖਾਂ ਦੇ ਨੌਜਵਾਨ ਜਿਹੜੇ ਨਸ਼ੇ 'ਚ ਗਲਤਾਨ ਹੋ ਗਏ, ਸਾਡੇ ਹੱਕ ਹਕੂਕ ਮਾਰੇ ਗਏ ਆ, ਤੇ ਜਿਹੜੇ ਭਾਈਚਾਰਾ ਵਾਕਈ ਰੱਖਣਾ ਚਾਹੁੰਦੇ ਸੁਹਿਰਦ ਜਿਹੜੇ ਨੌਜਵਾਨ ਜਿਹੜੇ ਲੋਕ ਇਹ ਕਹਿੰਦੇ ਭਾਈਚਾਰਾ ਕਾਇਮ ਹੋਣਾ ਚਾਹੀਦਾ, ਉਹਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਦਾ ਡਟ ਕੇ ਸਾਥ ਦੇਣਾ ਚਾਹੀਦਾ ਔਰ ਸਿੱਖ ਕੌਮ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੀਦਾ ਕਿ ਬਹੁਤ ਵਧੀਆ ਇਹ ਜਿਹੜਾ ਉਪਰਾਲਾ ਹੋ ਰਿਹਾ। ਸਰਕਾਰਾਂ ਨੇ ਜਿਹੜਾ ਨੈਰੇਟਿਵ ਨਸ਼ੇ ਦਾ ਜਾਂ ਹੋਰ ਚੀਜ਼ਾਂ ਦਾ ਪਾਇਆ ਸੀ ਨੌਜਵਾਨਾਂ 'ਤੇ, ਉਹ ਟੁੱਟ ਰਿਹਾ ਵਾ। ਅੱਜ ਨੌਜਵਾਨ ਜਾਗਰੂਕ ਹੋ ਰਿਹਾ ਆਪਣੇ ਹੱਕਾਂ ਦੇ ਲਈ ਔਰ ਨਸ਼ੇ ਦੀ ਦਲਦਲ 'ਚੋਂ ਨਿਕਲ ਰਿਹਾ ਬਾਹਰ, ਸਿੱਖੀ ਸਰੂਪ ਵੱਲ ਆ ਰਿਹਾ, ਸਿੱਖੀ ਸਿਧਾਂਤਾਂ ਵੱਲ ਆ ਰਿਹਾ। ਮੇਰੇ ਹਿਸਾਬ ਨਾਲ ਤਾਂ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਮੈਨੂੰ ਲੱਗਦਾ ਭਾਈਚਾਰਕ ਸਾਂਝ ਦੀ ਤੁਸੀਂ ਸ਼ਾਇਦ ਇਹ ਗੱਲ ਕਹਿਣੀ ਚਾਹੁੰਦੇ ਹੋ ਕਿ ਭਾਈਚਾਰਕ ਸਾਂਝ ਤੇ ਦਵੱਲੇ ਹੁੰਦੀ ਆ। ਇਹ ਨਹੀਂ ਹੈਗਾ ਕਿ ਤੁਸੀਂ ਤੇ ਮੇਰੇ ਨਾਲ ਕਰੀ ਚਲੋ ਸਾਰਾ ਕੁਝ ਤੇ ਮੈਂ ਮਤਲਬ ਜਦੋਂ ਤੁਹਾਡੇ ਤੇ ਬਣ ਕੇ ਆਵੇ ਤਾਂ ਫਿਰ ਮੈਂ ਖੜਾ ਵੀ ਨਾ, ਤੇ ਇੱਥੋਂ ਤੱਕ ਕਿ ਜਿਹੜਾ ਤੁਸੀਂ ਮੇਰੇ ਨਾਲ ਜੋ ਕੀਤਾ ਹੈਗਾ ਉਹਦਾ ਸ਼ੁਕਰੀਆ ਵੀ ਨਾ ਅਦਾ ਕਰਾਂ, ਫਿਰ ਤਾਂ ਭਾਈਚਾਰਕ ਸਾਂਝ ਕਿੰਨਾ ਕੁ ਚਿਰ ਚੱਲੂਗੀ ਉਹਦਾ ਤੇ ਆਪਾਂ ਸਾਰੇ ਜਿਹੜੇ ਅੰਦਾਜ਼ਾ ਲਾਈ ਸਕਦੇ ਹਾਂ। ਕਰਨੈਲ ਸਿੰਘ ਜੀ, ਇੱਕ ਗੱਲ ਹੋਰ ਬਹੁਤ ਚੱਲਦੀ ਸੀਗੀ ਸਾਡੇ ਜਿੱਦਾਂ ਦੇ ਆਪਾਂ ਦੀਦੇ ਹਾਂ ਦੇਖਣ ਪੱਖਣ ਤੋਂ, ਹੁਣ ਅੰਦਰ ਸਿੱਖੀ ਕਿੰਨੀ ਕੁ ਹੈਗੀ ਆ ਉਹ ਤੇ ਸਾਨੂੰ ਆਪਣੇ ਆਪ ਬਾਰੇ ਆਪ ਨੂੰ ਪਤਾ ਹੈਗਾ ਆ, ਗੁਰੂ ਸਾਹਿਬ ਜੀ ਜਾਣੀ ਜਾਣ ਹੈਗੇ ਆ, ਪਰ ਫਿਰ ਵੀ ਆਪਾਂ ਦੇਖਦੇ ਹਾਂ ਕਿ ਸਾਡੇ ਹੀ ਵਰਗੇ ਦਿਸਣ ਵਾਲੇ ਚਿਹਰੇ ਮੂਹਰਿਆਂ ਵਾਲੇ ਇਹ ਗੱਲ ਅਕਸਰ ਕਹਿੰਦੇ ਆ ਕਿ ਜਿਹੜੇ ਵਿਦੇਸ਼ਾਂ ਦੀ ਧਰਤੀ 'ਤੇ ਬੈਠ ਕੇ ਖਾਲਸਾ ਰਾਜ ਦੀ ਗੱਲ ਕਰਦੇ ਆ ਜਾਂ ਜਿਹੜੇ ਹੋਰ ਵਧੀਆ ਗੱਲਾਂ ਇੱਦਾਂ ਕਰਦੇ ਆ ਉੱਥੇ ਬਹਿ ਕੇ ਕਰਦੇ ਆ, ਕਹਿੰਦੇ ਪੰਜਾਬ ਦੇ ਵਿੱਚ ਆਉਣ। ਤੇ ਹੁਣ ਜਦੋਂ ਪੰਜਾਬ ਦੇ ਵਿੱਚ ਆ ਗਿਆ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਵਿੱਚੋਂ ਕਈ ਨਾਲ ਬਰਾਬਰ ਸਾਥ ਨਹੀਂ ਦਿੰਦੇ, ਉਹਨਾਂ ਨੂੰ ਵੀ ਕਹਿਣ ਨੂੰ ਕੁਛ ਹੈ। ਦੇਖੋ ਇਹ ਤਾਂ ਐਵੇਂ ਹੀ ਬੜਾ ਨੌਨਸੈਂਸ ਹੈ ਜੋ ਸਵਾਲ ਕਰਦੇ ਆ ਜਿਹੜੇ ਲੋਕ ਇੱਦਾਂ ਦੀਆਂ ਗੱਲਾਂ ਕਰਦੇ ਆ, ਕਿਉਂਕਿ ਇਹਦੇ ਵਿੱਚ ਦੇਖੋ ਬੜਾ ਹਾਸੋਹੀਣੀ ਜਿਹਾ ਸਵਾਲ ਹੁੰਦਾ। ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਜਿਹੜੇ ਕਹਿੰਦੇ ਵਿਦੇਸ਼ਾਂ ਦੇ ਵਿੱਚ ਬਹਿ ਕੇ ਗੱਲ ਕਰਦੇ ਆ, ਤੇ ਪੰਜਾਬ ਵਿੱਚ ਤਾਂ ਆਏ ਦਿਨ ਰੋਜ਼ ਮਾਰਚ ਨਿਕਲਦੇ ਆ, ਆਏ ਦਿਨ ਰੋਜ਼ ਕਾਨਫਰੰਸਾਂ ਹੁੰਦੀਆਂ ਵਾ ਆਪਣੇ ਹੱਕਾਂ ਦੇ ਲਈ, ਪੰਜਾਬ ਦੇ ਹੱਕਾਂ ਲਈ, ਸਿੱਖ ਕੌਮ ਦੀ ਆਜ਼ਾਦੀ ਲਈ ਹੁੰਦੀਆਂ ਵਾ। ਤੇ ਜਿਹੜੇ ਉਹਨਾਂ ਨੂੰ ਸਵਾਲ ਕਰਦੇ ਆ ਇੱਥੇ ਜਿਹੜੇ ਕਰਦੇ ਆ ਜਿਹੜੇ ਉਹਨਾਂ ਵੱਲ ਦੇਖ ਲਿਆ ਕਰਨ, ਉਹਨਾਂ ਦੇ ਨਾਲ ਜਾ ਕੇ ਰਲ ਜਾ। ਔਰ ਇੱਕ ਗੱਲ ਹੋਰ ਆ, ਜਦੋਂ ਗਦਰੀ ਬਾਬੇ ਸੀਗੇ, ਗਦਰੀ ਬਾਬੇ ਵਿਦੇਸ਼ਾਂ ਤੋਂ ਇੱਥੇ ਆਏ ਸੀਗੇ, ਗਦਰੀ ਬਾਬਿਆਂ ਨੇ ਵਿਦੇਸ਼ ਤੋਂ ਆ ਕੇ ਇੱਥੇ ਜਿਹੜੇ ਆਪਣੇ ਸੰਘਰਸ਼ਾਂ ਦੀ ਇੱਥੇ ਦੇ ਲੋਕਾਂ ਦੀ ਆਜ਼ਾਦੀ ਦੀ ਗੱਲ ਕੀਤੀ ਆ, ਜਿਨ੍ਹਾਂ ਨੂੰ ਗੌਰਮੈਂਟ ਵੀ ਵੱਡੇ ਸ਼ਹੀਦ ਮੰਨਦੀ ਆ, ਯੋਧੇ ਮੰਨਦੀ ਆ। ਗੱਲ ਦੇਸ਼ ਵਿਦੇਸ਼ ਦੀ ਨਹੀਂ ਹੁੰਦੀ, ਗੱਲ ਜਜ਼ਬੇ। ਅੱਛਾ ਇੱਕ ਗੱਲ ਹੋਰ, ਜਿਹੜੇ ਕਹਿੰਦੇ ਆ ਵਿਦੇਸ਼ਾਂ ਦੀ ਧਰਤੀ 'ਤੇ ਰਹਿ ਕੇ ਉਹ ਆਪਣੇ ਆਜ਼ਾਦੀ ਦੀ ਗੱਲ ਕਰਦੇ, ਇੱਥੇ ਪਰਿਵਾਰ ਤਾਂ ਉਹਨਾਂ ਦੇ ਇੱਥੇ ਹੀ ਆ, ਜੜ੍ਹਾਂ ਤਾਂ ਉਹਨਾਂ ਦੀਆਂ ਇੱਥੇ ਹੀ ਆ, ਕਿਤੇ ਉਹ ਸਾਰੇ ਤਾਂ ਨਹੀਂ ਚਲੇ ਗਏ। ਨਾਲੇ ਮੈਂ ਤਾਂ ਕਈ ਵਾਰ ਇਹ ਸੋਚਦਾ ਹੈਗਾ ਕਿ ਜਿੱਦਾਂ ਚਲੋ ਆਪਾਂ ਵੀ ਆਪਣਾ ਸਾਂਝਾ ਪੰਜਾਬ ਚੈਨਲ ਆਪਾਂ ਮਾੜੀ ਮੋਟੀ ਪੱਤਰਕਾਰੀ ਜਿੰਨੀ ਕੁ ਵੀ ਆਉਂਦੀ ਹੈਗੀ ਉਨੀ ਕੁ ਕਰਦੇ ਹਾਂ, ਅਸੀਂ ਇੱਥੇ ਬਹਿ ਕੇ ਸਾਰਾ ਕੁਝ ਕਰਦੇ ਹੈਗੇ। ਜਦੋਂ ਸਾਡੇ 'ਤੇ ਕੋਈ ਵਿਪਤਾ ਪੈਂਦੀ ਹੈਗੀ ਆ, ਤੁਸੀਂ ਵੀ ਗੱਲ ਕਰਦੇ ਹੋ, ਇੱਥੇ ਸੜਕਾਂ ਦੇ ਉੱਪਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਗੂੰਜਦੇ ਹੈਗੇ, ਉਹਨਾਂ ਦੇ ਉੱਤੇ ਵੀ ਕਿਸੇ ਦੇ ਉੱਪਰ ਕੋਈ ਸਮੱਸਿਆ ਆਉਂਦੀ ਆ ਤੇ ਨਾਲ ਸੱਜੇ ਖੱਬੇ ਜਦੋਂ ਖੜ੍ਹ ਕੇ ਦੇਖਦੇ ਤੇ ਨਾਲ ਕੋਈ ਖੜਾ ਉਹਨਾਂ ਵਿੱਚੋਂ ਨਜ਼ਰ ਨਹੀਂ ਆਉਂਦਾ ਹੈਗਾ। ਪਰ ਕਿੱਦਾਂ ਦੀ ਮਾਨਸਿਕਤਾ ਦੇ ਉਹ ਲੋਕ ਹੋਣਗੇ। ਔਰ ਮੈਂ ਦਰਅਸਲ ਇਹ ਗੱਲ ਇਸ ਕਰਕੇ ਕਰਨੀ ਚਾਹੁੰਦਾ ਹੈਗਾ ਕਿਉਂਕਿ ਉਹ ਲੋਕ ਨਾ ਜਦੋਂ ਕਿਤੇ ਵੀ ਬੈਠ ਕੇ ਕੋਈ ਗੱਲ ਕਰਦੇ ਆ ਤਾਂ ਉਹਨਾਂ ਦੀਆਂ ਗੱਲਾਂ ਦਾ ਵੀ ਕਿਤੇ ਨਾ ਕਿਤੇ ਕਿਸੇ ਨੌਜਵਾਨ ਦੇ ਉੱਪਰ ਅਸਰ ਜ਼ਰੂਰ ਹੁੰਦਾ ਹੋਊਗਾ।
ਸੋ ਇਸ ਕਰਕੇ ਗੱਲ ਚਾਹੁੰਦਾ ਹੈਗਾ ਕਿ ਜ਼ਰੂਰ ਥੋੜ੍ਹਾ ਜਿਹਾ ਤੁਹਾਡੇ ਅੰਦਰ ਵੀ ਕੁਛ ਨਾ ਕੁਛ ਜ਼ਰੂਰ ਚੱਲਦਾ ਹੋਊਗਾ, ਤਾਂ ਕਿ ਉਹ ਜੇ ਕਿਸੇ ਨੂੰ ਇਹ ਕਹਿਣ ਵੀ ਨਾ ਕਾਕਾ ਉਹਨਾਂ ਦੇ ਮਗਰ ਨਾ ਲੱਗੇ, ਉਹ ਤਾਂ ਰਹਿੰਦੇ ਆ ਬਾਹਰ। ਅਤੇ ਮੈਂ ਤਾਂ ਕਰਕੇ ਚਾਹੁੰਦਾ ਹੈਗਾ ਕਿ ਜੇ ਕੋਈ ਉਹਨਾਂ ਦੀ ਗੱਲ ਸੁਣੇ ਤਾਂ ਉਹਨਾਂ ਨੂੰ ਕਹਿ ਦਿਓ ਕਿ ਭਾਈ ਉਹ ਬਾਹਰ ਜਿਹੜੇ ਰਹਿੰਦੇ ਉਹ ਤਾਂ ਬਾਹਰ ਕਰਦੇ ਆ, ਇੱਥੇ ਵਾਲੇ ਵੀ ਹੈਗੇ, ਇੱਥੇ ਵੀ ਕਰਦੇ ਆ। ਦੇਖੋ 3 ਤਰ੍ਹਾਂ ਦੇ ਲੋਕ ਹੁੰਦੇ ਆ। ਇੱਕ ਤਾਂ ਉਹ ਲੋਕ ਹੁੰਦੇ ਜਿਹੜੇ ਸੁੱਤੇ ਹੁੰਦੇ, ਜਿਨ੍ਹਾਂ ਨੂੰ ਪਤਾ ਨਹੀਂ। ਇੱਕ ਲੋਕ ਹੁੰਦੇ ਜਾਗਿਓ, ਇੱਕ ਹੁੰਦੇ ਮਚਲੇ ਹੋਇਓ। ਜਿਹੜੇ ਤਾਂ ਸੁੱਤੇ ਹੁੰਦੇ ਆ ਉਹਨਾਂ ਨੂੰ ਸਮਝਾਇਆ ਜਾ ਸਕਦਾ, ਚਾਹੇ ਉਹ ਤੁਹਾਡੀ ਗੱਲ ਸਮਝ ਕੇ ਜਾਂ ਹੋਰ ਕਿਸੇ ਦੀ ਗੱਲ ਸਮਝ ਕੇ ਸਮਝ ਜਾਂਦੇ। ਜਿਨ੍ਹਾਂ ਨੂੰ ਨਹੀਂ ਪਤਾ, ਕਈ ਭੋਲੇ ਲੋਕ ਵੀ ਹੁੰਦੇ, ਨੈਰੇਟਿਵ 'ਚ ਫਸ ਜਾਂਦੇ ਆ। ਇੱਕ ਜਿਹੜੇ ਜਾਗਿਓ ਹੁੰਦੇ ਆ, ਉਹ ਸੁਹਿਰਦ ਲੋਕ ਹੁੰਦੇ ਆ, ਉਹਨਾਂ ਨੂੰ ਕੁਛ ਸਮਝਾਉਣ ਦੀ ਲੋੜ ਨਹੀਂ ਪੈਂਦੀ। ਅਤੇ ਜਿਹੜੇ ਤੀਸਰੇ ਤਰ੍ਹਾਂ ਦੇ ਲੋਕ ਹੁੰਦੇ ਨਾ, ਜਿਹੜੀ ਤੁਸੀਂ ਗੱਲ ਕਰਦੇ ਆ ਵੀ ਉਹ ਲੋਕਾਂ ਨੂੰ ਕਿੱਦਾਂ ਸਮਝਾਇਆ ਜਾ ਸਕਦਾ, ਉਹ ਜਿਹੜੇ ਮਚਲੇ ਲੋਕ ਹੁੰਦੇ ਨਾ, ਅਸਲ ਵਿੱਚ ਉਹਨਾਂ ਨੂੰ ਪਤਾ ਸਾਰਾ ਕੁਛ ਹੁੰਦਾ। ਉਹਨਾਂ ਨੂੰ ਪਤਾ ਸਾਰਾ ਕੁਛ ਹੁੰਦਾ। ਅਤੇ ਕਹਿੰਦੇ ਜਿਹੜੇ ਸੁੱਤਾ ਬੰਦਾ ਉਹਨੂੰ ਜਗਾਇਆ ਜਾ ਸਕਦਾ, ਜਾਗੇ ਨੂੰ ਲੋੜ ਨਹੀਂ। ਅਤੇ ਜਿਹੜਾ ਮਚਲਾ ਬੰਦਾ ਉਦੋਂ ਜਾਗਦਾ ਜਦੋਂ ਉਹਦੇ ਆਪਣੇ ਘਰ ਨੂੰ ਅੱਗ ਲੱਗਦੀ ਆ। ਸੋ ਇਹ ਜਿਹੜੇ ਲੋਕ ਅੱਜ ਵਿਰੋਧ ਦੀਆਂ ਗੱਲਾਂ ਕਰਦੇ ਆ ਜਾਂ ਮਤਲਬ ਖਿਲਾਫ ਦੀਆਂ ਗੱਲਾਂ ਕਰਦੇ ਆ, ਸਾਨੂੰ ਉਹਨਾਂ ਨਾਲ ਇਤਰਾਜ਼ ਵੀ ਨਹੀਂ ਹੈਗਾ। ਪਰ ਜਦੋਂ ਉਹਨਾਂ ਦੇ ਆਪਣੇ ਘਰ ਨੂੰ ਅੱਗ ਲੱਗੀ, ਜਦੋਂ ਉਹਨਾਂ ਦੇ ਆਪਣੇ ਘਰ ਦੇ ਵਿੱਚ ਕੋਈ ਚਿੱਟੇ ਦਾ ਟੀਕਾ ਲਾ ਕੇ ਮਰ ਗਿਆ, ਜਦੋਂ ਉਹਨਾਂ ਦੀਆਂ ਆਪਣੀਆਂ ਮਾਵਾਂ ਨੇ ਵੈਣ ਪਾਏ ਸਿਵਿਆਂ ਦੇ ਵਿੱਚ ਜਾ ਕੇ, ਜਦੋਂ ਉਹਨਾਂ ਦੀਆਂ ਆਪਣੇ ਪੁੱਤਾਂ ਨੂੰ ਆਪਣੇ ਪੁੱਤਾਂ ਦੇ ਮੁਕਾਬਲੇ ਬਣਾ ਕੇ ਮਾਰ ਦਿੱਤਾ, ਜਦੋਂ ਉਹਨਾਂ ਦੇ ਆਪਣੀ ਕਿਸੇ ਧੀ ਭੈਣ ਦੇ ਨਾਲ ਕੋਈ ਜਬਰ ਜਨਾਹ ਹੋਇਆ, ਉਹਨਾਂ ਨੇ ਆਪ ਹੀ ਜਾਗ ਜਾਣਾ। ਉਹਨਾਂ ਨੂੰ ਸਮਝਾਉਣ ਦੀ ਲੋੜ ਨਹੀਂ। ਜਿਹੜੇ ਵਿਰੋਧ ਕਰਦੇ ਆ ਉਹ ਵੀ ਵਿਰੋਧ ਕਰਨ, ਪਰ ਜਦੋਂ ਉਹਨਾਂ ਦੇ ਆਪਣੇ ਘਰ ਨੂੰ ਅੱਗ ਲੱਗੀ, ਉਸ ਵੇਲੇ ਉਹਨਾਂ ਕੋਲ ਕੋਈ ਸਮਾਂ ਨਹੀਂ ਬਚਣਾ। ਵਾਕਈ ਮੈਨੂੰ ਲੱਗਦਾ ਕਿ ਇਸ ਗੱਲ ਦੀ ਇੰਤਜ਼ਾਰ ਨਹੀਂ ਕਰਨੀ ਚਾਹੀਦੀ ਕਿ ਅੱਗ ਦਾ ਸੇਕ ਆਪਣੇ ਘਰ ਤੱਕ ਆਵੇ। ਜਿਹੜੀਆਂ ਗੱਲਾਂ ਵੀਰ ਨੇ ਗਣਾਈਆਂ ਹੈਗੀਆਂ ਨੇ ਕਿ ਉਹਨਾਂ ਦੇ ਘਰ ਦੇ ਵਿੱਚ ਆਹ ਨਾ ਹੋ ਜਾਵੇ, ਆਹ ਨਾ ਹੋ ਜਾਵੇ, ਫਿਰ ਜਾਗਣਾ, ਮੈਨੂੰ ਲੱਗਦਾ ਕਿ ਸਮਾਂ ਰਹਿੰਦਿਆਂ ਇਸ ਗੱਲ ਦਾ ਇੰਤਜ਼ਾਰ ਨਾ ਕੀਤਾ ਜਾਵੇ ਕਿ ਸਾਡੇ ਘਰ ਦੇ ਵਿੱਚ ਸਾਡਾ ਨੌਜਵਾਨ ਪੁੱਤ ਕਿਤੇ ਪਿਓ ਨੂੰ ਇਹ ਦਿਨ ਦੇਖਣਾ ਪਵੇ ਕਿ ਆਪਣੇ ਪੁੱਤ ਦੀ ਅਰਥੀ ਨੂੰ ਮੋਢਾ ਦੇਣਾ ਪਵੇ, ਕਿਤੇ ਉਹ ਦਿਨ ਨਾ ਆਉਣ। ਇਸ ਕਰਕੇ ਸਮਾਂ ਰਹਿੰਦਿਆਂ ਹੀ ਸਾਰਿਆਂ ਨੂੰ ਜਾਗਣਾ ਚਾਹੀਦਾ ਹੈਗਾ ਕਿ ਆਪਾਂ ਸਮਾਂ ਰਹਿੰਦਿਆਂ ਜਾਗੀਏ। ਸੋ ਕਰਨੈਲ ਸਿੰਘ ਲਵਲੀ ਜੀ, ਬਹੁਤ ਤਰ੍ਹਾਂ ਦੇ ਲੋਕ ਹੁੰਦੇ ਆ। ਮੈਨੂੰ ਲੱਗਦਾ ਕਿ ਜਦੋਂ ਤੁਸੀਂ ਗੱਲ ਕਰ ਰਹੇ ਸੀ ਨਾ, ਜਿਹੜੇ ਮਚਲੇ ਲੋਕ ਹੁੰਦੇ ਆ, ਘੇਸਲਵੱਟੀ ਹੁੰਦੀ ਜਿਨ੍ਹਾਂ ਨੇ, ਮੈਨੂੰ ਲੱਗਦਾ ਕਿ ਉਹ ਸ਼ਾਇਦ ਉਸ ਬੱਚੇ ਵਰਗੇ ਹੁੰਦੇ ਆ। ਮੈਨੂੰ ਚੇਤਾ ਸੀ ਛੋਟੇ ਹੁੰਦੇ ਸੀਗੇ ਅਤੇ ਘਰਦਿਆਂ ਨੇ ਨਾ ਸਕੂਲ ਜਾਣ ਤੋਂ ਉਠਾਉਣਾ ਵੀ ਪੁੱਤ ਉੱਠੋ ਸਕੂਲੇ ਜਾਓ। ਹੁਣ ਜਦੋਂ ਤੇ ਸੁੱਤੇ ਹੋਣਾ ਫਿਰ ਤੇ ਮੋਢੇ ਫੜ ਕੇ ਉਠਾਉਣਾ, ਫਿਰ ਤਾਂ ਉੱਠ ਜਾਣਾ। ਫਿਰ ਕਈ ਵਾਰੀ ਨਾ ਇੱਦਾਂ ਮਚਲੇ ਹੋ ਜਾਣਾ, ਆਵਾਜ਼ਾਂ ਪਈ ਜਾਣੀਆਂ, ਸੁਣੀ ਵੀ ਜਾਣਾ ਆ, ਰਜਾਈ ਵਿੱਚੋਂ ਮੂੰਹ ਜਾਂ ਬਾਹਰ ਕੱਢ ਕੇ ਦੇਖ ਵੀ ਲੈਣਾ, ਘੜੀ ਉੱਤੇ 8:30 ਵੱਜ ਗਏ ਆ, 9 ਵਜੇ ਸਕੂਲ ਲੱਗਣਾ, ਘੇਸਲ ਵੱਟ ਕੇ ਸੁੱਤੇ ਰਹਿਣਾ। ਅਤੇ ਸਾਡੇ ਪਾਪਾ ਜੀ ਨੇ ਕਹਿਣਾ ਵੀ ਜਿਹੜਾ ਘੇਸਲ ਵੱਟੀ ਨਾ, ਜਿਹਨੇ ਇਹਨੂੰ ਨਹੀਂ ਕੋਈ ਵੀ ਉਠਾ ਸਕਦਾ। ਮੈਨੂੰ ਲੱਗਦਾ ਕਿ ਉਸ ਬੱਚੇ ਵਰਗੇ ਹੈਗੇ ਆ ਉਹ, ਪਰ ਮੈਨੂੰ ਲੱਗਦਾ ਕਿ ਉਸ ਬਚਪਨ 'ਚੋਂ ਬਾਹਰ ਨਿਕਲਣਾ ਚਾਹੀਦਾ ਹੈਗਾ ਉਹਨਾਂ ਨੂੰ। ਕੁਛ ਹੋਰ ਦੇਖੋ, ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਜਿਹੜੀ ਵਿਸਰ ਗਈ ਸੀ ਦਿਮਾਗ 'ਚੋਂ, ਕਿ ਜਿਹੜੇ ਪੰਜਾਬ ਦੇ ਵਿੱਚ ਹਾਲਾਤ ਬਣੇ ਹੋ ਨਾ, ਕਈ ਲੋਕ ਇਸ ਚੀਜ਼ ਨੂੰ ਇੱਦਾਂ ਲਿਖਦੇ ਆ, ਇੱਦਾਂ ਦੇਖਦੇ ਆ ਵੀ ਖਰੇ ਸਿੱਖਾਂ ਨੇ ਜਾਂ ਸਿੱਖ ਕੌਮ ਨੇ ਈਸਾਈਆਂ ਦੇ ਖਿਲਾਫ ਕੋਈ ਲੜਾਈ ਸ਼ੁਰੂ ਕਰ ਦਿੱਤੀ। ਕਈ ਇਸ ਚੀਜ਼ ਨੂੰ ਇੱਦਾਂ ਦੇਖਦੇ ਆ। ਅਤੇ ਜਿਹੜੇ ਲੋਕ ਸ਼ੁਰੂ ਤੋਂ ਹੀ ਪੰਜਾਬ ਵਿਰੋਧੀ ਰਹੇ ਆ, ਸਿੱਖ ਵਿਰੋਧੀ ਰਹੇ ਆ, ਉਹਨਾਂ ਨੂੰ ਮੌਕਾ ਮਿਲ ਜਾਂਦਾ, ਉਹ ਹੋਰ ਗੱਲਾਂ ਕਰਨ ਲੱਗ ਪੈਂਦੇ ਆ, ਇਸ ਚੀਜ਼ ਨੂੰ ਤੂਲ ਦੇ ਰਹੇ ਆ। ਪਰ ਇੱਥੇ ਮੈਂ ਇਹ ਦੱਸਣਾ ਚਾਹੁੰਦਾ, ਸਿੱਖ ਦੀ ਲੜਾਈ ਕਿਸੇ ਧਰਮ ਦੇ ਨਾਲ ਨਹੀਂ ਹੋ, ਕਿਸੇ ਵਰਗ ਨਾਲ ਨਹੀਂ ਹੋ, ਜਾਤ ਨੂੰ ਸਿੱਖ ਮੰਨਦਾ ਨਹੀਂ ਹੋ। ਅਤੇ ਸਿੱਖ ਦੀ ਲੜਾਈ ਹਕੂਮਤ ਦੇ ਨਾਲ ਆ। ਜਿਹੜੇ ਲੋਕ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ, ਜਿਹੜੇ ਹਕੂਮਤ ਦਾ ਟੂਲ ਬਣ ਕੇ ਪੰਜਾਬ ਨੂੰ ਉਜਾੜਨਾ ਚਾਹੋਗੇ, ਸਿੱਖ ਕੌਮ ਨੂੰ ਉਜਾੜਨਾ ਚਾਹੋਗੇ, ਸਿੱਖ ਕੌਮ ਦੇ ਖਿਲਾਫ ਜਿਹੜੀਆਂ ਸਾਜ਼ਿਸ਼ਾਂ ਰਚੂਗੇ, ਉਹਦਾ ਸਿੱਖ ਕੌਮ ਜਿਹੜਾ ਡਟ ਕੇ ਵਿਰੋਧ ਕਰੂਗੀ। ਔਰ ਇਹ ਜਿਹੜੇ ਹਾਲਾਤ ਬਣੇ ਆ, ਜਿਹੜੇ ਪਾਸਟਰ ਵੀ ਹੈਗੇ ਆ, ਜਿਹੜੇ ਉਹ ਪਾਸਟਰ ਆ ਜਿਹੜੇ ਕਰਾਮਾਤਾਂ ਦੇ ਨਾਲ ਜਾਂ ਅੰਧ ਵਿਸ਼ਵਾਸ ਮਨੁੱਖਤਾ ਵਿੱਚ ਲੋਕਾਂ ਦੇ ਵਿੱਚ ਫੈਲਾ ਕੇ ਉਹ ਸਮਝਦੇ ਆ ਵੀ ਖਰੇ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰਦੇ ਹਾਂ। ਪਰ ਜਿਹੜੇ ਮੈਂ ਉਹਨਾਂ ਜਿਹੜੇ ਪਾਸਟਰ ਸਾਹਿਬਾਨ ਆ, ਜਿਹੜੇ ਸੁਹਿਰਦ ਬੰਦੇ ਆ, ਈਸਾਈ ਭਾਈਚਾਰੇ ਦੇ ਸੁਹਿਰਦ ਬੰਦੇ ਆ, ਜਿਹੜੇ ਇਹ ਕਹਿੰਦੇ ਆ, ਇਹ ਆਪਣੇ ਸਟੇਜਾਂ ਦੇ ਉੱਤੇ ਵੀ ਕਹਿੰਦੇ ਆ, ਚੈਨਲਾਂ ਦੇ ਵਿੱਚ ਵੀ ਸੁਹਿਰਦ ਪਾਸਟਰ ਇਹ ਗੱਲ ਕਹਿੰਦੇ ਆ ਕਿ ਸਾਡਾ ਉਹ ਲੋਕਾਂ ਦੇ ਨਾਲ ਕੋਈ ਸੰਬੰਧ ਨਹੀਂ ਹੈਗੇ ਜਿਹੜੇ ਅੰਧ ਵਿਸ਼ਵਾਸ ਫੈਲਾ ਰਹੇ ਆ, ਆਪਣੇ ਈਸਾਈਅਤ ਦੇ ਨਾਂ 'ਤੇ ਕਰਾਮਾਤਾਂ ਕਰਦੇ ਆ, ਪਖੰਡਵਾਦ ਫੈਲਾ ਰਹੇ। ਸਾਡਾ ਕੋਈ ਜਿਹੜਾ ਉਹਨਾਂ ਦੇ ਨਾਲ ਸੰਬੰਧ ਨਹੀਂ। ਮੇਰੀ ਉਹਨਾਂ ਨੂੰ ਬੇਨਤੀ ਆ, ਜੇਕਰ ਤੁਹਾਡਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੈਗੇ ਤਾਂ ਫਿਰ ਤੁਸੀਂ ਵੀ ਸਿੱਖ ਕੌਮ ਦੇ ਨਾਲ ਭਾਈ ਅਮਰਤਪਾਲ ਸਿੰਘ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਖਿਲਾਫ ਜੰਗ ਦਾ ਐਲਾਨ ਕਰੋ ਵੀ ਇਹ ਜਿਹੜਾ ਪਖੰਡਵਾਦ ਸਾਡੇ ਧਰਮ ਲਈ ਵੀ ਘਾਤਕ ਵਾ ਔਰ ਪੰਜਾਬ ਦੇ ਲਈ ਵੀ ਘਾਤਕ ਆ, ਸਿੱਖ ਕੌਮ ਲਈ ਵੀ ਘਾਤਕ ਆ। ਅਸੀਂ ਭਾਈਚਾਰਕ ਸਾਂਝ ਚਾਹੁੰਦੇ, ਜੇ ਅਸਲ ਵਿੱਚ ਭਾਈਚਾਰਕ
ਕਿਸਾਨ ਚਾਹੁੰਦੇ ਆ ਸੁਹਿਰਦ ਪਾਸਟਰ ਸਾਹਿਬਾਨ ਵੀ ਜਿਹੜੇ ਹੈਗੇ ਆ ਉਹ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨ, ਆਪਣੇ ਘਰ ਤੋਂ ਜਿਹੜੀ ਇਹ ਲੜਾਈ ਜਿਹੜੀ ਆ ਇਹ ਸ਼ੁਰੂ ਕਰਨ, ਨਾ ਕਿ ਇਕੱਲੇ ਬਿਆਨ ਦੇਣ ਜਾਂ ਚੈਨਲਾਂ ਦੇ ਉੱਤੇ ਗੱਲ ਕਰਨ। ਜ਼ਰੂਰ ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਇਹ ਮੁਹਿੰਮ ਆ ਪਖੰਡਵਾਦ ਦੇ ਖਿਲਾਫ, ਧਰਮ ਪਰਿਵਰਤਨ ਜਿਹੜਾ ਹੋ ਰਿਹਾ ਅਲੱਗ-ਅਲੱਗ ਜਗ੍ਹਾ ਦੇ ਉੱਤੇ, ਉਹਦੇ ਖਿਲਾਫ ਇਹ ਭਾਈ ਜਿਹੜੇ ਸੁਹਿਰਦ ਪਾਸਟਰ ਆ ਉਹ ਵੀ ਭਾਈ ਅੰਮ੍ਰਿਤਪਾਲ ਸਿੰਘ ਦਾ ਡਟ ਕੇ ਸਾਥ ਜ਼ਰੂਰ ਦੇਣ। ਅੰਮ੍ਰਿਤਪਾਲ ਸਿੰਘ ਨੇ ਹੁਣ ਤੱਕ ਜਿੰਨਾ ਵੀ ਕੰਮ ਕੀਤਾ ਹੈਗਾ, ਜਿਸ ਤਰੀਕੇ ਨਾਲ ਵੀ ਕੰਮ ਕੀਤਾ ਹੈਗਾ, ਅੰਮ੍ਰਿਤਪਾਲ ਸਿੰਘ ਦੀ ਦਸਤਾਰ, ਰਫਤਾਰ, ਗੁਫਤਾਰ ਅਤੇ ਸਾਰਾ ਕੁਛ ਜੋ ਵੀ ਹੈਗਾ, ਤੁਹਾਨੂੰ ਲੱਗਦਾ ਕਿ ਕੌਮ ਦਾ ਭਵਿੱਖ ਜਿਹੜਾ ਹੈਗਾ ਉਹਦੇ ਵਿੱਚ ਇੱਕ ਵੱਡੀ ਕੋਈ ਛਾਪ ਛੱਡ ਕੇ ਜਾਊਗਾ ਅੰਮ੍ਰਿਤਪਾਲ ਸਿੰਘ? ਦੇਖੋ, ਇਹ ਤਾਂ ਜੇ ਆਪਾਂ ਗੱਲ ਕਰੀਏ ਤਾਂ ਕੋਈ ਕਿਸੇ ਦੇ ਉੱਤੇ ਕਿਰਪਾ ਦੇ ਨਾਲ, ਕਿਸੇ ਬੰਦੇ ਨੇ ਕਿਰਪਾ ਦੇ ਨਾਲ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਿਸੇ ਮਨੁੱਖ ਨੇ, ਕਿਸੇ ਬੰਦੇ ਨੇ ਕਿੱਥੇ ਤੱਕ ਪਹੁੰਚ ਜਾਣਾ, ਇਹ ਕੋਈ ਨਹੀਂ ਕਿਹਾ ਜਾ ਸਕਦਾ। ਆਉਣ ਵਾਲੇ ਸਮੇਂ 'ਚ ਐਫਰਟ ਜ਼ਰੂਰ ਕੀਤਾ ਜਾ ਸਕਦਾ ਵਾ, ਔਰ ਇਤਿਹਾਸ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਵੀ ਹੈਗੀਆਂ ਵੀ ਕਿੱਦਾਂ ਇੱਕ ਸਿੱਖ ਜਿਹੜਾ 1.25 ਲੱਖ 'ਤੇ ਭਾਰੂ ਹੁੰਦਾ ਰਿਹਾ ਵਾ, ਅਤੇ ਉਸ ਟਾਈਮ ਦੇ ਉੱਤੇ ਵੀ ਜਦੋਂ ਇੱਥੇ ਜਿਹੜੇ ਲੋਕ ਵਾ ਉਹ ਬਿਲਕੁਲ ਜ਼ੁਲਮ ਦਾ ਸ਼ਿਕਾਰ ਹੋ ਗਏ ਸੀ, ਕੋਈ ਸਿਰ ਚੱਕਣ ਦੀ ਜ਼ਰੂਰਤ ਨਹੀਂ ਕਰਦਾ ਸੀ। ਉਦੋਂ ਕਿੱਥੋਂ ਮਤਲਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਕਿੱਥੋਂ ਕਿਹੜੀ ਸਟੇਟ ਤੋਂ ਜਦੋਂ 5 ਪਿਆਰੇ ਆ ਕੇ ਸਿਰ ਦੇਣ, ਗੁਰੂ ਸਾਹਿਬ ਦੇ ਲਈ ਸਿਰ ਦੇਣ ਲਈ, ਕੌਮ ਦੇ ਲਈ ਸਿਰ ਦੇਣ ਲਈ ਆ ਗਏ ਸੀਗੇ, ਤਾਂ ਐਡਾ ਵੱਡਾ ਜਿਹੜਾ ਹਜੂਮ ਸੀਗਾ, ਅਲੱਗ-ਅਲੱਗ ਸਟੇਟਾਂ ਤੋਂ, ਅਲੱਗ-ਅਲੱਗ ਰਿਆਸਤਾਂ, ਅਲੱਗ-ਅਲੱਗ ਰਾਜਾਂ ਤੋਂ ਜਿਹੜੇ ਲੋਕ ਆ ਗਏ ਸੀਗੇ ਗੁਰੂ ਸਾਹਿਬ ਦੀ ਇੱਕ ਆਵਾਜ਼ ਦੇ ਉੱਤੇ। ਤਾਂ ਬੰਦਾ ਸਿੰਘ ਬਹਾਦਰ ਜਦੋਂ ਨੰਦੇੜ ਸਾਹਿਬ ਤੋਂ ਚੱਲੇ ਆ, ਇੱਥੇ ਆ ਕੇ ਕਿੰਨਾ ਇੱਥੇ ਹਾਲਾਤ ਉਸ ਟਾਈਮ 'ਤੇ ਖਰਾਬ ਸੀਗੇ, ਤਾਂ ਬੰਦਾ ਸਿੰਘ ਬਹਾਦਰ ਤੋਂ ਗੁਰੂ ਸਾਹਿਬ ਦੀ ਕਿਰਪਾ ਹੀ ਸੀ, ਜਾਂ 5 ਤੀਰ ਸੀਗੇ, ਜਾਂ ਇੱਥੇ ਉਹ ਜਥੇਬੰਦੀਆਂ ਸੀ ਜਾਂ ਜਥੇ ਸੀਗੇ ਜਿਨ੍ਹਾਂ ਨੂੰ ਆ ਕੇ ਇਕੱਠੇ ਕਰਕੇ, ਔਰ ਐਡੀ ਵੱਡੀ ਮੁਗਲ ਹਕੂਮਤ ਦੇ ਖਿਲਾਫ ਜਿਹੜੀ ਇੱਕ ਕੱਲੀ ਜੰਗ ਲੜੀ ਨਹੀਂ ਤੇ ਰਾਜ ਵੀ ਸਥਾਪਿਤ ਕਰਕੇ ਦੱਸ ਦਿੱਤਾ, 900 ਸਾਲ ਦੀ ਗੁਲਾਮੀ ਵੀ ਕੱਟ ਦਿੱਤੀ। ਸੋ ਮੇਰੇ ਕਹਿਣ ਦਾ ਮਤਲਬ ਆ ਸਿੱਖ ਵਿੱਚ ਵੀ ਗੁਰੂ ਆਪ ਵਰਤਦਾ, ਜੇ ਸਿੱਖ ਉਸ ਸਿਧਾਂਤਾਂ 'ਤੇ ਪਹਿਰਾ ਦੇਵੇ, ਗੁਰੂ ਆਪ ਜਿਹੜਾ ਵਰਤਦਾ ਸਿੱਖ ਦੇ ਵਿੱਚ, ਅਤੇ ਐਫਰਟ ਕਰਨਾ ਹਰ ਸਿੱਖ ਦਾ, ਹਰ ਮਨੁੱਖ ਦਾ ਕੰਮ ਆ। ਔਰ ਅੱਗੇ ਹਾਲਾਤ ਕੀ ਬਣਨੇ ਆ ਇਹ ਤਾਂ ਸਮਾਂ ਹੀ ਦੱਸੂਗਾ। ਮਤਲਬ ਅੰਮ੍ਰਿਤਪਾਲ ਸਿੰਘ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਨੂੰ ਤੁਸੀਂ ਠੀਕ ਸਮਝਦੇ ਹੋ? ਬਿਲਕੁਲ, ਭਾਈ ਅੰਮ੍ਰਿਤਪਾਲ ਸਿੰਘ ਹੁਣੇ ਜਿਹੜੇ ਆ ਸਿੱਖ ਨੌਜਵਾਨਾਂ ਨੂੰ ਨਸ਼ੇ 'ਚੋਂ ਕੱਢ ਰਹੇ ਆ। ਆਪਣੀ ਕੌਮ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਇੱਕ ਨੈਗੇਟਿਵਿਟੀ ਜਿਹੀ ਫੈਲੀ, ਉਹ ਨੈਰੇਟਿਵ ਜਿਹਾ ਵੀ ਪਤਾ ਨਹੀਂ ਮਤਲਬ ਸਾਡਾ ਪਤਾ ਨਹੀਂ ਕੀ ਬਣੂ, ਪੰਜਾਬ ਦਾ ਨੌਜਵਾਨਾਂ ਦਾ ਕੀ ਬਣੂ। ਇੱਕ ਨੌਜਵਾਨਾਂ 'ਚੋਂ ਨੈਗੇਟਿਵਿਟੀ ਚੱਕ ਰਹੇ ਆ ਔਰ ਹੋਕਾ ਦੇ ਰਹੇ ਆ ਵੀ ਉੱਠੋ, ਕੁਛ ਨਹੀਂ ਹੋਇਆ, ਐਵੇਂ ਘੇਸਲ ਜੇ ਵੱਟ ਕੇ ਨਾ ਬੈਠੇ ਰਹੋ, ਚਾਹੇ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹਦੇ ਆ, ਆਪਣੇ ਸਿਧਾਂਤ 'ਤੇ ਚੱਲੋ। ਦੇਖੋ, ਨਸ਼ੇ ਛਡਾ ਰਹੇ ਆ, ਉਹ ਨਸ਼ੇ ਛਡਾ ਰਹੇ ਆ ਔਰ ਅੰਮ੍ਰਿਤ ਛਕਾ ਰਹੇ ਆ। ਅਤੇ ਮੈਂ ਇਹ ਦੱਸਣਾ ਚਾਹੁੰਦਾ, ਠੀਕ ਆ ਕਈ ਇੱਥੇ ਕਮੈਂਟ ਵੀ ਕਰਦੇ ਆ, ਉਲਟੇ ਸਿੱਧੇ ਵੀ ਕਮੈਂਟ ਕਰੂਗੇ, ਪਰ ਇੱਕ ਗੱਲ ਯਾਦ ਰੱਖਿਓ, ਜਿਹੜੇ ਘਰ ਦੇ ਵਿੱਚ ਇੱਕ ਵੀ ਨੌਜਵਾਨ ਕੋਈ ਚਿੱਟਾ ਪੀਂਦਾ ਹੋਵੇ, ਨਸ਼ਾ ਵਰਤਦਾ ਹੋਵੇ ਨਾ, ਉਹ ਇਕੱਲਾ ਇੱਕ ਨੌਜਵਾਨ ਖਤਮ ਨਹੀਂ ਹੁੰਦਾ, ਉਹਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਖਤਮ ਹੋ ਜਾਂਦੀਆਂ। ਸੋ ਉਹ ਜਿਸ ਘਰ ਦੇ ਵਿੱਚੋਂ ਕੋਈ ਨੌਜਵਾਨ ਨਸ਼ਾ ਛੱਡ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਕਹਿਣ 'ਤੇ ਅੰਮ੍ਰਿਤ ਛਕਿਆ ਹੋਊਗਾ, ਨਸ਼ਾ ਛੱਡਿਆ ਹੋਊਗਾ ਨਾ, ਕਦੀ ਉਸ ਪਰਿਵਾਰ ਨਾਲ ਬੈਠ ਕੇ ਉਹ ਜਿਹੜੀ ਖੁਸ਼ੀ ਆ ਉਹ ਦੇਖਿਓ, ਉਸ ਪਰਿਵਾਰ ਦੇ ਵਿੱਚ ਤਾਂ ਇੱਦਾਂ ਹੋਊਗਾ ਜਿੱਦਾਂ ਕੋਈ ਮੁਰਦਾ ਜਿੰਦਾ ਹੋ ਗਿਆ ਹੁੰਦਾ, ਉਸ ਪਰਿਵਾਰ ਨੂੰ ਇੰਨੀ ਖੁਸ਼ੀ ਹੋਊਗੀ। ਸੋ ਇਹ ਜਿਹੜਾ ਕੰਮ ਆ ਬਿਲਕੁਲ ਭਾਈ ਅੰਮ੍ਰਿਤਪਾਲ ਸਿੰਘ ਹੁਣੇ ਆਪਣੀ ਕੌਮ ਦੇ ਲਈ, ਪੰਜਾਬ ਦੇ ਲਈ, ਆਪਣੇ ਹੱਕਾਂ ਦੇ ਲਈ, ਨੌਜਵਾਨਾਂ ਦੇ ਭਲੇ ਦੇ ਲਈ ਔਰ ਸਾਰੀ ਮਨੁੱਖਤਾ ਦੇ ਭਲੇ ਦੀ, ਸਰਬੱਤ ਦੇ ਭਲੇ ਦੀ ਗੱਲ ਕਰਦੇ ਪਏ ਭਾਈ ਅੰਮ੍ਰਿਤਪਾਲ ਸਿੰਘ ਹੁਣੇ। ਤਾਂ ਮੈਂ ਸਮਝਦਾ ਸਾਰੇ ਧਰਮਾਂ ਦੇ ਜਿਹੜੇ ਲੋਕ ਆ, ਜਿਹੜੇ ਹੋਰ ਵੀ ਜਿਹੜੇ ਲੋਕ ਆ, ਮੈਂ ਤਾਂ ਵਿਰੋਧੀਆਂ ਨੂੰ ਵੀ ਇਹ ਬੇਨਤੀ ਕਰਦਾ ਵੀ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਵੀ ਤੁਸੀਂ ਵਿਚਾਰ ਵੀ ਕਰ ਲਿਆ ਕਰੋ ਵੀ ਸਾਡਾ ਕੋਈ ਕਿਸੇ ਧਰਮ ਨਾਲ ਖੜੋ ਪਿਆਰ ਆ, ਤੁਸੀਂ ਵਿਚਾਰ ਵੀ। ਭਾਈ ਅੰਮ੍ਰਿਤਪਾਲ ਸਿੰਘ ਵਿਚਾਰ ਤੋਂ ਕਦੇ ਭੱਜਦੇ ਨਹੀਂ, ਔਰ ਉਹਨਾਂ ਨੇ ਕਿਹਾ ਵਾ ਜੇ ਕਿਸੇ ਨੂੰ ਕੋਈ ਡਾਊਟ ਆ, ਜਿੱਥੇ ਅਸੀਂ ਬੈਠਦੇ ਹਾਂ ਉੱਥੇ ਜਾ ਕੇ ਸਾਡੇ ਨਾਲ ਵਿਚਾਰ ਵੀ ਕਰ ਸਕਦਾ, ਪਰ ਜੇ ਕੋਈ ਚੜ੍ਹ ਕੇ ਆਉਣ ਦੀ ਇੱਛਾ ਕਰੂਗਾ ਤੇ ਉਹਦੇ ਲਈ ਵੀ ਜਿਹੜੀ ਸਿੱਖ ਕੌਮ ਆ ਪੂਰੀ ਤਿਆਰ ਆ। ਵਾਕਈ ਮੈਂ ਇਹ ਗੱਲ ਤੁਹਾਨੂੰ ਤਾਂ ਪੁੱਛੀ ਸੀਗੀ ਕਿ ਮੈਨੂੰ ਨਾ ਅੱਜ ਬੀਬੀ ਜਗੀਰ ਕੌਰ ਨੂੰ ਮੁਅੱਤਲ ਕਰਤਾ ਅਕਾਲੀ ਦਲ ਵਾਲਿਆਂ ਨੇ। ਕਈ ਵਾਰੇ ਪਹਿਲਾਂ ਮੈਨੂੰ ਯਾਦ ਭੁੱਲ ਗਿਆ ਕਿਹੜੇ ਸੰਨ ਦੀ ਗੱਲ ਹੈਗੀ ਆ, ਉਹਨੇ ਨਾ ਇਹ ਗੱਲ ਆਖੀ ਸੀ, ਕਹਿੰਦੀ ਮੈਨੂੰ ਸੁਖਬੀਰ ਬਾਦਲ ਦੀਆਂ ਅੱਖਾਂ ਦੇ ਵਿੱਚੋਂ ਸਿੱਖ ਕੌਮ ਦਾ ਭਵਿੱਖ ਨਜ਼ਰ ਆਉਂਦਾ, ਬੀਬੀ ਨੂੰ ਨਜ਼ਰ ਆਉਂਦਾ ਸੀਗਾ। ਅਤੇ ਉਹ ਮੈਂ ਤਾਂ ਤੁਹਾਨੂੰ ਪੁੱਛੀ ਇਹ ਗੱਲ ਭਈ ਤੁਹਾਨੂੰ ਕਿੱਦਾਂ ਦਾ ਕੁਛ ਨਜ਼ਰ ਆਉਂਦਾ ਹੈ ਨਾ। ਹਾਲਾਂਕਿ ਬੀਬੀ ਨੇ ਤਾਂ ਉਹ ਲੈਣੀ ਸੀਗੀ ਪ੍ਰਧਾਨਗੀ, ਉਹ ਤਾਂ ਖੁਸ਼ਾਮਦਾ ਕਰਦੀ ਸੀਗੀ ਹੈ ਨਾ। ਹੁਣ ਵੀ ਕਹਿੰਦੀ ਸੀ ਮੈਨੂੰ ਸੇਵਾ ਦਾ ਇੱਕ ਹੋਰ ਮੌਕਾ ਦੇ ਦਿਓ,
ਤੇ ਅਗਲੇ ਨੇ ਸੇਵਾ ਦਾ ਮੌਕਾ ਦਿੱਤਾ ਨਹੀਂ, ਤੇ ਇਹ ਪਤਾ ਨਹੀਂ ਅੰਦਰ ਖਾਤੇ ਕਿੰਨੀ ਕੁ ਜਿੱਦ ਕੀਤੀ ਹੋਊਗੀ, ਕੀ ਹਾਲਾਤ ਬਣੇ ਹੋਣਗੇ, ਅਗਲੇ ਨੇ ਚੱਕ ਕੇ ਲਾਂਭੇ ਕਰ ਦਿੱਤਾ। ਸੋ ਉਹ ਹੁਣ ਘਰੋਂ ਉੱਥੋਂ ਬਾਹਰ ਨਿਕਲ ਕੇ ਆ ਗਈ, ਤੇ ਕਿਸੇ ਨੇ ਵੀ ਮੂਹਰੇ ਅੱਖਾਂ ਵਿਛਾ ਕੇ ਉਹਦਾ ਸਵਾਗਤ ਨਹੀਂ ਕੀਤਾ ਕਿ ਬੀਬੀ ਚੰਗਾ ਹੋਇਆ ਤੂੰ ਆ ਗਈ ਆ, ਚੱਲ ਤੂੰ ਬਹੁਤ ਚੰਗੇ ਕੰਮ ਕਰਦੀ ਸੀ, ਉਸ ਪਾਰਟੀ ਨੇ ਤੈਨੂੰ ਕੱਢ ਦਿੱਤਾ। ਪਤਾ ਹੀ ਆ ਸਾਰਿਆਂ ਨੂੰ ਵੀ ਕੀ ਕੀਤਾ ਹੈਗਾ ਉਹਨੇ। ਸੋ ਅਖੀਰ ਦੇ ਵਿੱਚ ਜਾਂਦੇ ਜਾਂਦੇ ਜਿਹੜੀ ਉਹ ਚਮਕ ਹੈਗੀ ਆ ਨੌਜਵਾਨਾਂ ਦੇ ਚਿਹਰਿਆਂ ਦੇ ਉੱਪਰ ਮੈਂ ਕਈ ਵਾਰ ਵੇਖਦਾ ਹੈਗਾ ਆ। ਅੱਜ ਪੰਜਾਬ ਦੀ ਧਰਤੀ ਦੇ ਉੱਪਰ ਪਤਿਤ ਪੁਣੇ ਦੀਆਂ ਲਹਿਰਾਂ ਪਿੱਛੇ ਬਹੁਤ ਕੁਛ ਚੱਲ ਕੇ ਹਟਿਆ, ਡੇਰਾਵਾਦ ਨੇ ਢਾਹ ਲਾਈ, ਨਸ਼ਿਆਂ ਦੀ ਵੀ ਗੱਲ ਹੋ ਹਟੀ ਹੈ। ਅੱਜ ਦੁਬਾਰਾ ਇੱਕ ਵਾਰ ਫਿਰ ਸਿਰਾਂ ਦੇ ਉੱਪਰ ਪੱਗਾਂ ਰੰਗ ਬਰੰਗੀਆਂ ਨਜ਼ਰ ਆਉਣ ਲੱਗ ਪਈਆਂ, ਨੌਜਵਾਨਾਂ ਦੇ ਸਿਰਾਂ ਦੇ ਉੱਪਰ ਦਮਾਲੇ ਵੀ ਸਾਨੂੰ ਹੁਣ ਨਜ਼ਰ ਆਉਣ ਲੱਗ ਪਏ ਆ। ਨੌਜਵਾਨਾਂ ਨੂੰ ਕੁਛ ਨਾ ਕੁਛ ਜ਼ਰੂਰ ਤੁਹਾਡੇ ਅੰਦਰ ਜੋ ਚੱਲਦਾ ਹੋਊਗਾ, ਕਿਉਂਕਿ ਕਈ ਵਾਰ ਇੱਦਾਂ ਹੁੰਦੀ ਹੈਗੀ ਹੈ ਕਿ ਜਦੋਂ ਨਾ ਇੱਕ ਜਜ਼ਬਾਤੀ ਜਿਹਾ ਹੋ ਕੇ ਤੁਸੀਂ ਰੌਂਚ ਬਹਿ ਕੇ ਇੱਥੇ ਆ ਜਾਂਦੇ ਹੈਗੇ ਆ, ਪਰ ਜਦੋਂ ਮਾੜਾ ਜਿਹਾ ਫੇਕ 'ਤੇ ਖੜਾ ਆਉਂਦਾ ਹੈਗਾ ਫਿਰ ਥੱਲੇ ਨੂੰ ਡਾਊਨ ਹੋ ਜਾਂਦੇ ਆ। ਸੋ ਜਿਹੜਾ ਇੱਥੇ ਆ ਗਿਆ ਨਾ, ਦੁਬਾਰਾ ਨੌਜਵਾਨ ਥੱਲੇ ਨੂੰ ਨਾ ਜਾਣ, ਉਹਦੇ ਲਈ ਕੋਈ ਨਾ ਕੋਈ ਲਫ਼ਜ਼ ਤੁਹਾਡੇ ਕੋਲ ਹੈ ਦੋ ਚਾਰ? ਦੇਖੋ, ਨੌਜਵਾਨਾਂ ਨੂੰ ਇਹੀ ਬੇਨਤੀ ਆ ਕਿ ਪਹਿਲਾਂ ਸਮਾਂ ਕੁਛ ਹੋਰ ਸੀਗਾ, ਜਦੋਂ ਸਿੱਖਾਂ ਦੀ ਨਸਲਕੁਸ਼ੀ ਹੋਈ ਸਿੱਖ ਨੌਜਵਾਨਾਂ ਦੀ, ਉਸ ਟਾਈਮ 'ਤੇ ਕੋਈ ਸੋਰਸ ਨਹੀਂ ਸੀਗੇ ਪੜ੍ਹਨ ਦੇ। ਜੇ ਪੜ੍ਹਨ ਦੀ ਕੋਈ ਚੀਜ਼ ਵੀ ਸੀ, ਉਹ ਵੀ ਸਰਕਾਰਾਂ ਵੱਲੋਂ, ਹੁਕੂਮਤਾਂ ਵੱਲੋਂ ਜਿਹੜੀਆਂ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਸੀ ਉਹੀ ਲੋਕਾਂ ਦੇ ਦਿਮਾਗ ਵਿੱਚ ਹਾਲੇ ਤੱਕ ਵੀ ਕਈ ਜਿੱਦਾਂ ਬਜ਼ੁਰਗਾਂ ਨਾਲ ਅਸੀਂ ਗੱਲ ਕਰਦੇ, ਉਹਨਾਂ ਦੇ ਦਿਮਾਗ 'ਚ ਉਹ ਚੀਜ਼ਾਂ ਬੈਠੀਆਂ। ਪਰ ਅੱਜ ਦੇ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਔਰ ਮਤਲਬ ਇੰਨਾ ਕੁਛ ਹੈਗਾ ਵਾ ਜਿਹੜਾ ਤੁਸੀਂ ਪੜ੍ਹ ਸਕਦੇ ਆ, ਸਮਝ ਸਕਦੇ ਆ। ਇਕੱਲਾ ਜਜ਼ਬਾਤੀ ਹੋਣ ਦੀ ਗੱਲ ਨਹੀਂ ਹੁੰਦੀ, ਜਦੋਂ ਸਿਧਾਂਤਕ ਪਕੜ ਹੋਵੇ, ਜਦੋਂ ਕਿਸੇ ਵੱਲ ਨੂੰ ਖਿੱਚਿਆ ਚਲੇ ਜਾਂਦਾ ਬੰਦਾ। ਦੇਖੋ, ਸੰਤ ਜਰਨੈਲ ਸਿੰਘ ਹੁਣਾਂ ਦੀ ਗੱਲ ਕਰਦੇ ਆ, ਜਾਂ ਹੋਰ ਵੀ ਇੱਦਾਂ ਦੇ ਸਿੱਖ ਹੋਏ ਆ, ਜਾਂ ਹੋਰ ਵੀ ਬਹੁਤ ਦੁਨੀਆ 'ਤੇ ਲੋਕ ਹੋਏ ਆ ਜਿਨ੍ਹਾਂ ਦੇ ਕਿਸੇ ਗੁਣ ਕਰਕੇ ਲੋਕ ਉਹਨਾਂ ਵੱਲ ਨੂੰ ਖਿੱਚੇ ਚਲੇ ਗਏ। ਪਰ ਜਦੋਂ ਕੋਈ ਕਿਸੇ ਨੂੰ ਪਿਆਰ ਕਰਦਾ ਵਾ, ਕਿਸੇ ਵੱਲ ਨੂੰ ਖਿੱਚਿਆ ਚਲੇ ਜਾਂਦਾ, ਤੇ ਉਹਦੇ ਬਾਰੇ ਜਾਣਦਾ ਜ਼ਰੂਰ ਆ। ਮੈਂ ਨੌਜਵਾਨਾਂ ਨੂੰ ਇਹ ਬੇਨਤੀ ਕਰਦਾ ਕਿ ਸਿੱਖ ਇਤਿਹਾਸ ਵੀ ਪੜ੍ਹਿਆ ਜਾਵੇ, ਸਿੱਖ ਇਤਿਹਾਸ ਵੱਧ ਤੋਂ ਵੱਧ ਪੜ੍ਹਨ, ਔਰ ਉਹ ਲੋਕਾਂ ਨੂੰ ਪੜ੍ਹਨ, ਸਿੱਖੀ ਸਿਧਾਂਤ ਨੂੰ ਪੜ੍ਹਨ ਜਿਹੜੀਆਂ ਉਹ ਕਿਤਾਬਾਂ ਵਾ। ਕਿਉਂਕਿ ਬਹੁਤੀਆਂ ਕਿਤਾਬਾਂ ਤਾਂ ਉਹ ਵੀ ਹੋ ਸਕਦੀਆਂ, ਬਹੁਤੀਆਂ ਕਿਤਾਬਾਂ ਉਹ ਹੋਣੀਆਂ ਜਿਹੜੀਆਂ ਹਕੂਮਤ ਨੇ, ਸਰਕਾਰਾਂ ਨੇ ਆਪਣੀਆਂ ਲਿਖੀਆਂ, ਇੱਕ ਨੈਰੇਟਿਵ ਜਿਹੜਾ ਸਿਰਜਣਾ ਸੀ ਨੈਗੇਟਿਵਿਟੀ ਦਾ, ਉਹ ਕਿਤਾਬਾਂ ਵੀ ਹੋਣੀਆਂ। ਪਰ ਤੁਸੀਂ ਉਹ ਕਿਤਾਬਾਂ ਪੜ੍ਹੋ ਜਿਹੜੀਆਂ ਸਿੱਖੀ ਸਿਧਾਂਤਾਂ ਦੇ ਅਨੁਕੂਲ ਹੋਣ, ਕਿਤਾਬਾਂ ਜਿਹੜੀਆਂ ਸੱਚ 'ਤੇ ਆਧਾਰਿਤ ਹੋਣ ਕਿਤਾਬਾਂ। ਔਰ ਬਹੁਤ ਸੋਰਸ ਹੈਗੇ ਆ ਜਾਣਕਾਰੀ ਲੈਣ ਲਈ, ਹੈ ਨਾ। ਤੁਸੀਂ YouTube ਦੇ ਉੱਤੇ ਵੀ ਤੁਸੀਂ ਦੇਖ ਸਕਦੇ ਆ, ਸੋਸ਼ਲ ਮੀਡੀਆ 'ਤੇ ਵੀ ਦੇਖ ਸਕਦੇ ਆ, ਕਿਤਾਬਾਂ ਵੀ ਪੜ੍ਹ ਸਕਦੇ ਆ, ਵਿਦਵਾਨਾਂ ਨੂੰ ਸੁਣ ਸਕਦੇ ਆ, ਹੋਰ ਵੀ ਬਹੁਤ ਕੁਛ ਆ। ਨੌਜਵਾਨਾਂ ਨੂੰ ਇਹ ਬੇਨਤੀ ਹੈ, ਜਿਹੜੀ ਚੀਜ਼ ਤੁਹਾਨੂੰ ਸੱਚ ਦੇ ਨਾਲ ਜੋੜਦੀ ਆ, ਜਿਹੜੀ ਚੀਜ਼ ਤੁਹਾਡੇ ਅੰਦਰੋਂ ਕੁਰੀਤੀਆਂ ਦੂਰ ਕਰਦੀ ਆ, ਜਿਹੜੀ ਚੀਜ਼ ਤੁਹਾਨੂੰ ਸਹੀ ਦਰਸ਼ਨ ਕਰਾਉਂਦੀ ਆ, ਉਹ ਚੀਜ਼ਾਂ ਜਿਹੜੀਆਂ ਉਹ ਪੜ੍ਹਨ। ਤਾਂ ਹੀ ਤੁਸੀਂ ਕੱਲ੍ਹ ਨੂੰ ਕੋਈ ਵੀ ਆ ਕੇ ਤੁਹਾਡੇ ਜਜ਼ਬਾਤਾਂ ਨਾਲ ਖੇਡ ਨਹੀਂ ਸਕਦਾ, ਤਾਂ ਹੀ ਤੁਸੀਂ ਜਿਹੜਾ ਕੋਈ ਵੀ ਆਗੂ ਆ ਉਹਨੂੰ ਸਹੀ ਢੰਗ ਨਾਲ ਪਹਿਚਾਣ ਸਕੋਗੇ। ਕਿਉਂਕਿ ਹੋਇਆ ਕੀ ਹੁਣ ਤੱਕ, ਜੇ 95 ਤੋਂ ਬਾਅਦ ਹੁਣ ਤੱਕ ਨੌਜਵਾਨਾਂ ਦਾ ਦੇਖੀਏ ਤਾਂ ਨੌਜਵਾਨ ਉੱਧਰ ਨੂੰ ਤੁਰਿਆ ਗਿਆ ਜੋ ਇੱਕ ਨੈਰੇਟਿਵ ਸਿਰਜਿਆ ਗਿਆ। ਨੌਜਵਾਨ ਦੀ ਆਪਣੀ ਪਕੜ ਸਮਝ ਨਹੀਂ ਬਣੀ, ਨੌਜਵਾਨਾਂ ਦਾ ਕਸੂਰ ਵੀ ਨਹੀਂ ਸੀਗਾ। ਅੱਜ ਵੀ ਜਿਹੜੇ ਲੋਕ ਬਾਰ-ਬਾਰ ਇਹ ਕਹਿੰਦੇ ਆ ਵੀ ਨੌਜਵਾਨ ਇੱਥੋਂ ਪਲਾਨ ਕਰ ਰਹੇ ਆ ਵਿਦੇਸ਼ਾਂ ਨੂੰ, ਉਹ ਇੱਕ ਸਰਕਾਰ ਨੇ ਨੈਰੇਟਿਵ ਬਣਾਇਆ ਕਿ ਇੱਥੋਂ ਦੜਾ ਦਈਏ, ਇਹ ਖਾਲੀ ਕਰ ਦਈਏ। ਜਦੋਂ ਇੱਥੇ ਖਾਲੀ ਹੋ ਜਾਊਗਾ, ਇੱਥੇ ਕੋਈ ਆਪਣੇ ਗੱਲ ਕਰਨ ਜੋਗਾ ਰਹੂਗਾ ਨਹੀਂ, ਤੇ ਸਰਕਾਰਾਂ ਲਈ ਉਹ ਚੀਜ਼ ਆਸਾਨ ਹੋ ਜਾਂਦੀ ਆ, ਹਕੂਮਤਾਂ ਦੇ ਲਈ। ਸੋ ਨੌਜਵਾਨਾਂ ਨੂੰ ਇਹੀ ਬੇਨਤੀ ਆ ਕਿ ਜਦੋਂ ਤੱਕ ਤੁਸੀਂ ਅਵੇਅਰ ਨਹੀਂ ਹੋਵੋਗੇ, ਤੁਸੀਂ ਸੱਚੇ ਤੇ ਝੂਠੇ ਬੰਦੇ ਦੀ ਪਰਖ ਨਹੀਂ ਕਰ ਸਕਦੇ। ਇਹੀ ਸਰਕਾਰਾਂ ਤੁਹਾਡੇ ਨਾਲ ਹੁਣ ਤੱਕ ਕਰਦੀਆਂ ਰਹੀਆਂ। ਜਿੰਨੀਆਂ ਵੀ ਸਰਕਾਰਾਂ ਆਈਆਂ, ਤੁਸੀਂ ਮੈਨੂੰ ਦੱਸੋ ਇੱਕ ਵੀ ਕਿਸੇ ਸਰਕਾਰ ਵੇਲੇ ਇੱਦਾਂ ਹੋਇਆ ਵੀ ਨਸ਼ਾ ਖਤਮ ਕਰ ਦਿੱਤਾ ਹੋਵੇ, ਜਾਂ ਵੱਡੇ ਵੱਡੇ ਨਸ਼ੇ ਦੇ ਵਪਾਰੀ ਜਿਹੜੇ ਫਾਹੇ ਲਾ ਦਿੱਤੇ ਹੋਣ, ਜਾਂ ਇੱਕ ਵੀ 47 ਤੋਂ ਲੈ ਕੇ ਮੈਂ ਹੁਣ ਤੱਕ ਦੀ ਗੱਲ ਕਰਦਾ, ਇੱਕ ਵੀ ਹਕੂਮਤ ਨੇ ਇੱਦਾਂ ਕੀਤਾ ਕਿ ਜੇ ਕਿਸੇ ਔਰਤ ਦੇ ਨਾਲ ਧੱਕਾ ਹੋਇਆ ਹੋਵੇ ਤਾਂ ਉਹਨਾਂ ਨੂੰ ਫਾਹੇ ਲਾ ਦਿੱਤਾ ਹੋਵੇ, ਤਾਂ ਇੱਕ ਡਰ ਬਣਾ ਦਿੱਤਾ ਹੋਵੇ। ਜਿਹੜੇ ਜ਼ੁਲਮ ਕਰਨ ਵਾਲੇ ਲੋਕ ਆ, ਜਿਹੜੇ ਗਲਤ ਕੰਮ ਕਰਨ ਵਾਲੇ ਲੋਕ ਆ, ਕਦੀ ਵੀ ਨਹੀਂ ਹਕੂਮਤ ਕਰੂਗੀ ਇਹ ਚੀਜ਼ਾਂ। ਇਹ ਤੁਹਾਨੂੰ ਆਪ ਅਵੇਅਰ ਹੋਣਾ ਪੈਣਾ। ਜਦੋਂ ਤੁਸੀਂ ਆਪ ਅਵੇਅਰ ਹੋਵੋਗੇ, ਤੁਹਾਡੇ ਘਰ ਦੇ ਉੱਤੇ ਕੋਈ ਹਮਲਾ ਨਹੀਂ ਕਰ ਸਕਦਾ, ਤੁਹਾਡੇ ਘਰ ਨੂੰ ਕੋਈ ਲੁੱਟ ਨਹੀਂ ਸਕਦਾ। ਜਦੋਂ ਅਸੀਂ ਅਵੇਸਲੇ ਹੋ ਕੇ ਆਪ ਸੋਚਵਾਂਗੇ ਤਾਂ ਜਿਹੜਾ ਘਰ ਵਾ ਉਹ ਕੋਈ ਵੀ ਲੁੱਟ ਸਕਦਾ ਵਾ, ਕੋਈ ਵੀ ਤੁਹਾਡੇ ਹੱਕਾਂ 'ਤੇ ਡਾਕਾ ਮਾਰ ਸਕਦਾ, ਕੋਈ ਵੀ ਤੁਹਾਨੂੰ ਨਸ਼ੇ ਵੱਲ ਲਾ ਸਕਦਾ, ਕੋਈ ਵੀ ਤੁਹਾਨੂੰ ਜਿਹੜਾ ਵਾ ਯੂਜ਼ ਕਰ ਸਕਦਾ, ਵਰਤ ਸਕਦਾ। ਇਸ ਕਰਕੇ ਅਵੇਅਰ ਹੋਵੋ,
ਔਰ ਪੜ੍ਹੋ, ਉਹ ਵਿਦਵਾਨਾਂ ਨੂੰ ਜ਼ਰੂਰ ਸੁਣੋ ਜਿਹੜੇ ਸੱਚ ਦੀ ਗੱਲ ਕਰਦੇ ਆ, ਕਿਉਂਕਿ ਆਪਣੇ ਆਪ ਤੁਹਾਡੇ ਅੰਦਰ ਹੀ ਸਾਰਾ ਕੁਝ ਪਿਆ, ਤੁਹਾਡੇ ਦਿਮਾਗ ਵਿੱਚ ਹੀ ਸਾਰਾ ਕੁਛ ਆ। ਕੋਈ ਕਿਸੇ ਨੂੰ ਸਮਝਾ ਨਹੀਂ ਸਕਦਾ ਹੁੰਦਾ। ਜਦੋਂ ਤੁਹਾਡੇ ਅੰਦਰ ਖਿੱਚ ਪੈਦਾ ਹੋਣੀ ਆ, ਆਪ ਹੀ ਤੁਹਾਨੂੰ ਹਰ ਚੀਜ਼ ਦੀ ਸਮਝ ਲੱਗਣ ਲੱਗ ਪੈਣੀ ਆ। ਇਹ ਕੁਦਰਤੀ ਵਰਤਾਰੇ ਹੁੰਦੇ ਆ, ਤੁਹਾਡੇ ਅੰਦਰ ਹੀ ਸਾਰਾ ਕੁਝ ਪਿਆ ਵਾ। ਹਾਂਜੀ, ਸਿਰਫ ਉਹਨੂੰ ਸਮਝਣ ਦੀ ਜ਼ਰੂਰਤ ਆ। ਵੀਰ ਨੇ ਗੱਲ ਆਖੀ ਆ ਕਿ ਕਿਸੇ ਵੀ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੇ ਰਹੀ ਹੋਵੇ, ਉਸ ਵੇਲੇ ਨਸ਼ਿਆਂ ਦਾ ਕਦੀ ਵੀ ਜਿਹੜਾ ਪਸਾਰਾ ਹੈਗਾ ਉਹ ਖਤਮ ਨਹੀਂ ਹੋਇਆ ਹੈਗਾ। ਹਾਂ, ਇੱਕ ਗੱਲ ਜ਼ਰੂਰ ਹੋਈ ਹੈ ਕਿ ਹਰੇਕ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਵਾਅਦੇ ਜ਼ਰੂਰ ਕੀਤੇ ਆ, ਦਾਅਵੇ ਵੀ ਕੀਤੇ ਆ ਕਿ ਅਸੀਂ ਨਸ਼ਾ ਖਤਮ ਕਰ ਦਿਆਂਗੇ, ਪਰ ਉਹ ਵਾਅਦੇ ਵਫਾ ਨਹੀਂ ਹੋਏ। ਇੱਕ ਗੱਲ। ਦੂਜੀ ਗੱਲ, ਕਰਨੈਲ ਸਿੰਘ ਜੀ, ਮੈਨੂੰ ਇਹ ਲੱਗਦਾ ਹੈਗਾ ਕਿ ਇਹ ਸਾਰਾ ਕੁਝ ਹੋਇਆ ਪੰਜਾਬ ਦੀ ਧਰਤੀ ਦੇ ਉੱਪਰੋਂ ਜਿਨ੍ਹਾਂ ਦੀ ਸਰਕਾਰ ਵੀ ਨਹੀਂ ਸੀ, ਜਿਨ੍ਹਾਂ ਨੂੰ ਲੋਕਾਂ ਨੇ ਨਹੀਂ ਚੁਣਿਆ ਸੀਗਾ, ਜਿਨ੍ਹਾਂ ਨੂੰ ਇਹ ਇੱਥੋਂ ਦੀਆਂ ਹਕੂਮਤਾਂ ਕਹਿੰਦੀਆਂ ਨੇ ਕਿ ਅੱਤਵਾਦੀ ਸੀਗੇ, ਔਰ ਜਿਨ੍ਹਾਂ ਨੂੰ ਸਿੱਖ ਸਮਝਦੇ ਨੇ ਕਿ ਉਹ ਖਾੜਕੂ ਯੋਧੇ ਸੀਗੇ। ਉਹਨਾਂ ਨੇ ਸਿੱਖ ਸੰਘਰਸ਼ ਲੜਿਆ। ਖਾੜਕੂ ਸੰਘਰਸ਼ ਵੇਲੇ ਜ਼ਰੂਰ ਇੱਦਾਂ ਹੋਇਆ, ਭਾਵੇਂ ਉਹਨਾਂ ਦੀ ਸਰਕਾਰ ਨਹੀਂ ਸੀਗੀ, ਪਰ ਸਿੱਖ ਸਮਝਦੇ ਨੇ ਕਿ ਇੱਕ ਵੇਲਾ ਇੱਦਾਂ ਦਾ ਸੀਗਾ ਜਦੋਂ ਉਹਨਾਂ ਦੀ ਹੀ ਚੱਲਦੀ ਸੀਗੀ, ਉਹਨਾਂ ਦੀ ਸਰਕਾਰ ਸੀਗੀ। ਉਸ ਵੇਲੇ ਨਾ ਤਾਂ ਕਿਸੇ ਦੇ ਨਾਲ ਇੱਦਾਂ ਦੀਆਂ ਵਧੀਕੀਆਂ ਹੋਈਆਂ, ਅਤੇ ਨਾ ਉਸ ਵੇਲੇ ਚਿੱਟਾ ਵਿਕਿਆ, ਅਤੇ ਨਾ ਉਸ ਵੇਲੇ ਕਿਸੇ ਨੇ ਨਸ਼ੇ ਵੇਚਣ ਦੀ ਜ਼ਰੂਰਤ ਕੀਤੀ। ਇੱਕ ਇੱਦਾਂ ਦਾ ਸਮਾਂ ਉਹ ਜ਼ਰੂਰ ਆਇਆ ਸੀਗਾ, ਪਰ ਸਮੇਂ ਦੀਆਂ ਹਕੂਮਤਾਂ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਉਸ ਸਾਰੇ ਕਸ ਨੂੰ ਰੋਕਿਆ ਸੀਗਾ, ਉਹਨਾਂ ਨੂੰ ਅੱਤਵਾਦੀ ਗਰਦਾਨ ਕੇ ਥਾਣਿਆਂ ਕਚਹਿਰੀਆਂ ਦੇ ਵਿੱਚ ਅਤੇ ਵੱਖ-ਵੱਖ ਖੇਤਾਂ ਅਤੇ ਸੂਇਆਂ ਪੁਲਾਂ ਦੇ ਕੋਲ ਲਿਜਾ ਕੇ ਉਹਨਾਂ ਦੇ ਫੇਕ ਐਨਕਾਊਂਟਰ ਕਰਕੇ ਅਤੇ ਉਹਨਾਂ ਨੂੰ ਇਸ ਜਹਾਨੋਂ ਭੇਜ ਦਿੱਤਾ। ਉਹਨਾਂ ਨੂੰ ਸ਼ਹੀਦ ਕਰਕੇ ਉਹਨਾਂ ਨੇ ਉਹਨਾਂ ਦੇ ਖਾਤਮੇ ਕਰਨ ਦੇ ਯਤਨ ਕੀਤੇ, ਪਰ ਸੂਰਬੀਰ ਬਹਾਦਰ ਯੋਧੇ ਜਿਹੜੇ ਕੌਮ ਦੀ ਆਨ ਬਾਨ ਸ਼ਾਨ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਿਨ੍ਹਾਂ ਦੀ ਤਸੀਰ ਇਹ ਹੈਗੀ ਆ, ਉਹ ਅੱਜ ਵੀ ਆਪਣਾ ਸੰਘਰਸ਼ ਦਸਤੂਰ ਉਹਨਾਂ ਨੇ ਜਾਰੀ ਰੱਖਿਆ ਹੋਇਆ। ਉਮੀਦ ਕਰਦੇ ਹਾਂ ਕਿ ਜ਼ਰੂਰ ਉਹਨਾਂ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਣ। ਉਮੀਦ ਕਰਦੇ ਹਾਂ ਕਿ ਪੰਜਾਬ ਦੀ ਧਰਤੀ ਦੇ ਉੱਪਰ ਵਾਕਈ ਸਹੀ ਮਾਇਨੇ ਵਿੱਚ ਉਹ ਰਾਜ ਜਿਹੜਾ ਕਦੀ ਸ਼ੇਰੇ ਪੰਜਾਬ ਵੇਲੇ ਹੋਇਆ ਕਰਦਾ ਸੀਗਾ, ਖਾਲਸਾ ਰਾਜ, ਅੱਜ ਨਹੀਂ ਤੇ ਕੱਲ੍ਹ ਜ਼ਰੂਰ ਉਹ ਆਊਗਾ। ਕਰਨੈਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸਾਰੀਆਂ ਗੱਲਾਂ ਕੀਤੀਆਂ। ਮੈਂ ਉਮੀਦ ਕਰਦਾ ਕਿ ਬਹੁਤ ਸਾਰੇ ਸੱਜਣ ਜਿਨ੍ਹਾਂ ਨੇ ਵੀ ਗੱਲਬਾਤ ਨੂੰ ਸੁਣਿਆ ਹੈਗਾ ਜ਼ਰੂਰ ਲਾਹਾ ਲੈਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।